ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਸਿੱਖਿਆ ਟੀਮ ਦੇ ਗੈਸਟ ਸਪੀਕਰ ਸੈਸ਼ਨ ਦੀ ਸੀਰੀਜ਼ ਦੇ ਵਿੱਚ ਮੈਂ ਅੰਗਦ ਸਿੰਘ ਅੱਜ ਆਪ ਜੀ ਦੇ ਸਨਮੁਖ ਇੱਕ ਅਜਿਹੀ ਗੁਰਸਿੱਖ ਸ਼ਖਸੀਅਤ ਜੋ ਕਿ ਯੰਗ ਐਂਡ ਡਾਇਨਾਮਿਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਚੰਡੀਗੜ੍ਹ ਤੋਂ ਆਸਟ੍ਰੇਲੀਆ ਜਾ ਕੇ ਐਸੀਆਂ ਮੱਲਾਂ ਮਾਲੀਆਂ ਹਨ ਜੋ ਕਿ ਸਲਾਹਨਯੋਗ ਨੇ। ਅੱਜ ਦੇ ਸਾਡੇ ਗੈਸਟ ਸਪੀਕਰ ਬਾਰੇ ਜੇ ਮੈਂ ਗੱਲ ਕਰਾਂ ਤਾਂ ਉਹ ਜਦ 8ਵੀਂ ਵਿੱਚ ਸਨ ਤਾਂ ਉਹਨਾਂ ਨੇ ਡਿਸਟ੍ਰਿਕਟ ਟੈਨਿਸ ਚੈਂਪੀਅਨਸ਼ਿਪ ਜਿੱਤੀ ਸੀ। ਉਹ ਕਮਿਊਨਿਟੀ ਸਰਵਿਸ ਦੇ ਵਿੱਚ ਉਹਨਾਂ ਨੇ ਗੋਲਡ ਐਂਜਲ ਅਵਾਰਡ ਵੀ ਜਿੱਤਿਆ। ਛੋਟੀ ਉਮਰੇ ਹੀ ਉਹਨਾਂ ਨੇ ਯੰਗ ਵੂਮਨ ਅਚੀਵਰਸ ਅਵਾਰਡ ਵੀ ਜਿੱਤਿਆ। ਨਾਲੇ ਇੰਟਰਨੈਸ਼ਨਲ ਰੋਟਰੀ ਕਲੱਬ ਦੇ ਫੋਰਸ ਵੇ ਸਪੀਕਿੰਗ ਕੰਪੀਟੀਸ਼ਨ ਹੋਇਆ ਸੀ, ਉਹ ਵੀ ਉਹਨਾਂ ਨੇ ਜਿੱਤਿਆ। ਇੱਕ ਹੋਰ ਜਦ ਮੈਂ ਇਹਨਾਂ ਬਾਰੇ ਪੜ੍ਹ ਰਿਹਾ ਸੀ ਮੈਨੂੰ ਇੱਕ ਗੱਲ ਬੜੀ ਹੀ ਵਧੀਆ ਲੱਗੀ ਕਿ ਆਸਟ੍ਰੇਲੀਆ ਵਿੱਚ ਰਹਿ ਕੇ ਇੱਕ ਕੁਇਜ਼ ਹੋਈ ਸੀ ਭਾਰਤ ਕੋ ਜਾਣੀਏ, ਉਹਦੇ ਵਿੱਚ ਵੀ ਉਹਨਾਂ ਨੇ ਭਾਗ ਲਿੱਤਾ ਤੇ ਉੱਥੇ ਵੀ ਉਹਨਾਂ ਨੇ ਸਾਰਿਆਂ ਦਾ ਮਾਣ ਵਧਾਇਆ। ਹੋਰ ਪਤਾ ਨਹੀਂ ਅਨੇਕਾਂ ਹੀ ਅਕੈਡਮਿਕ ਐਪਰੀਸੀਏਸ਼ਨਸ ਉਹਨਾਂ ਨੇ ਅਰਨ ਕੀਤੀਆਂ ਨੇ। ਇਸ ਦੇ ਨਾਲ ਹੀ ਕਰੰਟਲੀ ਉਹ ਲਾਅ ਪੜ੍ਹ ਰਹੇ ਨੇ, ਪੋਲਿਟਿਕਸ ਫਿਲਾਸਫੀ ਐਂਡ ਇਕਨੋਮਿਕਸ ਵੀ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਅੰਦਰ ਉਹ ਸੀਨੀਅਰ ਸਟੂਡੈਂਟ ਅੰਬੈਸਡਰ ਨੇ, ਇਨਕੁਆਇਰੀਜ਼ ਆਫਿਸਰ ਨੇ, ਨਾਲ ਹੀ ਉਹ ਇਲੈਕਟੋਰੇਟ ਆਫਿਸਰ ਦਾ ਵੀ ਰੋਲ ਨਿਭਾਉਂਦੇ ਨੇ, ਨਾਲ ਹੀ ਪੀਅਰ ਮੈਂਟਰ ਵੀ ਨੇ, ਰਾਈਟਰ ਵੀ ਨੇ ਐਂਡ ਐਜੂਕੇਸ਼ਨ ਡਾਇਰੈਕਟਰ ਆਫ ਲਾਅ ਸਟੂਡੈਂਟਸ ਆਫ ਸੁਸਾਇਟੀ ਵੀ ਨੇ। ਸੋ ਆਓ ਅੱਜ ਮੈਂ ਸਾਰਿਆਂ ਵੱਲੋਂ ਸਾਡੇ ਅੱਜ ਦੇ ਗੈਸਟ ਸਪੀਕਰ ਅਵਨੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦਾ ਹਾਂ। ਅਵਨੀਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਮੈਂ ਪੜ੍ਹ ਰਿਹਾ ਸੀਗਾ ਆਪ ਜੀ ਦੇ ਉਦਮਾਂ ਬਾਰੇ, ਬਚਪਨ ਤੋਂ ਹੀ ਆਪ ਜੀ ਕਿਤੇ ਨਾ ਕਿਤੇ ਕੋਈ ਨਾ ਕੋਈ ਆਪਾਂ ਉਦਮ ਕਰਦੇ ਰਹੇ ਹਾਂ ਤੇ ਕਾਮਯਾਬੀਆਂ ਆਪ ਜੀ ਨੇ ਮਾਣੀਆਂ ਹਨ। ਸੋ ਮੇਰਾ ਪਹਿਲਾ ਸਵਾਲ ਆਪ ਜੀ ਦੇ ਨਾਲ ਇਸ ਸੈਸ਼ਨ ਨੂੰ ਸ਼ੁਰੂ ਕਰਨ ਵਿੱਚ ਹੈਗਾ ਕਿ ਜੋ ਹੈ ਉਦਮ ਦਾ ਲਫ਼ਜ਼ ਹੈ ਉਹ ਆਪ ਜੀ ਜ਼ਿੰਦਗੀ ਵਿੱਚ ਕਿਸ ਤਰੀਕੇ ਨਾਲ ਵੇਖਦੇ ਹੋ? ਜੀ ਪਹਿਲੀ ਗੱਲ ਵੀਰ ਜੀ, ਤੁਸੀਂ ਠੀਕ ਕਿਹਾ ਸੀ, ਤੁਸੀਂ ਵਾਕਈ ਮੇਰੇ ਤੇ ਐਕਸਟਰਾ ਰਿਸਰਚ ਕੀਤੀ ਹੈ ਤੇ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਮੈਨੂੰ ਇੰਨਾ ਲਾਇਕ ਸਮਝਿਆ ਕਿ ਅੱਜ ਇੱਥੇ ਮੈਂ ਸਾਰੇ ਤੁਹਾਡੇ ਜਿਹੜੇ ਵੀ ਸਟੂਡੈਂਟਸ ਉਹਨਾਂ ਨਾਲ ਰੂਬਰੂ ਹੋ ਸਕੀ। ਤੁਹਾਡਾ ਸਵਾਲ ਉਦਮ ਨੂੰ ਮੈਂ ਕਿਸ ਤਰ੍ਹਾਂ ਦੇਖਦੀ ਹਾਂ, ਮੈਂ ਜਦ ਤੁਸੀਂ ਮੈਨੂੰ ਦੱਸਿਆ ਕਿ ਇਹ ਟੌਪਿਕ ਸੀਗਾ ਮੈਂ ਇਸ ਬਾਰੇ ਥੋੜਾ ਸੋਚਿਆ ਤੇ ਮੈਨੂੰ ਲੱਗਿਆ ਉਦਮ ਤੇ ਜਿਹੜਾ ਹੁਕਮ ਹੈ, ਆਈ ਕਾਈਂਡ ਆਫ ਸੀ ਦੈਮ ਐਜ਼ ਟੂ ਸਾਈਡਸ ਆਫ ਦ ਸੇਮ ਕੋਇਨ ਕਿ ਅਸੀਂ ਆਪਣੇ ਵੱਲੋਂ ਆਪਣਾ ਐਫਰਟ ਕਰ ਸਕਦੇ ਹਾਂ, ਲੇਕਿਨ ਐਟ ਦੀ ਐਂਡ ਆਫ ਦ ਡੇ ਹੈਗਾ ਸਭ ਕੁਝ ਅਕਾਲ ਪੁਰਖ ਦਾ ਹੁਕਮ ਤੇ ਰਜ਼ਾ। ਸੋ ਮੈਂ ਜਿਸ ਤਰ੍ਹਾਂ ਉਦਮ ਨੂੰ ਦੇਖਦੀ ਹਾਂ, ਸਾਨੂੰ ਕੋਈ ਗੱਲਾਂ ਹੁੰਦੀਆਂ ਜਿਹੜੀ ਅਸੀਂ ਆਪਣੇ ਵੱਲੋਂ ਐਫਰਟ ਕਰ ਸਕਦੇ ਹਾਂ ਜਾਂ ਸਾਨੂੰ ਲੱਗਦਾ ਕਿ ਅਸੀਂ ਕਰ ਸਕਦੇ ਹਾਂ, ਉਹ ਕਰੀਦੀ ਹੈ, ਲੇਕਿਨ ਫਿਰ ਬਾਕੀ ਛੱਡ ਦੇਈਦਾ ਕਿ ਰਿਜ਼ਲਟ ਜੋ ਵੀ ਆਏਗਾ ਉਹ ਉਹਦਾ ਰੱਖ ਅਕਾਲ ਪੁਰਖ ਆਪ। ਬਹੁਤ ਖੂਬ, ਬਹੁਤ ਖੂਬ। ਸੋ ਜਿੱਦਾਂ ਆਪਾਂ ਉਦਮ ਦੀ ਵੀ ਗੱਲ ਕਰਦੇ ਪਏ ਹਾਂ ਤੇ ਬਚਪਨ ਤੋਂ ਹੀ ਆਪ ਜੀ ਕਮਿਊਨਿਟੀ ਸਰਵਿਸ ਵੀ ਕਰ ਰਹੇ ਹੋ, ਨਾਲ ਨਾਲ ਅਕੈਡਮਿਕ ਖੇਤਰ ਤੇ ਵੀ ਆਪ ਜੀ ਨਾਲ ਨਾਲ ਚੀਜ਼ਾਂ ਕਰਦੇ ਰਹਿੰਦੇ ਹੋ। ਸੋ ਆਪ ਨੂੰ ਕੀ ਲੱਗਦਾ ਹੈ ਕਿ ਇਨਸਾਨ ਦੀ ਲਾਈਫ ਦੇ ਅੰਦਰ ਜਿਹੜੇ ਹੈ ਇੱਕ ਏਮ ਰੱਖਣਾ, ਜਿਵੇਂ ਆਪ ਜੀ ਨੇ ਕਿਹਾ ਹੁਕਮ ਤਾਂ ਹੁੰਦਾ ਹੀ ਹੈ ਨਾਲ, ਉਹ ਤਾਂ ਹਮੇਸ਼ਾ ਰਹੇਗਾ ਹੀ ਰਹੇਗਾ, ਬਟ ਫਿਰ ਵੀ ਇੱਕ ਐਜ਼ ਐਨ ਇੰਡੀਵਿਜੂਅਲ ਸਾਡੇ ਵਾਸਤੇ ਇੱਕ ਉਹ ਹੁੰਦਾ ਹੈ ਕਿ ਕੀ ਸਾਨੂੰ ਏਮ ਜਾਂ ਗੋਲ ਰੱਖਣਾ ਚਾਹੀਦਾ, ਜਾਂ ਜੇ ਤੁਸੀਂ ਰੱਖਿਆ ਤਾਂ ਤੁਸੀਂ ਉਹਨੂੰ ਕਿਵੇਂ ਵੇਖਦੇ ਹੋ? ਜੀ ਬਿਲਕੁਲ ਰੱਖਣਾ ਚਾਹੀਦਾ। ਮੈਨੂੰ ਲੱਗਦਾ ਵਿਦਆਊਟ ਐਨ ਏਮ ਕਈ ਵਾਰੀ ਅਸੀਂ ਭਟਕ ਜਾਂਦੇ ਹਾਂ, ਕਈ ਵਾਰੀ ਟਾਈਮ ਬੜਾ ਵੇਸਟ ਕਰਦੇ ਹਾਂ ਜੇ ਏਮ ਨਾ ਹੋਏ। ਟਾਈਮ ਨੂੰ ਸੰਭਾਲਣ ਦਾ ਤਰੀਕਾ ਹੈਗਾ ਇੱਕ ਏਮ ਜਾਂ ਗੋਲ ਆਪਣੇ ਵਾਸਤੇ ਰੱਖਣਾ। ਜੇ ਮੈਂ ਸੋਚਾਂ ਮੈਂ ਆਪਣੀ ਜ਼ਿੰਦਗੀ 'ਚ ਕੀ ਏਮਸ ਰੱਖੇ ਹੈ, ਤੇ ਜਦ ਮੈਂ ਸਕੂਲ ਸੀਗੀ ਇਨਫੈਕਟ ਈਅਰ 12 ਤੱਕ ਕੋਈ ਐਸਾ ਮਤਲਬ ਵਾਈਡਰ ਜਾਂ ਬਿਗਰ ਏਮ ਨਹੀਂ ਸੀਗਾ ਮੇਰੀ ਜ਼ਿੰਦਗੀ ਵਿੱਚ। ਇਟ ਵਾਜ਼ ਮੋਰ ਕਿ ਠੀਕ ਹੈ ਇਹ ਅਗਲਾ ਐਗਜ਼ਾਮ ਹੈ, ਇਹਨੂੰ ਕਰੈਕ ਕਰਨਾ ਹੈ, ਅਗਲੀ ਅਸਾਈਨਮੈਂਟ ਹੈ, ਇਹਦੇ ਤੇ ਕੰਮ ਕਰਨਾ ਹੈ, ਤੇ ਬਹੁਤ ਛੋਟੇ ਗੋਲਸ ਸੀਗੇ, ਪਰ ਬਹੁਤ ਹੀ ਛੋਟੇ ਗੋਲਸ ਸੀਗੇ ਜੋ ਕਿ ਠੀਕ ਹੈ, ਲੇਕਿਨ ਮੈਨੂੰ ਲੱਗਦਾ ਹੈ ਵੱਡੇ ਗੋਲ ਹੋਣੇ ਵੀ ਜ਼ਰੂਰੀ ਨਹੀਂ। ਕਿਉਂਕਿ ਮੈਂ ਜਦ ਪਿੱਛੇ ਦੇਖਦੀ ਹਾਂ ਉਹ ਛੋਟੇ ਗੋਲਸ ਕਰਕੇ ਸਾਡੀ ਜਿਹੜੀ ਪਰਸੈਪਸ਼ਨ ਹੈਗੀ ਹੈ ਜਾਂ ਸਾਡਾ ਅਸੀਂ ਕਹਿ ਸਕਦੇ ਹਾਂ ਦੇਖਣ ਦਾ ਨਜ਼ਰੀਆ ਉਹ ਵੀ ਛੋਟਾ ਹੋ ਜਾਂਦਾ ਹੈ। ਤੇ ਜੇ ਵੱਡੇ ਗੋਲਸ ਹੋਣ, ਥੋੜੀ ਬਿਗਰ ਪਿਕਚਰ ਇਨ ਮਾਈਂਡ ਹੋਏ, ਤਾਂ ਅਸੀਂ ਥੋੜੇ ਜ਼ਿਆਦਾ ਰਿਲੈਕਸਡ ਰਹਿੰਦੇ ਹਾਂ ਤੇ ਸਟ੍ਰੈਸ ਘੱਟ ਹੁੰਦੇ ਆ। ਜਦ ਸਟ੍ਰੈਸ ਘੱਟ ਹੋਵਾਂਗੇ ਉਦਮ ਵਾਸਤੇ ਐਨਰਜੀ ਅਸੀਂ ਜ਼ਿਆਦਾ ਪਾ ਸਕਦੇ ਹਾਂ, ਕਿਉਂਕਿ ਸਟ੍ਰੈਸ ਸਾਡੀ ਐਨਰਜੀ ਖਾ ਨਹੀਂ ਰਿਹਾ ਹੋਏਗਾ ਦੂਜੇ ਪਾਸੇ।
ਤੇ ਉਹ ਉਦਮ ਨੂੰ ਠੀਕ ਚੈਨਲਾਈਜ਼ ਕਰਕੇ ਠੀਕ ਪਾਸੇ ਅਸੀਂ ਲਗਾ ਸਕਦੇ। ਸੋ ਏਮਸ ਮੈਨੂੰ ਲੱਗਦਾ ਸ਼ਾਰਟ ਟਰਮ ਤੇ ਲੌਂਗ ਟਰਮ ਹੋਣੇ ਬਹੁਤ ਜ਼ਰੂਰੀ ਨੇ, ਤੇ ਇਹ ਮੈਂ ਇੱਕ ਸ਼ਾਇਦ ਹੁਣ ਕਹਿ ਨਹੀਂ ਸਕਦਾ ਕਿ ਮੈਂ ਗਲਤੀ ਵੀ ਕੀਤੀ, ਕਹਿੰਦੇ ਨਾ ਪੂਰੇ ਕਾ ਕੀਆ ਸਭ ਕੁਝ ਪੂਰਾ, ਘੱਟ ਵੱਧ ਕੁਛ ਨਾ ਹੈ, ਜੋ ਹੋ ਗਿਆ ਉਹ ਵੀ ਠੀਕ ਹੈ। ਲੇਕਿਨ ਮੈਂ ਆਪਣੀ ਜ਼ਿੰਦਗੀ ਵਿੱਚ ਜੇ ਮੈਂ ਸੋਚਾਂ ਤੇ ਹੁਣ ਮੈਂ ਕੋਸ਼ਿਸ਼ ਕਰਦੀ ਹਾਂ ਕਿ ਆਪਣੀ ਜ਼ਿੰਦਗੀ ਵਿੱਚ ਥੋੜੇ ਜਿਹੇ ਲੌਂਗ ਟਰਮ ਗੋਲਸ ਵੀ ਰੱਖਾਂ, ਜਿੱਥੇ ਸ਼ਾਰਟ ਟਰਮ ਗੋਲਸ ਤਾਂ ਹੈਗੇ ਨਾ, ਜਿਸ ਤਰ੍ਹਾਂ ਹੁਣ ਠੀਕ ਹੈ ਮੈਂ ਆਪਣੀ ਅਸਾਈਨਮੈਂਟ ਕਰਨੀ ਹੈ, ਫਿਰ ਮੈਂ ਜਾ ਕੇ ਕੁਝ ਖਾਣਾ ਹੈ, ਫਿਰ ਮੈਂ ਚਾਹ ਪੀਣੀ ਹੈ, ਫਿਰ ਸੋ ਔਨ ਹਾਂਜੀ। ਨਹੀਂ, ਬਹੁਤ ਵਧੀਆ। ਮੈਨੂੰ ਤਾਂ ਲੱਗਦਾ ਵੀ ਸਾਡੇ ਬੱਚਿਆਂ ਵਾਸਤੇ ਸਭ ਤੋਂ ਪਹਿਲਾਂ ਹੀ ਇੱਕ ਆਪ ਜੀ ਨੇ ਗਿਆਨ ਜਾਂ ਇੱਕ ਲਰਨਿੰਗ ਇਨਸਾਈਟ ਤੁਸੀਂ ਦੱਸੀ ਹੈ ਕਿ ਅਸੀਂ ਕਦੀ ਕਦੀ ਅਸੀਂ ਆਪਣੀ ਉਮਰ ਦੇ ਹਿਸਾਬ ਨਾਲ ਅਸੀਂ ਰੱਖ ਦਿੰਦੇ ਹਾਂ ਵੀ ਹੁਣ ਮੇਰਾ ਕੀ, ਮੈਂ ਕੀ ਕਰ ਸਕਦਾ, ਮੈਂ ਤਾਂ ਬੱਚਾ, ਮੈਂ ਤਾਂ ਪੜ੍ਹਨਾ ਹੀ ਹੈ। ਹਾਲਾਂਕਿ ਉਹ ਤਾਂ ਸਾਡਾ ਸਭ ਤੋਂ ਵੱਡਾ ਕਰਮ ਹੈ ਕਿ ਅਸੀਂ ਜਿਹੜੇ ਰੋਲ ਵਿੱਚ ਹੈਗੇ ਹਾਂ, ਜੇ ਆਪਾਂ ਬੱਚੇ ਹਾਂ ਤੇ ਅਸੀਂ ਪੜ੍ਹਾਈ ਵੱਲ ਉੱਦਮ ਕਰਨਾ ਹੀ ਕਰਨਾ ਹੈ। ਪਰ ਜਿਹੜਾ ਇੱਕ ਲੌਂਗ ਟਰਮ ਗੋਲ ਹੈਗਾ ਕਿ ਜੇ ਮੈਂ ਪੜ੍ਹ ਰਿਹਾ ਤਾਂ ਮੈਂ ਪੜ੍ਹ ਕੇ ਕੀ ਕਰਨਾ ਹੈ। ਜਿਵੇਂ ਹੁੰਦਾ ਹੈ ਕਿ ਜੇ ਇੱਕ ਸਾਇੰਟਿਸਟ ਹੈ ਤਾਂ ਸਾਇੰਟਿਸਟ ਉਹ ਨਿਊਕਲੀਅਰ ਬੰਬ ਵੀ ਬਣਾ ਸਕਦਾ, ਤਾਂ ਉਹ ਮਸ਼ੀਨਸ ਵੀ ਬਣਾ ਸਕਦਾ ਜਿਹਦੇ ਨਾਲ ਹੈਲਥ ਫੈਸਿਲਿਟੀਜ਼ ਵੀ ਠੀਕ ਹੋ ਸਕਣ ਤੇ ਹੋਰ ਸੰਗਤ ਤੇ ਕਮਿਊਨਿਟੀ ਦਾ ਉਹ ਭਲਾ ਹੋ ਸਕੇ। ਤੇ ਜੇ ਉਹ ਲੌਂਗ ਟਰਮ ਗੋਲ ਨਾਲ ਹੋਣ ਤਾਂ ਆਈ ਥਿੰਕ ਬਹੁਤ ਵਧੀਆ ਰਹਿੰਦਾ। ਆਪ ਜੀ ਨੇ ਬਹੁਤ ਹੀ ਵਧੀਆ ਗੱਲ ਦੱਸੀ। ਬਟ ਇਹਦੇ ਨਾਲ ਨਾਲ ਮੈਂ ਇੱਕ ਹੋਰ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜ਼ਿਆਦਾਤਰ ਕੀ ਹੁੰਦਾ ਹੈ ਕਿ ਅਸੀਂ ਪਲਾਨ ਕਰਦੇ ਹਾਂ, ਕਿਉਂਕਿ ਏਮ ਜਾਂ ਆਪਾਂ ਗੋਲ ਬਣਾਈਏ ਤਾਂ ਮਤਲਬ ਅਸੀਂ ਪਲਾਨ ਕਰਦੇ ਪਏ ਹਾਂ, ਬਟ ਵਾਹਿਗੁਰੂ ਜੀ ਨੂੰ ਕੁਝ ਹੋਰ ਮਨਜ਼ੂਰ ਹੁੰਦਾ, ਸੋਚਦੇ ਕੁਝ ਹੋਰ ਆ, ਜ਼ਿਆਦਾਤਰ ਹੋ ਕੁਝ ਹੋਰ ਜਾਂਦਾ। ਕਦੀ ਆਪ ਜੀ ਦੇ ਨਾਲ ਏਦਾਂ ਹੋਇਆ? ਵੁੱਡ ਯੂ ਲਾਈਕ ਟੂ ਸ਼ੇਅਰ ਕੁਝ ਏਦਾਂ ਤੁਹਾਡੇ ਗੋਲਸ ਨਾਲ ਹੋਇਆ ਹੋਵੇ ਫੇਰ ਬਦਲ? ਜੀ ਰੋਜ਼ ਹੁੰਦਾ ਹੈ, ਹਰ ਰੋਜ਼ ਹੁੰਦਾ ਹੈ ਮੇਰੇ ਨਾਲ। ਸੋਚਦਾ ਕਿ ਕੁਝ ਕਰਨਾ ਤੇ ਕੁਝ ਹੋ ਜਾਂਦਾ, ਛੋਟੇ ਲੈਵਲ ਤੇ ਵੱਡੇ ਲੈਵਲ ਤੇ। ਮੈਂ ਕਈ ਵਾਰੀ ਹੱਸਦੀ ਹੁੰਦੀ ਹਾਂ, ਮੈਂ ਕਹਿੰਦੀ ਹੁੰਦੀ ਹਾਂ ਮੇਰਾ ਜ਼ਿੰਦਗੀ ਦਾ ਮੋਟੋ ਹੈਗਾ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ। ਤੇ ਗੋਲਸ ਆਪਣੇ ਆਪ ਬਣਾਉਂਦੇ ਆ, ਪਲਾਨ ਵੀ ਕਰੀਦਾ। ਅਗਰ ਮੈਂ ਉਦਾਹਰਨ ਦੇ ਤੌਰ ਤੇ ਸੋਚਾਂ ਤੇ ਈਅਰ 11 ਤੇ 12 ਵਿੱਚ ਜਿਸ ਤਰ੍ਹਾਂ ਅਸੀਂ ਡਿਸਾਈਡ ਕਰਨਾ ਹੁੰਦਾ ਕਿ ਅਸੀਂ ਹੁਣ ਯੂਨੀਵਰਸਿਟੀ ਜਾ ਕੇ ਕੀ ਪੜ੍ਹਨਾ ਹੈ, ਤੇ ਮੈਂ ਕਾਫੀ ਦੇਰ ਤੋਂ ਇਹੀ ਸੋਚਦੀ ਆਈ ਸੀ ਕਿ ਮੈਂ ਮੈਡੀਸਨ ਵਿੱਚ ਜਾਣਾ ਜਾਂ ਮੈਂ ਹੈਲਥ ਸਾਇੰਸਿਸ ਵਿੱਚ ਰਿਸਰਚ ਕਰਨੀ ਹੈ। ਤੇ ਇਸ ਤਰ੍ਹਾਂ ਹੋਇਆ ਕਿ ਮੈਨੂੰ ਐਡਮਿਸ਼ਨ ਮਿਲੀ, ਦੂਰ ਮਿਲੀ ਘਰੋਂ ਥੋੜੀ, ਬਾਅਦ ਚੋਂ ਈਅਰ 12 ਤੋਂ ਬਾਅਦ, ਤੇ ਮੈਂ ਨਹੀਂ ਜਾਣਾ ਚਾਹੁੰਦੀ ਸੀ ਦੂਰ। ਉਹਦੇ ਨਾਲ ਹੀ ਲੇਕਿਨ ਮਹਾਰਾਜ ਦੀ ਕਿਰਪਾ, ਨੰਬਰ ਮੇਰੇ ਈਅਰ 12 ਦੇ ਬੜੇ ਵਧੀਆ ਸੀਗੇ ਤੇ ਮੈਨੂੰ ਲਾਅ ਤੇ ਪੋਲਿਟਿਕਸ, ਫਿਲਾਸਫੀ ਐਂਡ ਇਕਨੋਮਿਕਸ ਦੀ ਡਿਗਰੀ ਆਫਰ ਹੋਈ ANU ਵਿੱਚ, ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, ਜਿੱਥੇ ਮੈਂ ਕਰੰਟਲੀ ਪੜ੍ਹ ਰਹੀ ਹਾਂ। ਤੇ ਉਹ ਮੈਂ ਲੈ ਲਈ। ਫਿਰ ਮੈਂ ਅਗਲੇ ਸਾਲ ਦੁਬਾਰਾ ਐਗਜ਼ਾਮਸ ਦਿੱਤੇ ਮੈਡੀਸਨ ਦੇ, ਫਿਰ ਮੈਨੂੰ ਐਡਮਿਸ਼ਨ ਮਿਲ ਗਈ ਮੈਡੀਸਨ ਦੀ। ਲੇਕਿਨ ਉਸ ਸਮੇਂ ਕੀ ਹੋਇਆ, 1 ਸਾਲ ਦੇ ਦੌਰਾਨ ਵਿੱਚ ਮੈਂ ਕਾਫੀ ਕੁਝ ਐਕਸਪਲੋਰ ਕਰ ਚੁੱਕੀ ਸੀ ਲਾਅ ਤੇ ਪੋਲਿਟਿਕਸ ਦੀ ਫੀਲਡ ਵਿੱਚ, ਖਾਸ ਤੌਰ ਤੇ ਇਹਨਾਂ 2 ਏਰੀਆਜ਼ ਵਿੱਚ। ਤੇ ਮੈਂ ਇੰਟਰਨਸ਼ਿਪ ਵੀ ਕਰ ਚੁੱਕੀ ਸੀ ਲੈਜਿਸਲੇਟਿਵ ਅਸੈਂਬਲੀ ਤੇ, ਰੇਡੀਓ ਤੇ ਵੀ ਥੋੜਾ ਜਿਹਾ ਵਿੱਚ ਜਾਂਦੀ ਸੀ ਉਹ ਪਬਲਿਕ ਪੋਲਿਟਿਕਸ ਡਾਇਮੈਂਸ਼ਨ ਐਕਸਪਲੋਰ ਕਰਨ। ਤੇ ਮੈਨੂੰ ਇੱਕ ਆਪਣਾ ਕਰੀਅਰ ਨਜ਼ਰ ਆਉਣ ਲੱਗਿਆ ਕਿ ਸ਼ਾਇਦ ਲਾਅ ਤੇ ਏਵਲੀ ਫੀਲਡ ਵਿੱਚ ਬਿਹਤਰ ਹੋ ਸਕਦਾ ਹੈ ਮੇਰੇ ਲਈ, ਤੇ ਫਿਰ ਮੈਂ ਮੈਡੀਸਨ ਆਪਣੀ ਚੋਇਸ ਨਾਲ ਛੋੜੀ। ਉਸ ਤੋਂ ਬਾਅਦ ਹਾਲਾਂਕਿ ਮੈਂ ਕਦੇ ਵੀ ਉਹ ਇਮੇਜਿਨ ਨਹੀਂ ਕਰ ਸਕਦੀ ਸੀ ਕਿ ਮੈਂ ਉਹ ਡਿਸੀਜਨ ਲੈਂਦੀ ਈਅਰ 12 ਤੋਂ ਬਾਅਦ। ਤੇ ਮੈਨੂੰ ਥੋੜੀ ਜਿਹੀ ਉਹ ਅਫਸੋਸ ਵੀ ਲੱਗਦਾ ਹੈ ਕਿ ਇੰਨੀ ਮਿਹਨਤ ਕੀਤੀ ਤੇ ਮੈਡੀਸਨ ਨਹੀਂ ਮਿਲੀ, ਜਾਂ ਮਿਲੀ ਤੇ ਘਰੋਂ ਦੂਰ ਮਿਲੀ। ਤੇ ਲੇਕਿਨ ਐਟ ਦੀ ਐਂਡ ਆਫ ਦ ਡੇ ਅਗਰ ਮੈਂ ਸੋਚਾਂ ਤੇ ਅੱਜ ਜਿੱਥੇ ਮਹਾਰਾਜ ਨੇ ਪਹੁੰਚਾਇਆ ਹੈ, ਉਸ ਤੋਂ ਬਿਹਤਰ ਮੈਂ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਕਿ ਇੰਨੇ ਕੰਫਰਟੇਬਲ ਤਰੀਕੇ ਨਾਲ ਜਾਂ ਓਪਰਚੁਨਿਟੀਜ਼ ਆਉਂਦੀਆਂ ਰਹਿੰਦੀਆਂ। ਤੇ ਇੱਕ ਹੋਰ ਗੱਲ ਇਹਦੇ ਨਾਲ ਬੜੀ ਵਧੀਆ ਹੋਈ, ਮੈਂ ਘਰ ਰਹੀ, ਆਪਣੇ ਪੇਰੈਂਟਸ ਨਾਲ ਰਹੀ, ਪੇਰੈਂਟਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਈਅਰ 12 ਤੋਂ ਬਾਅਦ। ਕਿਉਂਕਿ ਈਅਰ 12 ਤੱਕ ਅਸੀਂ ਬਹੁਤ ਬਿਜ਼ੀ ਹੁੰਦੇ ਹਾਂ। ਪੇਰੈਂਟਸ ਤੇ ਹੋਰ ਜਿਹੜੇ ਸਾਡੇ ਇੱਥੇ ਬਜ਼ੁਰਗ ਵੀ ਹਨ, ਜਿਸ ਤਰ੍ਹਾਂ ਮੇਰੇ ਦਾਦਾ ਜੀ ਹਨ, ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੇ ਜਿਸ ਤਰ੍ਹਾਂ ਹੁਣੇ ਪਰਮਿੰਦਰ ਵੀਰ ਜੀ ਦਾ ਸੈਸ਼ਨ ਹੋ ਰਿਹਾ ਸੀਗਾ, ਉਹ ਕੀਰਤਨ ਕਲਾਸਿਸ ਕਰਦੇ ਨੇ, ਉਹਨਾਂ ਦੀ ਕੀਰਤਨ ਕਲਾਸਿਸ ਵਿੱਚ ਜਾਣ ਦਾ ਮੌਕਾ ਮਿਲਿਆ ਹਰ ਹਫਤੇ। ਤੇ ਇਸ ਤਰ੍ਹਾਂ ਜੇ ਬਹੁਤ ਸਾਰੀ ਚੀਜ਼ਾਂ, ਜੇ ਮੈਂ ਉਹ ਨਹੀਂ ਹੁੰਦਾ, ਅਗਰ ਮੈਂ ਹਾਈਂਡਸਾਈਟ ਵਿੱਚ ਦੇਖਾਂ, ਤੇ ਬਹੁਤ ਵਧੀਆ ਹੋਇਆ ਜੋ ਹੋਇਆ। ਤੇ ਉਹੀ ਗੱਲ ਹੈ ਕਿ ਸੋਚਦੇ ਅਸੀਂ ਕੁਝ ਹੋ ਰਹਾ ਹੋ, ਕੁਝ ਹੋ ਜਾਂਦਾ ਹੈ। ਲੇਕਿਨ ਉਹੀ ਹੈ ਨਾ, ਉਹ ਕਹਿੰਦਾ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਤੇ ਉਹੀ ਗੱਲ ਹੈ ਫਿਰ ਐਂਡ ਵਿੱਚ ਤਾਂ। ਬਹੁਤ ਬਹੁਤ ਹੀ ਖੂਬ। ਤੇ ਆਈ ਥਿੰਕ ਜਿਹੜੇ ਬੱਚੇ ਨੇ ਉਹ ਬਹੁਤ ਜ਼ਿਆਦਾ ਰਿਲੇਟ ਵੀ ਕਰ ਪਾਉਣਗੇ, ਐਂਡ ਮੇਰੇ ਵਰਗੇ ਵੀ ਰਿਲੇਟ ਕਰ ਪਾਉਣਗੇ, ਕਿਉਂਕਿ ਅਸੀਂ ਪ੍ਰੋਫੈਸ਼ਨਲੀ ਅਸੀਂ ਡਿਗਰੀ ਕੋਈ ਹੋਰ ਦੀ ਲੈਂਦੇ ਹਾਂ ਤੇ ਅਸੀਂ ਜੌਬਸ ਕਿਤੇ ਹੋਰ ਕਰਦੇ ਪਏ ਹਾਂ। ਤੇ ਅਲਟੀਮੇਟਲੀ ਸਾਨੂੰ ਲੱਗਦਾ ਵੀ ਜਿਹੜਾ ਸਾਡਾ ਉਦਮ ਹੈ, ਗੁਰੂ ਪਾਤਸ਼ਾਹ ਜੀ ਸਾਨੂੰ ਉਦਮ ਕਰਨਾ ਸਿਖਾਉਂਦੇ ਆ ਵੀ ਜਿੱਥੇ ਵੀ ਹੋਵੋ
ਤੁਸੀਂ ਆਪਣਾ ਬੈਸਟ ਦਿਵੋ। ਆਈ ਥਿੰਕ ਇਹੀ ਸਾਡੇ ਵਾਸਤੇ ਸਾਡਾ ਸਭ ਤੋਂ ਵੱਡਾ ਰੋਲ ਹੈ। ਐਂਡ ਆਪ ਜੀ ਨੇ ਤਾਂ ਹੱਡ ਬੀਤੀ ਹੈ ਆਪ ਜੀ ਦੀ, ਕਿ ਆਪ ਜੀ ਨੇ, ਕਿਉਂਕਿ ਮੈਡੀਸਨ ਐਂਡ ਮੈਡੀਕਲ ਸਾਇੰਸ ਦੇ ਬੱਚੇ ਬਹੁਤ ਤਿਆਰੀਆਂ ਕਰਦੇ ਨੇ ਬਟ ਸਮਹਾਉ ਨਹੀਂ ਕਰ ਪਾਉਂਦੇ। ਬਟ ਆਪ ਜੀ ਨੇ ਬਹੁਤ ਪਿਆਰਾ ਦੱਸਿਆ ਕਿ ਆਪਾਂ ਜਿੱਥੇ ਵੀ ਹਾਂ ਉਹ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਉਹਨਾਂ ਨੇ ਭਲਾ ਹੀ ਮਨਾਣਾ ਹੈ ਜਿੱਥੇ ਵੀ ਅਸੀਂ ਰਹੀਏ। ਇਹਦੇ ਨਾਲ ਨਾਲ ਮੇਰੇ ਮਨ ਵਿੱਚ ਇੱਕ ਹੋਰ ਸਵਾਲ ਪੈਦਾ ਹੋ ਰਿਹਾ ਕਿ ਜਿੱਥੇ ਆਪ ਜੀ ਨੇ ਪੜ੍ਹਾਈ ਦੇ ਵਿੱਚ ਆਪਾਂ ਜਿਵੇਂ ਅਵਾਰਡਸ ਵੀ ਆਪ ਜੀ ਨੇ ਜਿੱਤੇ ਨੇ ਤੇ ਬਥੇਰੀਆਂ ਮੱਲਾਂ ਤੁਸੀਂ ਮਾਰੀਆਂ ਨੇ ਉੱਥੇ, ਨਾਲ ਦੀ ਨਾਲ ਸਪੋਰਟਸ ਤੇ ਕਮਿਊਨਿਟੀ ਸਰਵਿਸ ਵੀ ਤੁਸੀਂ ਨਾਲ ਨਾਲ ਪੈਰਲਲ ਚਲਾਉਂਦੇ ਰਹੇ ਹੋ। ਸੋ ਮੇਰਾ ਕੁਐਸਚਨ ਇਹਦੇ ਰਿਲੇਟਡ ਹੈ ਕਿ ਆਪ ਜੀ ਦੀ ਕੀ ਇਨਸਪੀਰੇਸ਼ਨ ਰਹੀ ਹੈ ਕਿ ਤੁਸੀਂ ਸਟੱਡੀਜ਼ ਦੇ ਨਾਲ ਨਾਲ ਆਪ ਜੀ ਕਮਿਊਨਿਟੀ ਸਰਵਿਸ ਵੀ ਕਰਦੇ ਰਹੇ? ਕੋਈ ਸੀਗਾ ਜਿਵੇਂ ਆਪ ਜੀ ਨੇ ਆਪਣੇ ਦਾਦਾ ਜੀ ਦਾ ਗ੍ਰੈਂਡ ਪੇਰੈਂਟਸ ਦਾ ਨਾਂ ਲਿੱਤਾ, ਹੋਰ ਵੀ ਤੁਹਾਨੂੰ ਲੱਗਦਾ ਕੋਈ ਐਦਾਂ ਕੋਈ ਚੋਟ ਲੱਗੀ ਜਾਂ ਕੋਈ ਐਦਾਂ ਦਾ ਰਿਸੋਰਸ ਸੀਗਾ ਜਿਹੜਾ ਆਪ ਜੀ ਨੂੰ ਗੁਰੂ ਨਾਲ ਜਾਂ ਇਹਨੂੰ ਕਮਿਊਨਿਟੀ ਦੇ ਨਾਲ ਸਰਵਿਸਿਜ਼ ਦੇ ਨਾਲ ਜੋੜਦਾ ਗਿਆ? ਜੀ ਤੁਸੀਂ ਦੋ ਚੀਜ਼ਾਂ ਮੈਂਸ਼ਨ ਕੀਤੀਆਂ, ਸਪੋਰਟਸ ਤੇ ਕਮਿਊਨਿਟੀ ਸਰਵਿਸ। ਜਿਸ ਤਰ੍ਹਾਂ ਸਿੱਖ ਐਜ਼ ਅ ਸਿੱਖ ਸਾਨੂੰ ਸੰਤ ਸਿਪਾਹੀ ਦਾ ਦੱਸਿਆ ਸਿਧਾਂਤ ਹੈਗਾ ਸਾਡਾ, ਤੇ ਹਮੇਸ਼ਾ ਹੀ ਕਦੀ ਮਤਲਬ ਇਸ ਤਰ੍ਹਾਂ ਸੋਚ ਕੇ ਨਹੀਂ ਸਪੋਰਟਸ ਵਿੱਚ ਗਏ ਸੀ ਕਿ ਸੰਤ ਸਿਪਾਹੀ ਦਾ ਸਿਧਾਂਤ ਹੈ ਤੇ ਸਪੋਰਟਸ ਵਿੱਚ ਜਾਣਾ ਹੈ। ਲੇਕਿਨ ਅਗਰ ਮੈਂ ਪਿੱਛੇ ਦੇਖਾਂ ਤੇ ਸ਼ਾਇਦ ਉਹ ਆਪਣੇ ਆਪ ਹੀ ਮਹਾਰਾਜ ਕਿਰਪਾ ਕਰਦੇ ਆ ਤੇ ਸਪੋਰਟਸ ਵਿੱਚ ਇਸ ਤਰ੍ਹਾਂ ਸਕੂਲ ਦੇ ਵੱਲੋਂ ਗਏ, ਪੇਰੈਂਟਸ ਨੇ ਪਹਿਲੇ ਜਿਸ ਤਰ੍ਹਾਂ ਟੈਨਿਸ ਵਿੱਚ ਮੈਨੂੰ ਪ੍ਰੋਫੈਸ਼ਨਲ ਕੋਚਿੰਗ ਵਿੱਚ ਪਾਇਆ ਬਹੁਤ ਛੋਟੀ ਉਮਰ ਤੋਂ। ਮੇਰੇ ਫਾਦਰ ਵੀ ਖੇਲਦੇ ਸੀ ਟੈਨਿਸ, ਉਹਨਾਂ ਨਾਲ ਵੀ ਖੇਲਣਾ ਤੇ ਉਸ ਤਰ੍ਹਾਂ ਹੀ ਮਤਲਬ ਉਹ ਲੈਡਰ ਤੁਸੀਂ ਕਲਾਈਮ ਕਰਦੇ ਹੋ, ਕੰਪੀਟੀਸ਼ਨਸ ਕਰਦੇ ਹੋ ਤੇ ਉਹ ਸਭ। ਬਾਕੀ ਕਮਿਊਨਿਟੀ ਸਰਵਿਸ ਦਾ ਵੀ ਇਹੀ ਸੀਗਾ, ਮੈਨੂੰ ਐਸਾ ਥੋੜਾ ਸਟ੍ਰੈਸ ਰਿਲੀਵ ਹੁੰਦਾ ਸੀ ਜੇ ਤੁਸੀਂ ਕੁਝ ਵੀ ਕਮਿਊਨਿਟੀ ਸਰਵਿਸ ਤੇ ਕੀਤੀ ਜਾਂ ਆਫਰ ਆਈ ਕਿ ਤੁਸੀਂ ਹੁਣ ਇੱਥੇ ਜਾ ਕੇ ਮਤਲਬ ਛੋਟੇ ਬੱਚਿਆਂ ਨੂੰ ਤੁਸੀਂ ਮਤਲਬ ਹੈਲਪ ਕਰਨੀ ਹੈ ਜਾਂ ਉਹਨਾਂ ਨੂੰ ਕੁਝ ਆਪਣੇ ਜੀਵਨ ਬਾਰੇ ਦੱਸਣਾ ਹੈ। ਸਕੂਲ ਵੱਲੋਂ ਵੀ ਇਸ ਤਰ੍ਹਾਂ ਜੇ ਆਉਂਦੇ ਸੀਗੇ ਤੇ ਉਹ ਕਰਕੇ ਖੁਸ਼ੀ ਮਿਲਦੀ ਸੀ। ਟਾਈਮ ਲੱਗਦਾ ਸੀਗਾ, ਪੜ੍ਹਾਈ ਤੋਂ ਦੂਰ ਲੱਗਦਾ ਸੀ ਟਾਈਮ, ਲੇਕਿਨ ਇੱਕ ਤਰ੍ਹਾਂ ਦੀ ਖੁਸ਼ੀ ਵੀ ਮਿਲਦੀ ਸੀਗੀ ਕੁਝ ਹੋਰ ਕਰਕੇ। ਸ਼ਾਇਦ ਤੁਸੀਂ ਕਹਿ ਸਕਦੇ ਹੋ ਕਿਸੇ ਹੋਰ ਨੂੰ ਖੁਸ਼ੀ ਪਹੁੰਚਾ ਕੇ ਜੋ ਖੁਸ਼ੀ ਮਿਲਦੀ ਹੈ, ਉਸ ਸਮੇਂ ਨਹੀਂ ਸਮਝ ਸੀ ਇਸ ਗੱਲ ਦੀ, ਲੇਕਿਨ ਹੁਣ ਮੈਂ ਪਿੱਛੇ ਦੇਖਾਂ ਤੇ ਜਦ ਕਿਸੇ ਹੋਰ ਨੂੰ ਅਸੀਂ ਖੁਸ਼ੀ ਪਹੁੰਚਾਉਂਦੇ ਹਾਂ ਉਹ ਰਿਫਲੈਕਟ ਹੋ ਕੇ ਮੇਰੇ ਖਿਆਲ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਕੋਲ ਵਾਪਸ ਆਉਂਦੀ ਹੈ ਤੇ ਮੈਨੂੰ ਲੱਗਦਾ ਉਹੀ ਇਨਸਪੀਰੇਸ਼ਨ ਸੀ। ਲੇਕਿਨ ਜੇ ਮੈਂ ਓਨੈਸਟਲੀ ਸੋਚਾਂ ਉਸ ਸਮੇਂ ਕੁਝ ਐਸਾ ਸੋਚ ਕੇ ਨਹੀਂ ਕੀਤਾ ਕਿ ਮੈਂ ਕਮਿਊਨਿਟੀ ਸਰਵਿਸ ਕਰਨੀ ਹੈ ਇਸ ਕਰਕੇ ਕਿਉਂਕਿ ਇਹ ਮੈਨੂੰ ਵਾਪਸ ਖੁਸ਼ੀ ਦੇਗੀ, ਜਾਂ ਮੈਂ ਸਪੋਰਟਸ ਖੇਲਣੀ ਹੈ ਕਿਉਂਕਿ ਇਹ ਮੇਰੀ ਸਿਹਤ ਬਣਾਉਣਗੇ। ਉਹ ਆਪਣੇ ਆਪ ਹੀ ਹੁੰਦਾ ਰਿਹਾ। ਲੇਕਿਨ ਇਹ ਮੈਂ ਜ਼ਰੂਰ ਕਹਿ ਸਕਦੀ ਹਾਂ ਜੋ ਵੀ ਕੀਤਾ ਮੈਂ ਹਮੇਸ਼ਾ ਇਹੀ ਕੋਸ਼ਿਸ਼ ਕਰਦੀ ਸੀ ਕਿ ਮੈਂ ਉਹਦੇ ਵਿੱਚ 110% ਆਪਣਾ ਪਾਣਾ ਹੈ। ਤੇ ਇਹ ਮੈਂ ਇਸ ਲਈ ਕਹਿ ਸਕਦੀ ਹਾਂ ਕਿ ਜਦ ਮੈਂ ਕੁਝ ਵੀ ਕਰ ਰਹੀ ਹੁੰਦੀ ਸੀ ਨਾ ਦੂਸਰੀ ਚੀਜ਼ਾਂ ਭੁੱਲ ਜਾਂਦੀ ਸੀ ਉਹਦੇ ਬਾਰੇ। ਇਸ ਤਰ੍ਹਾਂ ਕਹਿ ਸਕਦੇ ਹੋ ਫॉर ਐਗਜ਼ਾਮਪਲ ਅਗਰ ਮੈਂ ਟੈਨਿਸ ਮੈਚ ਖੇਲ ਰਹੀ ਹਾਂ ਤੇ ਮੈਨੂੰ ਹੋਰ ਕੁਝ ਯਾਦ ਨਹੀਂ ਰਹਿੰਦਾ ਸੀ ਸਿਵਾਏ ਉਸ ਅਗਲੇ ਸ਼ਾਟ ਦੇ। ਅਗਰ ਕਮਿਊਨਿਟੀ ਸਰਵਿਸ ਵੀ ਕਰ ਰਹੀ ਹਾਂ, ਰੇਡੀਓ ਤੇ ਬੋਲ ਰਹੀ ਹਾਂ ਤੇ ਕੁਝ ਧਿਆਨ ਨਹੀਂ ਰਹਿੰਦਾ ਸੀ ਸਿਵਾਏ ਉਸ ਕੰਮ ਦੇ ਜਿਹੜਾ ਮੇਰੇ ਸਾਹਮਣੇ ਹੈ। ਤੇ ਮੈਨੂੰ ਲੱਗਦਾ ਉਹ ਫੋਕਸ ਕਰਕੇ ਸ਼ਾਇਦ ਉਹ ਕੰਮ ਵਧੀਆ ਵੀ ਹੋ ਪਾਏ। ਤੇ ਹਾਂਜੀ, ਆਈ ਹੋਪ ਆਈ ਆਨਸਰਡ ਦ ਹਾਂਜੀ ਕੁਐਸਚਨ। ਨਹੀਂ ਬਹੁਤ ਵਧੀਆ ਜੀ। ਮੈਨੂੰ ਲੱਗਦਾ ਆਪ ਜੀ ਨੇ ਬਹੁਤ ਜ਼ਿਆਦਾ ਚੀਜ਼ਾਂ ਨਾਲ ਸ਼ੇਅਰ ਕੀਤੀਆਂ ਨੇ ਬੱਚਿਆਂ ਵਾਸਤੇ ਐਂਡ ਮੇਰੇ ਵਾਸਤੇ ਬਹੁਤ ਜ਼ਿਆਦਾ। ਆਪ ਜੀ ਜਿਹੜੀ ਸਾਂਝ ਪਾ ਰਹੇ ਹੋ ਕਿ ਕਹਿੰਦੇ ਨੇ, ਮਤਲਬ ਮੇਰੇ ਘਰ ਦੇ ਵੀ ਕਹਿੰਦੇ ਵੀ ਇੱਕ ਕੰਮ ਕਰੋ ਤੇ ਕਰੋ ਚੱਜ ਨਾਲ, ਹਨਾ, ਕਿ ਆਪਾਂ ਆਪਣੇ ਦਿਮਾਗ ਨੂੰ ਆਪਾਂ 10-10 ਜਗ੍ਹਾ ਤੇ ਰੱਖਦੇ ਹਾਂ। ਕਿ ਹੁਣ ਅੱਜ ਕੱਲ੍ਹ ਟ੍ਰੈਂਡ ਬੜਾ ਚੱਲ ਰਿਹਾ, ਅਸੀਂ ਕਿਤਾਬ ਵੀ ਰੱਖ ਲੈਂਦੇ ਹਾਂ ਨਾਲ, ਆਪਾਂ ਮੋਬਾਈਲ ਵੀ ਰੱਖ ਲੈਂਦੇ ਹਾਂ, ਸਾਡਾ ਨਾਲ ਸਨੈਪਚੈਟ ਵੀ ਚੱਲਦਾ, ਸਾਡਾ ਵਟਸਐਪ ਵੀ ਚੱਲਦਾ, ਨਾਲ ਪੜ੍ਹਾਈਆਂ ਵੀ ਚੱਲਦੀਆਂ, ਨਾਲ ਟੀਵੀ ਵੀ ਚੱਲਦਾ, ਨਾਲ ਸਾਡੇ ਘਰ ਦੇ ਉਸੇ ਰੂਮ ਵਿੱਚ ਬੈਠ ਕੇ ਗੱਲਾਂ ਵੀ ਕਰਦੇ ਪਏ ਨੇ। ਤੇ ਫਿਰ ਅਸੀਂ ਕਹਿੰਦੇ ਹਾਂ ਵੀ ਅਸੀਂ ਅਵਾਰਡਸ ਜਾਂ ਆਪਾਂ ਫਸਟ ਆਉਣਾ। ਮੈਨੂੰ ਲੱਗਦਾ ਵੀ ਉਹ ਅਸੀਂ ਡਿਫੀਟ ਕਰ ਦਿੰਦੇ ਹਾਂ ਪਰਪਸ। ਆਪ ਜੀ ਜੇ ਇੰਨੇ ਕੰਪੀਟੀਸ਼ਨਸ ਨੂੰ ਜਿੱਤ ਵੀ ਪਾਇਓ ਤਾਂ ਆਈ ਥਿੰਕ ਇਸੇ ਕਰਕੇ ਕਿ ਆਪ ਜੀ ਜਿਹੜੇ ਕੰਮ ਕਰਦੇ ਹੋ ਫੋਕਸ ਦੇ ਨਾਲ ਹੀ ਕਰਦੇ ਹੋ। ਸੋ ਮੈਂ ਐਕਚੁਅਲੀ ਇੱਕ ਸਲਾਈਡ ਆਪ ਜੀ ਦੇ ਨਾਲ ਹੁਣੇ ਮੈਂ ਸ਼ੇਅਰ ਕਰਨ ਲੱਗਾ, ਬਟ ਇਸ ਤੋਂ ਪਹਿਲਾਂ ਮੈਂ ਆਪ ਜੀ ਨਾਲ ਇਸੇ ਕੁਐਸਚਨ ਦੇ ਰਿਲੇਟਡ ਪੁੱਛਣਾ ਚਾਹੁੰਦਾ ਵੀ ਕਿਉਂਕਿ ਤੁਸੀਂ ਕਿਹਾ ਕਿ ਤੁਸੀਂ ਗ੍ਰੈਂਡ ਪੇਰੈਂਟਸ ਦੇ ਨਾਲ ਵੀ ਤੁਹਾਡਾ ਬੜੀ ਸਾਂਝ ਰਹੀ ਹੈ ਤੇ ਆਪਾਂ ਜਦ ਪਹਿਲਾਂ ਵੀ ਗੱਲ ਕੀਤੀ ਸੀ ਤਾਂ ਵੀ ਆਪ ਜੀ ਨੇ ਦੱਸਿਆ ਉਹਨਾਂ ਬਾਰੇ, ਉਹਨਾਂ ਦਾ ਜਿਹੜਾ ਬੌਂਡ ਹੈ ਤੁਸੀਂ, ਕਿਉਂਕਿ ਮੈਨੂੰ ਲੱਗਦਾ ਵੀ ਆਪਾਂ ਕਹਿੰਦੇ ਹਾਂ ਕਿ ਮੀਰੀ ਪੀਰੀ ਆਪਾਂ ਐਲੇ ਕਨਸੈਪਟਸ, ਕਿਉਂਕਿ ਅੱਜ ਤੱਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਹੈ ਤੇ ਅਸੀਂ ਹੁਣ ਆਪ ਜੀ ਦੇ ਨਾਲ ਗੱਲ ਕਰ ਰਹੇ ਹਾਂ ਉਹਦੇ ਸੰਤ ਸਿਪਾਹੀ ਬਾਰੇ ਵੀ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਇਹ ਜੜ ਸੀਗੀ ਹੈ ਕਿਤੇ ਨਾ ਗ੍ਰੈਂਡ ਪੇਰੈਂਟਸ ਨੇ, ਬਜ਼ੁਰਗਾਂ ਨੇ ਆਪ ਜੀ ਦੇ ਵਿੱਚ ਪਾਈ ਹੋਈ ਸੀ? ਸ਼ਾਇਦ ਕੌਨਸ਼ੀਅਸ ਮਾਈਂਡ ਵਿੱਚ ਸਾਨੂੰ ਪਤਾ ਨਹੀਂ ਸੀਗਾ ਕਿ ਅਸੀਂ ਕਰ ਰਹੇ ਹਾਂ, ਬਟ ਸਬ ਕੌਨਸ਼ੀਅਸਲੀ ਉਹ ਚੱਲਦਾ ਪਿਆ ਸੀਗਾ। ਕੁਝ ਸ਼ੇਅਰ ਕਰਨਾ 100% ਜੀ। ਹਾਂਜੀ। ਤੇ ਜਿਸ ਤਰ੍ਹਾਂ ਤੁਸੀਂ ਕਿਹਾ ਮੇਰਾ ਜਨਮ ਚੰਡੀਗੜ੍ਹ 'ਚ ਹੀ ਹੋਇਆ ਤੇ ਤਕਰੀਬਨ 4 ਸਾਲ ਦੀ ਉਮਰ ਤੱਕ ਉੱਥੇ ਗੁਜ਼ਾਰੇ।
ਜਿੱਥੇ ਤੱਕ ਬੌਂਡ ਦਾ ਤਾਲੁਕ ਹੈ, ਦਾਦਾ ਜੀ ਮੇਰੇ ਸੀਗੇ, ਰੋਜ਼ ਅੰਬ ਸਾਹਿਬ ਜਾਂਦੇ ਸੀ ਸਵੇਰੇ, ਤੇ ਮੈਂ ਉਹਨਾਂ ਨਾਲ ਰੋਜ਼ ਜਾਣਾ, ਉਹਨਾਂ ਨੇ ਮੈਨੂੰ ਲੈ ਕੇ ਜਾਣਾ ਰੋਜ਼, ਤੇ ਨਾਲੇ ਉਹਨਾਂ ਨੇ ਚੀਜ਼ਾਂ ਦੱਸਣੀਆਂ ਕਿ ਅੱਛਾ ਮੱਥਾ ਅਸੀਂ ਟੇਕ ਰਹੇ ਹਾਂ, ਹੁਣ ਗੁਰੂ ਮਹਾਰਾਜ ਦੇ ਅੱਗੇ ਸਜਦਾ ਕਰ ਰਹੇ ਹਾਂ। ਤੇ ਜੋੜਿਆਂ ਦੀ ਸੇਵਾ ਮੈਨੂੰ ਯਾਦ ਹੈ, ਅੰਬ ਸਾਹਿਬ ਜੋੜਾ ਕਰਵਾਉਂਦਾ ਸੀਗਾ, ਉੱਥੇ ਬੈਠ ਕੇ ਉਹ ਜਿਸ ਤਰ੍ਹਾਂ ਕਰਦੇ ਉਹ ਦੇਖਿਆ। ਤੇ ਇਹ ਸਭ ਚੀਜ਼ਾਂ ਮੇਰੇ ਖਿਆਲ ਜਦ ਮੈਂ ਛੋਟੀ ਸੀ, ਉਹ ਸਾਰੀ ਚੀਜ਼ਾਂ ਇੱਕ ਭਾਵਨਾ ਡਿਵੈਲਪ ਕਰਨ ਵਾਸਤੇ ਜਾਂ ਇੱਕ ਸਿੱਖੀ ਪ੍ਰਤਾ ਪਿਆਰ ਡਿਵੈਲਪ ਕਰਨ ਵਾਸਤੇ ਐਟ ਦ ਬੈਕ ਆਫ ਮਾਈਂਡ ਉਹ ਸਾਰਾ ਕੰਮ ਹੋ ਰਿਹਾ ਸੀਗਾ। ਕਿਉਂਕਿ ਜਦ ਮੈਂ ਦੇਖਦੀ ਸੀ ਲੋਕੀ ਇੰਨੇ ਮਤਲਬ ਭਾਵਨਾ ਨਾਲ ਜਦ ਗੁਰਦੁਆਰੇ ਆ ਰਹੇ, ਉਹ ਐਟਮੋਸਫੀਅਰ ਵਿਦਿਨ ਇਟਸੈਲਫ ਮੈਨੂੰ ਲੱਗਦਾ ਐਜ਼ ਸੋਰਟ ਆਫ ਇੰਪੈਕਟ ਕਰਦਾ ਹੈ ਐਜ਼ ਬੱਚੇ ਨੂੰ, ਕਿਉਂਕਿ ਮੈਨੂੰ ਲੱਗਦਾ ਕਿ ਕੁਛ ਨਾ ਕੁਛ ਤਾਂ ਰੁਮਾਲਾ ਸਾਹਿਬ ਦੇ ਖਾਸ ਹੋਣਾ ਹੀ ਹੈ ਕਿ ਇੰਨਾ ਅਸੀਂ ਮਤਲਬ ਇੱਕ ਗੁਰਦੁਆਰਾ ਹੈਗਾ ਤੇ ਇੰਨੀ ਭਾਵਨਾ ਇੱਥੇ ਹੈਗੀ ਹੈ। ਤੇ ਉਹ ਇੱਕ ਚੀਜ਼ ਸੀਗੀ। ਇੱਕ ਹੋਰ ਚੀਜ਼ ਸੀਗੀ, ਮੇਰੇ ਦਾਦਾ ਜੀ ਰੋਜ਼ ਅਸੀਂ ਜਿਸ ਤਰ੍ਹਾਂ ਸਵੇਰ ਦਾ ਨਿਤਨੇਮ ਤਾਂ ਖੈਰ ਨਹੀਂ, ਲੇਕਿਨ ਰਹਿਰਾਸ ਸਾਹਿਬ ਤੇ ਸੋਹਲਾ ਸਾਹਿਬ ਹਮੇਸ਼ਾ ਰੋਜ਼ ਦਾਦਾ ਜੀ ਨਾਲ ਕਰਦੇ ਸੀਗੇ। ਤੇ ਉਹਨਾਂ ਨੇ ਪਹਿਲੇ ਕਰਾਣਾ, ਫਿਰ ਉਹਨਾਂ ਨੇ ਕਹਿਣਾ ਕਿ ਤੁਸੀਂ ਹੁਣ ਕਰੋ। ਉਹਨਾਂ ਨੇ ਗਲਤੀਆਂ ਕੱਢੀਆਂ ਕਾਫੀ ਤੇ ਬਹੁਤ ਵਧੀਆ। ਹਾਂਜੀ, ਉਹਨਾਂ ਨੇ ਕਰਾਣਾ। ਤੇ ਤਾਂ ਖੈਰ ਅਰਥ ਦੇ ਸਮਝ ਤਾਂ ਨਹੀਂ ਸੀਗੀ, ਲੇਕਿਨ ਗੁਰਬਾਣੀ ਜਿਸ ਤਰ੍ਹਾਂ ਉਹਨਾਂ ਨੇ ਕੰਠ ਕਰਾਈ ਕਾਫੀ। ਤੇ ਰਾਤੀ ਜਿਸ ਤਰ੍ਹਾਂ ਇੱਕ ਐਕਚੁਅਲੀ ਗੱਲ ਇੱਥੇ ਸੀਗੀ, ਸ਼ਾਇਦ ਇੱਥੇ ਮੈਂ ਸ਼ੇਅਰ ਕਰ ਸਕਦੀ ਹਾਂ। ਮੈਨੂੰ ਰਾਤੀ ਨਾ ਜਿਸ ਤਰ੍ਹਾਂ ਹਨੇਰੇ ਵਿੱਚ when I was younger ਮੈਨੂੰ ਹਨੇਰੇ ਤੋਂ ਬਹੁਤ ਡਰ ਲੱਗਦਾ ਸੀ। ਮੈਨੂੰ ਲੱਗਦਾ ਸੀ ਜੇ ਮੈਂ ਆਪਣੀ ਅੱਖਾਂ ਬੰਦ ਕਰਕੇ ਸੋਵਾਂਗੀ ਮੈਂ ਸਵੇਰ ਤੱਕ ਬਲਾਈਂਡ ਹੋ ਜਾਵਾਂਗੀ। ਐਸੀ ਮੇਰੀ ਫੀਲਿੰਗ ਸੀ। ਮੈਂ ਨਹੀਂ ਕਹਿ ਸਕਦੀ ਹਾਂ ਕਿਉਂ, ਹੁਣ ਮੈਨੂੰ ਕਾਫੀ ਹਾਸਾ ਆਉਂਦਾ ਹੈ, ਲੇਕਿਨ ਉਸ ਸਮੇਂ ਮੈਨੂੰ ਇੱਕ ਗੱਲ ਯਾਦ ਹੈਗੀ ਹੈ। ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਵਾਹਿਗੁਰੂ ਵਾਹਿਗੁਰੂ ਕਰਕੇ ਸੋਵੋ ਤੇ ਗੁਰੂ ਮਹਾਰਾਜ ਸਾਡੀ ਦੀਵਾਰ ਬਣ ਕੇ ਰੱਖਿਆ ਕਰਨਗੇ ਤੇ ਕੁਛ ਤੁਹਾਨੂੰ ਟੱਚ ਨਹੀਂ ਕਰ ਸਕਦਾ। ਤੇ ਇਸ ਤਰ੍ਹਾਂ ਜਿੱਦਾਂ ਉਹਨਾਂ ਨੇ ਸਾਖੀਆਂ ਵੀ ਸੁਣਾਉਣੀਆਂ, ਉਹਨਾਂ ਨੇ ਸੋਹਲਾ ਸਾਹਿਬ ਕਰਨਾ, ਰੱਖਿਆ ਦੇ ਸ਼ਬਦ ਵੀ ਪੜ੍ਹਨੇ ਰਾਤੀ। ਤੇ ਮੈਨੂੰ ਲੱਗਦਾ ਇਹ ਸਾਰੀ ਚੀਜ਼ਾਂ ਇੱਕ ਭਾਵਨਾ, ਇੱਕ ਗੁਰਬਾਣੀ ਪ੍ਰਤੀ ਪਿਆਰ ਡਿਵੈਲਪ ਕਰਨ ਵਾਸਤੇ ਇਹਨਾਂ ਨੇ ਕੰਮ ਕੀਤਾ, ਕਿਉਂਕਿ ਇਹਦੇ ਅੰਦਰ ਖੇਡ ਤਾਂ ਪ੍ਰੇਮ ਦੀ ਹੈ। ਤੇ ਉਹ ਮੈਨੂੰ ਲੱਗਦਾ ਫਾਊਂਡੇਸ਼ਨ ਬਹੁਤ ਜ਼ਰੂਰੀ ਸੀ, ਕਿਉਂਕਿ ਉੱਥੋਂ ਫਿਰ ਮੈਨੂੰ ਚਾਅ ਪੈਦਾ ਹੋਇਆ ਥੋੜਾ ਹੋਰ, ਮਤਲਬ ਹੁਣ ਇਸ ਤਰ੍ਹਾਂ ਦੀ ਫੀਲਿੰਗ ਆਈ ਕਿ ਠੀਕ ਹੈ ਗੁਰੂ ਸਾਹਿਬ ਜੀ ਮੇਰੇ ਹਮੇਸ਼ਾ ਨਾਲ ਹੈਗੇ ਹੈ। ਜਿਸ ਤਰ੍ਹਾਂ ਅਸੀਂ ਨਿਰਭਉ ਜਪੈ ਸਗਲ ਭਉ ਮਿਟੈ, ਉਸ ਤਰ੍ਹਾਂ ਦੀ ਫੀਲਿੰਗ ਗੁਰਬਾਣੀ ਜਿਸ ਤਰ੍ਹਾਂ ਹਰ ਸਮੇਂ ਰਾਤ ਡਰ ਲੱਗਦਾ ਸੀ, ਤੇ ਇਸ ਤਰ੍ਹਾਂ ਦੀ ਫੀਲਿੰਗ ਕ੍ਰੀਏਟ ਹੋਈ। ਸੋ ਹਾਂਜੀ, ਗੁਰਬਾਣੀ ਬਹੁਤ ਵਧੀਆ। ਮੈਨੂੰ ਲੱਗਦਾ ਆਪ ਜੀ ਦੇ ਹਰ ਇੱਕ ਸਵਾਲ ਦੇ ਨਾਲ ਇੱਕ ਗੁਰਬਾਣੀ ਦੀ ਤੁਕ ਨਾਲ ਹੁੰਦੀ ਹੈ, ਤੇ ਉਸ ਤੋਂ ਇਹੀ ਪਤਾ ਲੱਗਦਾ ਹੈ ਕਿ ਉਹ ਜਿਹੜੀ ਜਾਗ ਲੱਗੀ ਹੈ, ਉਹ ਜਿਹੜੇ ਰੂਟਸ ਵਿੱਚ ਜਿਹੜੀ ਬੀਜ ਪਾਇਆ ਹੋਇਆ, ਉਹ ਹੁਣ ਫਰੂਟਸ ਉਹਦੇ ਆਉਂਦੇ ਪਏ ਨੇ। ਐਂਡ ਕਿਤੇ ਨਾ ਕਿਤੇ ਆਪ ਜੀ ਨੇ ਬਹੁਤ ਹੀ ਪਿਆਰੀ ਇੱਕ ਜਰਨੀ ਦੱਸਤੀ ਹੈ ਹਰ ਇੱਕ ਇੰਡੀਵਿਜੂਅਲ ਦੀ। ਅਸੀਂ ਸਾਡੇ ਸਵਾਲ ਬਹੁਤ ਹੁੰਦੇ ਨੇ, ਅਸੀਂ ਗੁਰੂ ਘਰ ਕਿਉਂ ਜਾਈਏ, ਜਾਂ ਅਸੀਂ ਪਾਠ ਕਰਦੇ ਹਾਂ ਤਾਂ ਸਾਨੂੰ ਸਮਝ ਨਹੀਂ ਆਉਂਦਾ ਪਿਆ ਹੈਗਾ। ਬਟ ਆਪ ਜੀ ਨੇ ਬਹੁਤ ਹੀ ਪਿਆਰੇ ਤਰੀਕੇ ਨਾਲ ਕਿਹਾ ਵੀ ਉਹ ਬੈਕ ਆਫ ਦਾ ਮਾਈਂਡ ਇੱਕ ਭਾਵਨਾ ਬਣਾਉਂਦਾ ਵੀ ਜਿਸ ਦਰ ਤੇ ਇੰਨੇ ਲੋਕ ਆ ਕੇ ਝੁਕ ਰਹੇ ਨੇ, ਉਸ ਦਰ 'ਚ ਕੋਈ ਤਾਂ ਗੱਲ ਹੋਣੀ ਹੈ। ਸੋ ਐਂਡ ਨਾਲ ਆਪਾਂ ਜਿਹੜੇ ਸੰਗਤੀ ਰੂਪ ਵਿੱਚ ਆਪ ਜੀ ਦੇ ਦਾਦਾ ਜੀ ਆਪ ਜੀ ਦੀ ਸੰਗਤ ਬਣੇ ਕੌਨਸਟੈਂਟ। ਤੇ ਇਹਦੇ ਅੰਦਰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਸਾਡੇ ਪੇਰੈਂਟਸ ਨੇ, ਜਿਹੜੇ ਸਾਡੇ ਬ੍ਰਦਰ ਸਿਸਟਰਸ ਵੱਡੇ ਨੇ ਜਾਂ ਸੀਨੀਅਰਸ ਨੇ, ਉਹ ਗਾਈਡ ਨੇ, ਉਹਨਾਂ ਦਾ ਵੀ ਇੱਕ ਫਰਜ਼ ਬਣ ਜਾਂਦਾ ਕਿ ਅਸੀਂ ਬੱਚਿਆਂ ਦੇ ਨਾਲ ਗੱਲਾਂ ਕਰਕੇ ਆਪਾਂ ਨੂੰ ਸਮਝਾ ਸਕੀਏ। ਤੇ ਇਹ ਜਿਹੜੇ ਉਦਮ ਦੇ ਜਿਹੜੇ ਉਪਰਾਲੇ ਹੈਗੇ ਨੇ ਸਪੀਕਿੰਗ ਵਾਲੇ, ਇਹ ਆਪ ਜੀ ਤੋਂ ਹੀ ਇੰਸਪਾਇਰ ਹੋਣਾ ਸਾਰਿਆਂ ਨੇ। ਤੇ ਇਹ ਭਾਵਨਾ ਸ਼ਾਇਦ ਹੋਰ ਸਾਡੇ ਮਨ ਵਿੱਚ ਪੈਦਾ ਹੋ ਸਕੇ। ਮੈਂ ਇਹਦੇ ਨਾਲ ਹੀ ਆਪ ਜੀ ਦਾ ਇੱਕ ਪ੍ਰੋਫੈਸ਼ਨਲ ਸਾਈਡ ਮੈਂ ਜ਼ਰੂਰ ਦੇਖਣਾ ਚਾਹਾਂਗਾ। ਇਹ ਮੈਂ ਚਾਹਾਂਗਾ ਕਿ ਸਾਰੇ ਇੱਕ ਵਾਰੀ PPT ਨੂੰ ਵੇਖ ਲੈਣ। ਹੈਨ ਐਸ 3 ਫੋਟੋਆਂ, ਬਟ ਮੈਨੂੰ ਪਤਾ ਇਹਦੇ ਅੰਦਰ ਜਿਹੜੀ ਜਰਨੀ ਹੁੰਦੀ ਹੈ, ਪ੍ਰਾਈਮ ਮਿਨਿਸਟਰ ਨੂੰ ਮਿਲਣਾ, ਸੈਨੇਟਰ ਜਾਂ ਮਿਨਿਸਟਰੀ ਆਫ ਫਾਈਨੈਂਸ ਨੂੰ ਮਿਲਣਾ, ਗਵਰਨਰ ਜਨਰਲ ਆਫ ਆਸਟ੍ਰੇਲੀਆ ਨੂੰ ਮਿਲਣਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਵੱਡਾ ਤੁਸੀਂ ਕਹਿ ਲਓ ਕਾਰਜ ਹੈਗਾ। ਮੈਂ ਇਹਦੇ ਬਾਰੇ ਵੀ ਡਿਸਕਸ ਕਰਾਂਗਾ, ਬਟ ਇਹਦੇ ਨਾਲ ਇੱਕ ਹੋਰ ਮੈਂ ਚੀਜ਼ ਐਡ ਕਰਨਾ ਚਾਹਾਂਗਾ ਕਿ ਆਪ ਜੀ ਕੈਨਵਰਾ ਇੰਟਰਫੇਥ ਯੂਥ ਫੋਰਮਸ ਤੇ ਵੀ ਗੱਲ ਕਰਦੇ ਹੋ, ਸਿੱਖ ਯੂਥ ਫੋਰਮਸ ਤੇ ਡਿਸਕਸ਼ਨਸ ਵੀ ਕਰਦੇ ਹੋ, ਐਂਡ ਇਵਨ ਆਪਾਂ ਪਹਿਲਾਂ ਵੀ ਫੋਟੋ ਦੇਖੀ ਆਪ ਜੀ ਰੇਡੀਓ ਐਂਡ ਮੀਡੀਆ ਪ੍ਰੈਜੈਂਟੇਸ਼ਨਸ ਤੇ ਵੀ ਜਾਂਦੇ ਹੋ। ਸੋ ਮੇਰਾ ਇਹਦੇ ਨਾਲ ਇਸ ਤਸਵੀਰਾਂ ਦੇ ਨਾਲ ਮੇਰਾ ਇੱਕ ਤੁਹਾਡੇ ਤੋਂ ਜਿਹੜਾ ਮੇਨ ਸਵਾਲ ਮੇਰੇ ਮਨ 'ਚ ਆ ਰਿਹਾ ਕਿ ਜਦ ਇੱਕ ਆਪਾਂ ਨੋਨ ਜਾਂ ਇੱਕ ਫੇਮਸ ਪਰਸਨੈਲਿਟੀ ਬਣ ਜਾਂਦੇ ਹਾਂ, ਸ਼ਖਸੀਅਤ, ਸਾਨੂੰ 4 ਬੰਦੇ ਜਾਣਨ ਲੱਗ ਜਾਂਦੇ ਹਨ, ਤੇ ਨਾਲ ਸਾਡੇ ਇੱਕ ਸੈਂਸ ਆਫ ਰਿਸਪੌਂਸਿਬਿਲਿਟੀ ਵੀ ਆ ਜਾਂਦੀ ਹੈ, ਇੱਕ ਚੈਲੰਜ ਆ ਜਾਂਦਾ ਹੈ। ਉਹਨੂੰ ਵੱਡੇ ਬਜ਼ੁਰਗ ਹਉਮੈ ਕਹਿੰਦੇ ਆ, ਬਟ ਅਸੀਂ ਤਾਂ ਉਹਨੂੰ ਆਈਡੈਂਟੀਫਾਈ ਨਹੀਂ ਕਰ ਸਕਦੇ ਹੁੰਦੀ ਕੀ ਆ। ਉਹ ਸਾਡੇ ਵਾਸਤੇ ਸਾਡਾ ਕੌਨਫੀਡੈਂਸ ਬਣ ਜਾਂਦਾ। ਕਿ ਇਸ ਜਰਨੀ ਬਾਰੇ ਆਈ ਵੁੱਡ ਲਾਈਕ ਟੂ ਨੋ ਕਿ ਇਹ ਫੇਮਸ ਹੋਣ ਵਾਲੀ ਤੇ ਇਹਨੂੰ ਚੈਲੰਜਿਸ ਇਹਦੇ ਨਾਲ ਜੁੜੇ ਹੋਏ
ਕਿਹਦੇ ਬਾਰੇ ਪਲੀਜ਼ ਤੁਸੀਂ ਸਾਂਝ ਪਾਓ ਕੁਝ। ਜੀ ਸ਼ੋਰ, ਤੁਸੀਂ, ਮੈਂ ਥੋੜਾ ਹੱਸ ਰਹੀ ਸੀ ਤੁਸੀਂ ਕਹਿ ਰਹੇ ਸੀ ਇਹਨਾਂ ਦੇ ਪਿੱਛੇ ਇਹ ਜਿਹੜੀ ਫੋਟੋਆਂ ਨੇ ਇਹਨਾਂ ਪਿੱਛੇ ਕਾਫੀ ਮਿਹਨਤ ਲੱਗੀ ਹੈ। ਜਿਹੜੀਆਂ ਪਹਿਲੀਆਂ ਦੋ ਨੇ ਉਹ ਤੁਸੀਂ ਕਹਿ ਸਕਦੇ ਹੋ ਸ਼ਾਇਦ ਗਲਤੀ ਨਾਲ ਹੀ ਖਿੱਚੀਆਂ ਗਈਆਂ, ਲੇਕਿਨ ਤੀਸਰੀ ਵਾਲੀ ਤਾਂ ਮੈਂ ਕਹਿ ਸਕਦੀ ਹਾਂ ਸ਼ਾਇਦ ਕਾਫੀ ਉਦਮ ਸਿਖਾਇਆ ਨਹੀਂ, ਮਤਲਬ ਸਾਰਿਆਂ ਵਿੱਚ ਥੋੜਾ ਬਹੁਤਾ ਸੀਗਾ ਉਦਮ, ਲੇਕਿਨ ਉਹ ਕਹਿੰਦੇ ਜਿਸ ਤਰ੍ਹਾਂ ਇੱਕ ਤੁਕ ਮੇਰੇ ਦਿਮਾਗ ਚ ਆ ਰਹੀ ਹੈ, ਸੋ ਪੜਿਆ ਸੋ ਪੰਡਿਤ ਬਿਨਾ ਜਿਨੀ ਕਮਾਣਾ ਨਾਉ, ਤੇ ਇਹ ਚੀਜ਼ਾਂ ਤਾਂ ਬਹੁਤ ਜਿਸ ਤਰ੍ਹਾਂ ਇਹਨਾਂ ਦਾ ਕੋਈ ਅਸਲ ਵਿੱਚ ਰਿਐਲਿਟੀ ਵਿੱਚ ਇਹਨਾਂ ਦਾ ਕੋਈ ਮਾਇਨਾ ਨਹੀਂ ਹੈ ਇਹਨਾਂ ਫੋਟੋਆਂ ਦਾ, ਤੇ ਅਸਲੀ ਕੰਮ ਜਿਹੜਾ ਕਈ ਵਾਰੀ ਇਹ ਡਿਸਟਰੈਕਸ਼ਨਸ ਬਣ ਜਾਂਦੀਆਂ ਨੇ। ਜਿਹੜਾ ਅਸੀਂ ਅਸਲੀ ਕੰਮ ਕਰਨਾ ਹੈ ਜੋ ਕਿ ਅਸੀਂ ਕਮਾਣਾ ਨਾ ਹੈ ਜਾਂ ਅਸੀਂ ਕਨੈਕਸ਼ਨ ਲੱਭਣਾ ਹੈ, ਜਿਹੜੀ ਸਾਨੂੰ ਗੁਰਬਾਣੀ ਰਾਹ ਦੱਸਦੀ ਹੈਗੀ ਆ ਸਾਡੇ ਟਰੂ ਸੈਲਫ ਨਾਲ, ਜਾਂ ਜਿਹਨੂੰ ਅਸੀਂ ਅਕਾਲ ਪੁਰਖ ਵਾਹਿਗੁਰੂ ਵੀ ਕਹਿ ਦਿੰਦੇ ਹਾਂ, ਤੇ ਇਹ ਹਰ ਪੜਾਅ ਤੇ ਗੁਰਬਾਣੀ ਕਰਕੇ ਹੀ ਮੈਨੂੰ ਲੱਗਦਾ ਇੱਥੇ ਤੱਕ, ਫੋਰ ਐਗਜ਼ਾਮਪਲ ਇੰਟਰਫੇਥ ਫੋਰਮ ਤਾਂ ਮੌਕਾ ਮਿਲਿਆ ਮੈਨੂੰ ਕਿ ਸਿੱਖੀ ਨੂੰ ਅਸੀਂ ਰਿਪਰੈਜ਼ੈਂਟ ਕਰ ਸਕੀਏ ਉਸ ਫੋਰਮ ਤੇ, ਉਹ ਵੀ ਗੁਰਬਾਣੀ ਕਰਕੇ ਹੀ, ਉਹ ਵੀ ਸਿੱਖੀ ਕਰਕੇ ਹੀ ਹੈ, ਤੇ ਇੱਥੇ ਤੱਕ ਵੀ ਜਿਹੜੇ ਪਹੁੰਚਿਆ ਕਿਉਂਕਿ ਗੁਰਬਾਣੀ ਜਾਂ ਸਾਨੂੰ ਜਿਹੜਾ ਗੁਰਮੰਤਰ ਹੈ ਸਾਨੂੰ ਇੱਕ ਫੋਕਸ ਬਖਸ਼ਦਾ ਮੈਨੂੰ ਲੱਗਦਾ ਜ਼ਿੰਦਗੀ ਵਿੱਚ, ਸਾਨੂੰ ਇੱਕ ਕਨਸੈਂਟਰੇਸ਼ਨ ਕਰਨ ਦੀ ਜਾਚ ਸਿਖਾ ਦਿੰਦਾ ਹੈ ਕਿ ਅਸੀਂ ਜਿਹੜਾ ਸਾਡਾ ਅਸਲੀ ਫੋਕਸ ਹੈ ਧਿਆਨ ਰੱਖੀਏ। ਬਾਕੀ ਜਿਹੜੀ ਉਹ ਸਾਨੂੰ ਫਿਰ ਇੱਕ ਸਕਿੱਲ ਮਿਲਦੀ ਹੈ ਟੂ ਫੋਕਸ, ਅਸੀਂ ਬਾਕੀ ਆਪਣੇ ਦੁਨਿਆਵੀ ਤੌਰ ਤੇ ਵੀ ਅਸੀਂ ਲਗਾ ਸਕਦੇ ਹਾਂ, ਤੇ ਬਾਕੀ ਕੰਮ ਆਪਣੇ ਆਪ ਹੋ ਜਾਂਦੇ ਜੇ ਫੋਕਸ ਤੇ ਕਨਸੈਂਟਰੇਸ਼ਨ ਬਣ ਜਾਏ ਕਿਸੇ ਵੀ ਕੰਮ ਤੇ। ਬਟ ਆਪ ਜੀ ਆਬਵੀਅਸਲੀ ਜੇ ਮੈਂ ਫੋਟੋਆਂ ਮਤਲਬ ਜੇ ਸ਼ੇਅਰ ਹੋਈਆਂ ਨੇ ਤਾਂ ਆਬਵੀਅਸਲੀ ਤੁਹਾਡੇ ਜਿਹੜੇ ਨਾਲ ਦੇ ਜਿਹੜੇ ਵੀਰ ਭੈਣ ਹੋਣਗੇ ਉਹਨਾਂ ਕੋਲ ਵੀ ਇਹ ਜਾਣਗੀਆਂ। ਸਟੋਰੀ ਤਾਂ ਆਪ ਜੀ ਨੂੰ ਪਤਾ ਹੈ ਬੈਕਗਰਾਉਂਡ ਵਿੱਚ ਕੀ ਹੈ, ਫੋਟੋਆਂ ਕਿਵੇਂ ਹੋਈਆਂ ਨੇ, ਬਟ ਇੱਕ ਐਜ਼ ਐਨ ਆਬਜ਼ਰਵਰ ਵਾਸਤੇ ਇਟਸ ਐਨ ਅਚੀਵਮੈਂਟ ਕਿ ਆਪਾਂ ਜੇ ਉਹਨਾਂ ਦੇ ਨਾਲ ਖੜੇ ਵੀ ਹਾਂ। ਆਬਵੀਅਸਲੀ ਦੁਨੀਆ ਦੇ ਤੌਰ ਤੇ ਆਪ ਜੀ ਨੇ ਕਿਹਾ ਵੀ ਸ਼ਾਇਦ ਮਾਇਨੇ ਰੱਖਦੀਆਂ ਹੋਣ, ਬਟ ਸਾਡੇ ਫੋਕਸ ਗੋਲ ਦੇ ਹਿਸਾਬ ਨਾਲ ਨਹੀਂ ਮਾਇਨੇ ਰੱਖਦੀਆਂ। ਬਟ ਕਿਤੇ ਨਾ ਕਿਤੇ ਜਿਹੜਾ ਰਿਐਲਿਟੀ ਚੈੱਕ ਹੈ ਸਿਰਫ ਗੁਰਬਾਣੀ ਸੀਗਾ ਜਿਹਨੇ ਆਪ ਜੀ ਨੂੰ ਰਿਐਲਿਟੀ ਚੈੱਕ ਦਿੱਤਾ, ਜਾਂ ਆਪ ਜੀ ਦੀ ਇੱਕ ਸਵੈ ਪੜਚੋਲ ਵੀ ਹੁੰਦੀ ਸੀਗੀ ਕਿ ਯਾਰ ਹੁਣ ਮੈਂ ਜਿਹੜੇ ਕਾਰਜ ਤੇ ਜਾ ਰਹੀ ਹਾਂ, ਹੁਣ ਆਬਵੀਅਸਲੀ ਹੁੰਦਾ ਕੀ ਹੈ ਕਿ ਮੈਨੂੰ 4 ਬੰਦੇ ਪਹਿਲਾਂ ਮੈਨੂੰ ਨਹੀਂ ਜਾਣਦੇ ਸੀ, ਹੁਣ ਮੈਨੂੰ ਜਾਣਦੇ ਨੇ, ਤੇ ਹੁਣ ਮੇਰੀ ਮਤਲਬ ਇੱਕ ਹੁੰਦਾ ਨਾ ਵੀ ਜ਼ੀਰੋ ਸਕੋਪ ਆਫ ਐਰਰ, ਕਿ ਹੁਣ ਅਸੀਂ ਵੀ ਇਨਸਾਨ ਆ, ਅਸੀਂ ਕਹਿੰਦੇ ਹਾਂ ਵੀ ਸਹਿਜ ਸੁਭਾਅ ਸਾਡੇ ਤੋਂ ਗਲਤੀ ਹੋ ਜਾਂਦੀ ਹੈ, ਬਟ ਜਦ ਅਸੀਂ ਇੱਕ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨ ਲੱਗ ਜਾਂਦੇ ਹਾਂ ਤਾਂ ਸਾਡਾ ਇੱਕ ਸੈਂਸ ਆਫ ਬਰਡਨ ਤੁਸੀਂ ਕਹਿ ਲਓ, ਪ੍ਰੈਸ਼ਰ ਕ੍ਰੀਏਟ ਹੋ ਜਾਂਦਾ ਹੈ। ਯਾਰ ਹੁਣ ਮੈਂ ਗਲਤੀ ਨਹੀਂ ਕਰ ਸਕਦੀ ਬਿਕੋਜ਼ ਦੇਰ ਆਰ 4 or 5 ਪੀਪਲ ਜਿਹੜੇ ਮੈਨੂੰ ਵੇਖ ਰਹੇ ਨੇ। ਏਦਾਂ ਦਾ ਕਦੀ ਹੋਇਆ ਆਪ ਜੀ ਦੇ ਲਾਈਫ ਦੇ ਅੰਦਰ? ਤੁਸੀਂ ਕਿਵੇਂ ਰਿਐਲਿਟੀ ਚੈੱਕ ਕਰਦੇ ਹੋ ਆਪਣੇ ਨਾਲ ਇਹਦਾ? ਇਹ ਇਸ ਤਰ੍ਹਾਂ ਕਰਕੇ ਕਰ ਲੈਂਦੇ ਆ ਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਮਤਲਬ ਇਹ ਤਾਂ ਰਿਐਲਿਟੀ ਹੈਗੀ ਹੈ ਕਿ ਅਸੀਂ ਇੰਪਰਫੈਕਟ ਹਾਂ। ਆਪਣੇ ਵੱਲੋਂ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਆਪਣੇ ਵੱਲੋਂ ਕੋਸ਼ਿਸ਼ ਕਰ ਸਕਦੇ ਹਾਂ ਕਿ ਜਿੱਥੇ ਜੋ ਵੀ ਅਸੀਂ ਕਰੀਏ ਸਿੰਸੀਅਰਲੀ ਕਰੀਏ, ਤੇ ਇਹ ਮੈਨੂੰ ਲੱਗਦਾ ਹਰ ਬੰਦਾ ਆਪਣੇ ਆਪ ਨੂੰ ਪੁੱਛ ਸਕਦਾ ਕਿ ਮੈਂ ਸਿੰਸੀਅਰ ਹੈਗਾ ਆਪਣੇ ਕੰਮ ਤੇ। ਫੋਰ ਐਗਜ਼ਾਮਪਲ ਮੈਂ ਹੁਣ ਆਪਣਾ ਕੋਈ ਸਾਇੰਸ ਦਾ ਚੈਪਟਰ ਪੜ੍ਹਨਾ ਹੈ ਜਾਂ ਕੋਈ ਟੈਕਸਟ ਬੁੱਕ ਚੈਪਟਰ ਪੜ੍ਹਨਾ ਹੈ, ਤੇ ਮੈਨੂੰ ਪਤਾ ਹੈ ਕਿ ਮੈਂ ਫਾਹਾ ਰਹੀ ਹਾਂ ਜਾਂ ਮੈਂ ਉਹਨੂੰ ਠੀਕ ਤਰ੍ਹਾਂ ਸਮਝ ਰਹੀ ਹਾਂ ਹਰ ਗੱਲ ਨੂੰ, ਤੇ ਨੋਟਸ ਬਣਾ ਰਹੀ ਹਾਂ ਨਾਲ। ਫੋਰ ਐਗਜ਼ਾਮਪਲ ਆਈ ਥਿੰਕ ਸਿੰਸੀਅਰਿਟੀ ਤਾਂ ਉਹਦੇ ਕੰਮ ਵਿੱਚ ਤੇ ਉਹਦੀ ਓਨੈਸਟੀ ਜ਼ਰੂਰ ਲੈ ਕੇ ਜਾਂਦੀ ਹੈ। ਬੇਸ਼ੱਕ ਤੁਸੀਂ ਕਿਸੇ ਹੋਰ ਚੀਜ਼ ਵਾਸਤੇ ਸਿੰਸੀਅਰ ਹੈਗੇ ਹੋ, ਉਹਦੇ ਰਿਜ਼ਲਟਸ ਕਈ ਵਾਰੀ ਕਿਤੇ ਹੋਰ ਮਿਲਦੇ ਆ, ਇਸ ਤਰ੍ਹਾਂ ਵੀ ਬੜੀ ਵਾਰੀ ਹੁੰਦਾ, ਲੇਕਿਨ ਇੱਕ ਅਸੂਲ ਵੀ ਹੈ, ਮਤਲਬ ਕੁਦਰਤ ਦਾ ਨਿਯਮ ਹੈ ਕਿ ਜਿੱਥੇ ਅਸੀਂ ਅਗਰ ਅਸੀਂ ਪੌਦੇ ਨੂੰ ਪਾਣੀ ਦੇ ਰਹੇ ਹਾਂ, ਸੂਰਜ ਮਿਲ ਰਿਹਾ, ਤੇ ਪੌਦੇ ਨੇ ਉਗਣਾ ਹੀ ਉਗਣਾ ਹੈ, ਲੇਕਿਨ ਬਖਸ਼ਿਸ਼ ਬਗੈਰ ਸ਼ਾਇਦ ਉਸ ਪੌਦੇ ਦੇ ਫਲਾਂ ਵਿੱਚ ਰਸ ਨਾ ਆਏ, ਤੇ ਜਿਹੜਾ ਰਸ ਫਲਾਂ ਵਿੱਚ ਉਹ ਬਖਸ਼ਿਸ਼ ਨਾਲ ਹੀ ਆਉਂਦਾ ਹੈ। ਤੇ ਅਗਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਇਹਨਾਂ ਦੇ ਮਤਲਬ ਸਟੋਰੀ ਦੱਸ ਸਕਦੀ ਹਾਂ ਇਹਨਾਂ ਤਿੰਨਾਂ ਇਮੇਜਸ ਦੇ ਪਿੱਛੇ, ਪਰ ਮਤਲਬ ਕੰਮ ਦੇ ਰਿਲੇਟਡ ਹੀ ਸੀਗੇ। ਪਹਿਲੀ ਇਮੇਜ ਹੈਗੀ ਹੈ ਇੰਟਰਫੇਥ ਕਰਕੇ, ਇੰਟਰਫੇਥ ਫੋਰਮ ਤੇ ਗਵਰਨਰ ਜਨਰਲ ਆਇਆ ਸੀਗਾ, ਕਾਮਨਵੈਲਥ ਡੇ ਸੀਗਾ, ਤੇ ਉੱਥੇ ਮੁਲਾਕਾਤ ਹੋਈ ਗਵਰਨਰ ਜਨਰਲ ਨਾਲ, ਛੋਟੀ ਜਿਹੀ ਮੁਲਾਕਾਤ ਸੀਗੀ। ਦੂਸਰਾ ਪ੍ਰਾਈਮ ਮਿਨਿਸਟਰ ਨਾਲ ਸੀਗਾ, ਕਿਉਂਕਿ ਮੈਂ ਜਿਹੜੀ ਰਿਸਰਚ ਪ੍ਰੈਜ਼ੈਂਟ ਕਰ ਰਹੀ ਹਾਂ ਸੈਨੇਟਰ ਨੂੰ ਇੱਥੇ, ਉਹ ਮੇਰੀ ਇੱਕ ਰਿਸਰਚ ਪੇਪਰ ਸੀਗਾ, ਲੀਗਲ ਰਿਸਰਚ ਸੀਗੀ, ਇੱਕ ਟੌਪਿਕ ਮਿਲਿਆ ਸੀਗਾ ਮੈਨੂੰ, ਰਾਇਲ ਕਮਿਸ਼ਨ ਹੋਇਆ ਸੀਗਾ ਇੱਥੇ ਸਾਡੇ ਪਾਰਲੀਮੈਂਟ ਵਿੱਚ, ਉਹਦੇ ਵਿੱਚ ਮੈਨੂੰ ਲੀਗਲ ਰਿਸਰਚ ਕਰਨੀ ਸੀ, ਉਹ ਮੈਂ ਪ੍ਰੈਜ਼ੈਂਟ ਕਰ ਰਹੀ ਹੈਗੀ ਹਾਂ। ਤਕਰੀਬਨ 6 ਮਹੀਨੇ ਦੀ ਇਸ ਕਿਤਾਬ ਵਿੱਚ ਉਦਮ ਕਹਿ ਸਕਦੇ ਹੋ ਇਸ ਲੱਗਿਆ ਇਸ ਕਿਤਾਬ ਨੂੰ ਬਣਾਉਣ ਤੇ ਪ੍ਰੈਜ਼ੈਂਟ ਕਰਨ, ਤੇ ਫਿਰ ਉਸ ਤੋਂ ਬਾਅਦ ਫਿਰ ਇੱਕ ਮੁਲਾਕਾਤ ਪ੍ਰਾਈਮ ਮਿਨਿਸਟਰ ਨਾਲ ਉਸੇ ਸਿਲਸਿਲੇ ਵਿੱਚ ਅੱਗੇ ਜਾ ਕੇ ਫਿਰ ਹੋਈ ਉਸ ਤੋਂ ਬਾਅਦ, ਤੇ ਉਹ ਪ੍ਰਾਈਮ ਮਿਨਿਸਟਰ ਨਾਲ ਉਸ ਕਰਕੇ ਫੋਟੋ ਹੈਗੀ ਹੈ।
ਤੇ ਇਹਦੀ ਉਹੀ ਗੱਲ ਹੈ ਕਿ ਮਤਲਬ ਅਸੀਂ ਆਪਣੇ ਵੱਲੋਂ ਸਿੰਸੀਅਰ ਹੋਈਏ, ਆਪਣੇ ਕੰਮ ਦੇ ਪ੍ਰਤੀ ਉਦਮ ਕਰੀਏ, ਜਿੱਥੇ ਸਾਨੂੰ ਲੱਗਦਾ ਹੈ ਕਰ ਚਾਹੀਦਾ, ਤੇ ਆਪਣੇ ਆਪ ਨੂੰ ਪੁੱਛੀਏ, ਕਿਉਂਕਿ ਸਭ ਤੋਂ ਜ਼ਿਆਦਾ ਅਸੀਂ ਓਨੈਸਟਲੀ ਆਪਣੇ ਆਪ, ਫੋਰ ਐਗਜ਼ਾਮਪਲ ਹੁਣ ਤੁਹਾਡੇ ਪੇਰੈਂਟਸ ਆਉਂਦੇ ਨੇ ਤੁਹਾਡੇ ਕਮਰੇ ਵਿੱਚ, ਦੇਖਣ ਤੁਸੀਂ ਪੜ੍ਹ ਰਹੇ ਹੈਗੇ ਹੋ ਜਾਂ ਨਹੀਂ, ਲੇਕਿਨ ਤੁਹਾਨੂੰ ਪਤਾ ਹੈ ਤੁਸੀਂ ਪੜ੍ਹ ਰਹੇ ਹੋ ਜਾਂ ਨਹੀਂ। ਵਾਹਿਗੁਰੂ, ਬਿਲਕੁਲ ਸਹੀ। ਤੁਹਾਨੂੰ ਦੇਖਦੇ ਹਾਂ ਕਿਤਾਬਾਂ ਖੁੱਲੀਆਂ ਹੋਈਆਂ, ਲੇਕਿਨ ਤੁਹਾਨੂੰ ਪਤਾ ਜੇ ਮਤਲਬ ਅੰਦਰ ਕੁਝ ਜਾ ਰਿਹਾ ਜਾਂ ਸਿਰਫ ਅੱਖਾਂ ਦੇ ਸਾਹਮਣੇ ਰੱਖੀਆਂ ਹੋਈਆਂ। ਤੇ ਅਸੀਂ ਆਪਣੇ ਆਪ ਨੂੰ ਪੁੱਛਿਆ ਅਸੀਂ ਜ਼ਿੰਦਗੀ ਚ ਕੀ ਮੈਂ ਨੰਬਰ ਲੈਣਾ ਚਾਹੁੰਦੀ ਹਾਂ ਜਾਂ ਨਹੀਂ। ਫੋਰ ਐਗਜ਼ਾਮਪਲ ਛੋਟਾ ਜਿਹਾ ਐਗਜ਼ਾਮਪਲ ਹੈ, ਜੇ ਹਾਂ ਤੇ ਤੁਹਾਨੂੰ ਪਤਾ ਤੁਸੀਂ ਕੀ ਕਰਨਾ ਤੇ ਤੁਸੀਂ ਕਰ ਵੀ ਲਓਗੇ, ਜੇ ਤੁਸੀਂ ਸਿੰਸੀਅਰ ਹੋਗੇ ਤਾਂ। ਬਿਲਕੁਲ ਬਿਲकुल, ਮੈਨੂੰ ਲੱਗਦਾ ਵੀ ਇਹਦੇ ਨਾਲ ਵੈਸੇ ਇੱਕ ਸਵਾਲ, ਖੈਰ ਮੈਂ ਬਣਾਇਆ ਨਹੀਂ ਹੋਇਆ, ਬਟ ਮੇਰੇ ਮਨ ਵਿੱਚ ਆ ਗਿਆ ਉਹ ਸਵਾਲ ਕਿ ਆਪ ਜੀ ਜਿਸ ਉਮਰ ਵਿੱਚ ਹੋ, ਉਸ ਉਮਰ ਦੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਕਦੀ ਕਦੀ ਗੁਰਬਾਣੀ ਸਾਡੀ ਇੰਨੀ ਸਹਾਈ ਬਣ ਜਾਂਦੀ ਹੈ, ਇੱਕ ਐਦਾਂ ਦਾ ਸਾਨੂੰ ਚੈੱਕ ਮਿਲਦਾ ਰਹਿੰਦਾ ਕਿ ਅਸੀਂ ਆਪਣੀ ਏਜ ਤੋਂ ਵੱਧ ਜਿਹੜੀਆਂ ਗੱਲਾਂ ਨੇ ਜਾਂ ਵਿਚਾਰਾਂ ਨੇ ਜਾਂ ਇੱਕ ਪਰਸਪੈਕਟਿਵ ਹੈ ਲਾਈਫ ਦਾ ਵੇਖਣ ਦਾ ਜਿਹੜਾ ਤਰੀਕਾ ਹੈ, ਉਹ ਸਾਡਾ ਬਦਲ ਜਾਂਦਾ। ਤੇ ਇਹਦੇ ਅੰਦਰ ਕੀ ਕਦੀ ਚੈਲੰਜ ਆਇਆ ਆਪ ਜੀ ਨੂੰ ਤੁਹਾਡੇ ਦੋਸਤਾਂ ਦੇ ਨਾਲ? ਬਿਕੋਜ਼ ਹੋ ਸਕਦਾ ਸਾਰੇ ਹੀ ਜਿਹੜੇ ਸਾਡੇ ਦੋਸਤ ਨੇ ਉਹ ਨਹੀਂ ਏਦਾਂ ਸੋਚਦੇ, ਕੋਈ ਕਿਸੇ ਵਾਸਤੇ ਉਹ ਫੋਟੋਗ੍ਰਾਫ ਬਹੁਤ ਜ਼ਿਆਦਾ ਮੈਟਰ ਕਰਦੀ ਹੈ, ਐਂਡ ਉਹ ਹੋ ਸਕਦਾ ਉਹ ਫੋਟੋਗ੍ਰਾਫਸ ਨੂੰ ਪਤਾ ਨਹੀਂ ਕਿੱਥੇ ਕਿੱਥੇ ਪਾ ਕੇ ਮਤਲਬ ਆਪਣਾ ਇੱਕ ਫਰੇਮ ਕਰਕੇ ਵੀ ਰੱਖ ਸਕਦਾ ਹੈ ਕਿ ਦਿਸ ਇਜ਼ ਵਾਟ ਆਈ ਹੈਵ ਅਚੀਵਡ ਇਨ ਮਾਈ ਲਾਈਫ। ਬਟ ਮਤਲਬ ਮੇਰੇ ਕਹਿਣ ਦਾ ਮਤਲਬ ਕਿ ਆਪ ਜੀ ਦੇ ਦੋਸਤਾਂ ਦੇ ਨਾਲ ਕਦੀ ਏਦਾਂ ਵਿਚਾਰਾਂ ਦੇ ਵਿੱਚ ਥੋੜਾ ਮਤਭੇਦ ਹੋਇਆ ਕਿ ਉਹ ਇਸ ਪਰਸਪੈਕਟਿਵ ਨੂੰ ਨਹੀਂ ਸਮਝ ਪਾ ਰਹੇ ਇਸ ਚੈਲੰਜ ਨਾਲ? ਕਿਉਂਕਿ ਸਾਡੇ ਬੱਚੇ ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਗੁਰਬਾਣੀ ਪੜ੍ਹਦੇ ਹਾਂ, ਤੇ ਇਹ ਜਿਵੇਂ ਆਪ ਜੀ ਨੇ ਕਿਹਾ ਕਿ ਬੂਟੇ ਨੂੰ ਪਾਣੀ ਦੇਵਾਂਗੇ, ਸੂਰਜ ਹੋਏਗਾ, ਤੇ ਗੁਰੂ ਜੀ ਦੀ ਕਿਰਪਾ ਤਾਂ ਹੁੰਦੀ ਹੀ ਹੁੰਦੀ ਹੈ, ਤੇ ਉਹ ਸਹਿਜ ਸੁਭਾਅ ਹੁੰਦੀ ਹੈ। ਕੀ ਉਹ ਕੰਪੈਰੀਟਿਵ ਕਦੀ ਸਟੱਡੀਜ਼ ਵੀ ਮਤਲਬ ਹੋਇਆ ਤੁਹਾਡੇ ਨਾਲ ਕਦੀ ਏਦਾਂ ਦਾ ਕੁਝ ਐਕਸਪੀਰੀਅੰਸ ਫਰੈਂਡਸ ਦੇ ਨਾਲ ਕੁਝ, ਜਾਂ ਸੰਗਤ ਹੀ ਉਦਾਂ ਦੀ ਰਹੀ ਹੈ? ਨਹੀਂ, ਸੰਗਤ ਮੇਰੇ ਖਿਆਲ ਹਰ ਇਨਸਾਨ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਜਿਹੜਾ ਅਸੀਂ ਉਸ ਤੋਂ ਚੋਰੀ ਕਰ ਸਕਦੇ ਹਾਂ, ਤੇ ਸਾਡੇ ਅਵਗੁਣ ਵੀ ਬੜੇ ਹੁੰਦੇ ਨੇ ਜਿਹੜੇ ਅਸੀਂ ਪਿੱਛੇ ਛੋੜ ਸਕਦੇ ਹਾਂ। ਤੇ ਸੰਗਤ ਵੀ ਨਹੀਂ, ਖੈਰ ਸੰਗਤ ਵੀ ਬੜੀ ਵਧੀਆ ਰਹੀ ਹੈਗੀ ਹੈ, ਤੇ ਕੰਟੀਨਿਊਲੀ ਗਰੋ ਹੁੰਦੀ ਰਹਿੰਦੀ ਹੈ, ਰੋਜ਼ ਨਵੇਂ ਲੋਕਾਂ ਨਾਲ ਸੰਪਰਕ ਹੁੰਦਾ। ਤੇ ਨਹੀਂ, ਮੇਰੇ ਖਿਆਲ ਤੁਸੀਂ ਉਹੀ ਹਉਮੈ ਦੇ ਟੌਪਿਕ ਤੇ ਸ਼ਾਇਦ ਤੁਸੀਂ ਉਸ ਟੌਪਿਕ ਤੇ ਸ਼ਾਇਦ ਤੁਸੀਂ ਗੱਲ ਕਰ ਰਹੇ ਹੋ, ਜੇ ਮੈਂ ਕੁਐਸਚਨ ਨੂੰ ਠੀਕ ਤਰ੍ਹਾਂ ਸਮਝ ਪਾ ਰਹੀ ਹਾਂ। ਕਿਤੇ ਨਾ ਕਿਤੇ ਮਤਲਬ ਹਉਮੈ ਨਹੀਂ, ਜਿਵੇਂ ਆਪਾਂ ਕਹਿੰਦੇ ਆ ਵੀ ਸਾਡਾ ਜਿਹੜਾ ਲਾਈਫ ਦਾ ਪਰਸਪੈਕਟਿਵ ਹੈ, ਆਪਾਂ ਗੁਰੂ ਸਾਨੂੰ ਕਹਿੰਦਾ ਮੈਂ ਉਦਮ ਕਰਦਾ ਰਵਾਂ, ਚਾਹੇ ਰਿਜ਼ਲਟ ਆਵੇ ਨਾ ਆਵੇ, ਮੈਂ ਆਪਣਾ 100% ਦੇਵਾਂ। ਬਟ ਮੇਰੇ ਫਰੈਂਡਸ, ਮੇਰੇ ਨਾਲ ਦੇ ਪੀਅਰ ਕਹਿੰਦੇ ਨੇ ਵੀ ਯਾਰ ਤੂੰ ਕਿਉਂ ਕਰਦਾ ਪਿਆ ਜੇ ਤੈਨੂੰ ਪਤਾ ਅੱਗੋਂ ਕੁਝ ਨਹੀਂ ਮਿਲਣਾ। ਅੱਛਾ ਜੀ, ਠੀਕ ਹੈ। ਉਹਦੇ ਤੇ ਵਿੱਚ ਕਦੀ ਹੋਇਆ ਏਦਾਂ ਦਾ ਆਪ ਜੀ ਨਾਲ? ਮਤਲਬ ਐਜ਼ ਸੱਚ ਫਰੈਂਡਸ ਤਾਂ ਜਿਸ ਤਰ੍ਹਾਂ ਹੁਣ ਮਤਲਬ ਇੱਕ ਕੌੜਾ ਸੱਚ ਕਹਿ ਸਕਦੇ ਹੈਗੇ, ਉਹ ਜਦ ਅਸੀਂ ਸਕੂਲ 'ਚ ਹੁੰਦਾ ਤਾਂ ਅਸੀਂ ਇੱਕ ਦੂਸਰੇ ਨਾਲ ਕੰਪੀਟ ਕਰ ਰਹੇ ਹਾਂ ਕਿ ਫਰਸਟ ਕਿੰਨੇ ਆਉਣਾ ਹੈ, ਤੇ ਇਹ ਮਤਲਬ ਇਹ ਸੱਚਾਈ ਹੈਗੀ ਹੈ, ਕੰਪੀਟੀਸ਼ਨ ਹੈਗਾ। ਤੇ ਉਸ ਵਿੱਚ ਤੁਹਾਨੂੰ ਬੜੇ ਲੋਕੀ ਫਰੈਂਡਸ ਮਿਲ ਜਾਂਦੇ ਨੇ ਕਿ ਛੱਡੋ ਕੀ ਪੜ੍ਹਨਾ, ਮਤਲਬ ਚਲੋ ਆਪ ਚੱਲੀਏ ਕਿੱਥੇ ਘੁੰਮ ਕੇ ਆਈਏ, ਜਾਂ ਸ਼ਾਪਸ ਚੱਲੀਏ, ਜਾਂ ਆਓ ਇੱਥੇ ਗੱਲਾਂ ਮਾਰੀਏ। ਤੇ ਇਸ ਤਰ੍ਹਾਂ ਹੁੰਦਾ ਸੀ। ਲੇਕਿਨ ਜੇ ਹੁਣ ਫੋਰ ਐਗਜ਼ਾਮਪਲ ਜੇ ਮੈਨੂੰ ਪਤਾ ਹੈ ਕਿ ਮੇਰੇ ਕੋਲ ਟਾਈਮ ਲਿਮਿਟਡ ਹੈਗਾ ਤੇ ਮੈਂ ਇਸ ਟਾਈਮ ਵਿੱਚ ਕੁਝ ਅਚੀਵ ਕਰਨਾ ਹੈ, ਤੇ ਫਿਰ ਕਿਉਂ ਪਰਵਾਹ ਅਸੀਂ ਕਰੀਏ? ਜੇ ਸਾਨੂੰ ਪਤਾ ਹੈ ਜਿਹੜਾ ਸਾਡਾ ਏਮ ਠੀਕ ਹੈ, ਸਾਨੂੰ ਪਤਾ ਹੈ ਕਿ ਸਾਡੇ ਕੋਲ ਟਾਈਮ ਵੀ ਲਿਮਿਟਡ ਹੈਗਾ, ਤੇ ਜਿਹੜੇ ਫਰੈਂਡਸ ਜਾਂ ਪੀ ਪ੍ਰੈਸ਼ਰ ਹੈਗਾ ਉਹ ਤਾਂ ਫਿਰ ਸਾਨੂੰ ਮਤਲਬ ਗਲਤ ਰਸਤੇ ਜਾ ਰਹੇ ਨੇ। ਸਾਡੇ ਕੋਲ ਚੋਇਸ ਹੈਗੀ ਹੈ ਇੱਥੇ, ਅਸੀਂ ਜਾਂ ਤਾਂ ਠੀਕ ਰਸਤਾ ਚੂਜ਼ ਕਰ ਸਕਦੇ ਹਾਂ ਜਾਂ ਗਲਤ। ਤੇ ਸਾਨੂੰ ਆਪਣੇ ਆਪ ਹਮੇਸ਼ਾ ਪਤਾ ਹੁੰਦਾ ਹੈ ਠੀਕ ਕਹਿ ਰਿਹਾ ਤੇ ਗਲਤ ਕਹਿ ਰਿਹਾ। ਕਈ ਵਾਰੀ ਮਨ ਕਰਦਾ ਕਿ ਬ੍ਰੇਕ ਵੀ ਲਈਏ, ਬ੍ਰੇਕਸ ਲੈਣੀਆਂ ਵੀ ਚਾਹੀਦੀਆਂ ਨੇ, ਤੇ ਇਹ ਨਹੀਂ ਮਤਲਬ ਹਰ ਵਕਤ ਨਹੀਂ ਪੜ੍ਹਦੇ ਰਹਿਣਾ ਚਾਹੀਦਾ, ਜਾਂ ਹਰ ਵਕਤ ਨਹੀਂ ਆਪਣੇ ਆਪ ਨੂੰ ਇੰਨਾ ਅਸੀਂ ਬੋਝ ਪਾਣਾ ਕਿ ਮਤਲਬ ਸਾਡੀ ਸਿਹਤ ਹੀ ਖਰਾਬ ਹੋ ਜੇ। ਹੋਰ ਵੀ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਨੇ, ਲੇਕਿਨ ਹਮੇਸ਼ਾ ਸਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਪੀਰ ਪ੍ਰੈਸ਼ਰ ਵਿੱਚ ਆਈਏ ਜਾਂ ਅਸੀਂ ਠੀਕ ਰਸਤਾ ਚੂਜ਼ ਕਰੀਏ। ਕਈ ਵਾਰੀ ਪੀਰਸ ਅੱਛੇ ਵੀ ਮਿਲ ਜਾਂਦੇ ਨੇ, ਕਈ ਵਾਰੀ ਅਸੀਂ ਗਲਤ ਸੋਚ ਰਹੇ ਹੁੰਦੇ ਹਾਂ, ਤੇ ਲੇਕਿਨ ਰਸਤਾ ਸਾਨੂੰ ਪਤਾ ਹੁੰਦਾ ਹੈ ਕਿਹੜਾ ਅਸੀਂ ਚੂਜ਼ ਕਰਨਾ ਹੈ। ਬਹੁਤ ਬਹੁਤ ਖੂਬ ਅਵਨੀਤ ਜੀ, ਕਿਉਂਕਿ ਇਹ ਜਿਹੜਾ ਸਵਾਲ ਸੀਗਾ ਕਿਤੇ ਨਾ ਕਿਤੇ ਸਾਡੇ ਮਨ ਵਿੱਚ ਆ ਜਾਂਦਾ ਹੈ, ਕਿਉਂਕਿ ਪੀਅਰ ਪ੍ਰੈਸ਼ਰ ਨਾ ਕੋਈ ਕਹਿ ਕੇ ਨਹੀਂ ਪੀਅਰ ਪ੍ਰੈਸ਼ਰ ਆਉਂਦਾ, ਉਹ ਸਹਿਜ ਸੁਭਾਅ ਚੀਜ਼ਾਂ ਆ ਜਾਂਦੀਆਂ ਨੇ। ਬਟ ਆਪ ਜੀ ਨੇ ਬੜੀ ਵਧੀਆ ਗੱਲ ਦੱਸੀ ਕਿ ਸਾਡੇ ਕੋਲ ਚੋਇਸ ਹੁੰਦੀ ਹੈ, ਤੇ ਫੋਕਸ ਤੇ ਆਪਾਂ ਉਹਦੇ ਤੋਂ ਡਿਸਟਰੈਕਸ਼ਨਸ ਤੋਂ ਬਚ ਕੇ ਰਹਿਣਾ। ਇਹਦੇ ਨਾਲ ਹੀ ਇੱਕ ਮਿਲਦਾ ਜੁਲਦਾ ਸਵਾਲ ਮੇਰੇ ਕੋਲ ਹੈ ਵੀ ਆਪਾਂ ਜੇ ਆਪ ਜੀ ਐਜ਼ ਅ ਪਰਸਨਲ ਲਾਈਫ ਤੁਹਾਡੇ ਅੰਦਰ ਨਿੱਜੀ ਜ਼ਿੰਦਗੀ ਦੇ ਅੰਦਰ ਕਿਹੜਾ ਇਦਾਂ ਦਾ ਉਦਮ ਆਪ ਜੀ ਰੈਗੂਲਰ ਜਾਂ ਕਨਸਟੈਂਟਲੀ ਕਰਦੇ ਹੋ ਜਿਹੜਾ ਆਪ ਜੀ ਨੂੰ ਗੁਰੂ ਤੇ ਗੁਰੂ ਦੀਆਂ ਟੀਚਿੰਗਸ ਦੇ ਨਾਲ ਜੋੜੀ ਰੱਖਦਾ, ਸੋ ਦੈਟ ਇਹ ਡਿਸਟਰੈਕਸ਼ਨਸ ਤੋਂ ਤੁਸੀਂ ਆਪਣੇ ਆਪ ਨੂੰ ਇੱਕ ਸ਼ੀਲਡ ਬਣਾ ਕੇ ਰੱਖਦਾ ਤੁਹਾਨੂੰ? ਜੀ, ਬੜਾ ਵਧੀਆ ਸਵਾਲ ਤੁਸੀਂ ਮੈਨੂੰ ਪੁੱਛਿਆ ਹੈ। ਐਜ਼ ਸੱਚ ਕੁਝ
ਅਗਰ ਮੈਂ ਸੋਚਾਂ ਤੇ ਕੀਰਤਨ ਇੱਕ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹੈਗਾ। ਕਈ ਵਾਰੀ ਫॉर एग्जांपल ਜੇ ਪੜ੍ਹ ਰਹੇ ਹੁੰਦੇ ਆ ਤੇ ਕੁਝ ਬਹੁਤ ਜ਼ਿਆਦਾ ਖਾਸ ਮਤਲਬ ਨਹੀਂ ਫੋਕਸ ਚਾਹੀਦਾ ਉਸ ਵਾਸਤੇ ਤੇ ਮਤਲਬ ਅਸੀਂ ਕੋਈ ਸਕਿਮ ਕਰ ਰਹੇ ਹਾਂ ਤਾਂ ਇਨ ਦ ਬੈਕਗ੍ਰਾਉਂਡ ਕੀਰਤਨ ਚੱਲ ਰਿਹਾ ਹੁੰਦਾ ਹੈ। ਜਾਂ ਅਗਰ ਮੈਂ ਬ੍ਰੇਕ ਲੈਣੀ ਹੁੰਦੀ ਹੈ ਮਤਲਬ ਦ ਮੇਨ ਥਿੰਗ ਜੋ ਮੈਂ ਬ੍ਰੇਕਸ ਵਿੱਚ ਕਰਦੀ ਹਾਂ ਉਹ ਹੈ ਮਤਲਬ ਬਾਜਾ ਬਜਾ ਲਿਆ ਥੋੜੀ ਦੇਰ, ਕੋਈ ਨਵਾਂ ਸ਼ਬਦ ਟਰਾਈ ਕਰ ਲਿਆ। ਤੇ ਇੱਕ ਚੀਜ਼ ਸ਼ਾਇਦ ਮੈਂ ਰੋਜ਼ ਕੋਸ਼ਿਸ਼ ਕਰਦੀ ਹਾਂ ਕਿ ਇੱਕ ਹੁਕਮਨਾਮਾ ਰੋਜ਼ ਮੈਂ ਲੈਣ ਦੀ ਕੋਸ਼ਿਸ਼ ਕਰਦੀ। ਜਦ ਮੈਂ ਹੁਕਮਨਾਮਾ ਕਹਿ ਰਹੀ ਹਾਂ ਐਕਚੁਅਲੀ ਫੋਨ ਤੇ ਮੈਂ ਲੈਂਦੀ ਹਾਂ, ਮੇਰੇ ਕੋਲ ਇੱਕ ਐਪ ਹੈਗੀ ਹੈ ਉੱਥੇ ਰੈਂਡਮ ਸ਼ਬਦ ਕਲਿੱਕ ਕਰਕੇ ਉਹ ਹੁਕਮਨਾਮਾ ਮੈਂ ਲੈ ਲੈਂਦੀ ਹਾਂ ਰੋਜ਼। ਤੇ ਹਰ ਕੋਸ਼ਿਸ਼ ਕਰਦੀ ਹਾਂ ਉਹਨੂੰ ਪੜ੍ਹਾਂ ਔਰ ਉਹਦੇ ਅਰਥ ਸਮਝਾਂ ਤੇ ਕੋਸ਼ਿਸ਼ ਕਰਦੀ ਹਾਂ ਕਿ ਇੱਕ ਚੀਜ਼ ਮੈਂ ਉਹ ਸ਼ਬਦ ਤੋਂ ਲੈ ਕੇ ਆਪਣੀ ਜ਼ਿੰਦਗੀ ਉਸ ਦਿਨ ਆਪਣੀ ਮਤਲਬ ਉਸ ਦਿਨ ਦੇ ਦੌਰਾਨ ਵਿੱਚ ਉਹਨੂੰ ਮੈਂ ਰਿਪੀਟ ਕਰੀ ਜਾਵਾਂ ਕਿ ਮੇਰੇ ਮਨ ਵਿੱਚ ਇੱਕ ਤਾਂ ਉਹ ਲਾਈਨ ਯਾਦ ਹੋ ਜੇ ਤੇ ਨਾਲੇ ਉਹ ਮੇਰੇ ਬਿਹੇਵੀਅਰ ਵਿੱਚ ਚੇਂਜ ਆ ਜੇ ਜਾਂ ਮੇਰੀ ਪਰਸਪੈਕਟਿਵ ਵਿੱਚ ਚੇਂਜ ਆ ਜੇ। ਅਲਟੀਮੇਟਲੀ ਮੈਨੂੰ ਲੱਗਦਾ ਗੁਰਬਾਣੀ ਸਾਡੇ ਬੈਕ ਆਫ ਮਾਈਂਡ ਦਾ ਪਰਸਪੈਕਟਿਵ ਚੇਂਜ ਕਰਦੀ ਰਹਿੰਦੀ ਹੈ ਕਿ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਉਹ ਸਾਡੀ ਜਿਹੜੀ ਪਰਸਪੈਕਟਿਵ ਹੈਗਾ ਉਹ ਡਿਵਾਈਨ ਹੋ ਜਾਂਦਾ ਹੈ। ਤੇ ਉਹਦੇ ਨਾਲ ਹੀ ਅਗਰ ਉਹ ਸਾਡੀ ਫਾਊਂਡੇਸ਼ਨ ਬਣ ਜੇ, ਨਿਤਨੇਮ ਤੋਂ ਬਣ ਜੇ, ਭਾਵੇਂ ਕੀਰਤਨ ਤੋਂ ਬਣ ਜੇ, ਕਿਸੇ ਕਥਾ ਵਿਚਾਰ ਤੋਂ ਬਣ ਜੇ, ਕਿਸੇ ਨਾਲ ਸਾਂਝ ਪਾ ਕੇ ਬਣ ਜੇ, ਉਹ ਐਟ ਦ ਬੈਕ ਆਫ ਮਾਈਂਡ ਜੇ ਹੁੰਦੀ ਰਹਿੰਦੀ ਹੈ ਤਾਂ ਉਹ ਹਰ ਵਕਤ ਕਿਸੇ ਰਾਈਟ ਟਾਈਮ ਤੇ ਨਾ ਤੁਹਾਨੂੰ ਫਿਰ ਉਹ ਸਟ੍ਰਾਈਕ ਕਰਦੀ ਹੈ ਗੱਲ। ਫॉर एग्जांपल अगर मैं एक एक्सपीरियंस शेयर करा ਹਫਤੇ ਦੀ ਪਿਛਲੇ ਹਫਤੇ ਬੜੀ ਛੋਟੀ ਜਿਹੀ ਗੱਲ ਹੈ, ਮੇਰੀ ਉਂਗਲੀ ਆ ਗਈ ਸੀਗੀ ਸਾਡੇ ਕਿਚਨ ਡਰਾਅਰ ਵਿੱਚ ਤੇ ਮਤਲਬ ਖੂਨ ਵੀ ਨਿਕਲਣਾ ਸ਼ੁਰੂ ਹੋ ਗਿਆ, ਦਰਦ ਵੀ ਬਹੁਤ ਹੋਈ। ਤੇ ਉਸ ਸਮੇਂ ਮੈਨੂੰ ਯਾਦ ਹੈ ਮਤਲਬ ਇੱਕੋ ਦਮ ਨਾ ਮੈਂ ਕੋਈ ਫੋਰਸਫੁਲੀ ਐਫਰਟ ਨਹੀਂ ਕੀਤਾ ਲੇਕਿਨ ਉਂਗਲੀ ਆਈ ਤਾਂ ਮੈਂ ਇੱਕੋ ਦਮ ਕਹਿਣਾ ਸ਼ੁਰੂ ਕਰਤਾ ਮਨ ਵਿੱਚ ਹੀ ਇਹ ਵੀ ਦਾਤਰੀ ਦਾਤਾਰ, ਇਹ ਵੀ ਦਾਤਰੀ ਦਾਤਾਰ। ਤੇ ਉਹਦੇ ਨਾਲ ਮਤਲਬ ਕੁਛ ਲੇਕਿਨ ਸ਼ਾਇਦ ਮੇਰਾ ਦੁੱਖ ਜਿਹੜਾ ਸੀ ਉਹ ਘਟ ਗਿਆ, ਮੈਂ ਸਫਰ ਨਹੀਂ ਕੀਤਾ ਇਹਨਾਂ। ਦੂਸਰੇ ਪਾਸੇ ਹੋ ਸਕਦਾ ਸੀ ਮੇਰੀ ਉਂਗਲੀ ਆ ਗਈ ਤੇ ਮੈਂ ਆਪਣੇ ਆਪ ਨੂੰ ਕੋਸੀ ਜਾਵਾਂ ਕਿਉਂ ਅਵਨੀਤ ਤੂੰ ਮਤਲਬ ਠੀਕ ਤਰ੍ਹਾਂ ਡਰਾਅ ਨਹੀਂ ਬੰਦ ਕਰ ਸਕਦੀ ਤੇ ਉਹ ਮੈਂ ਆਪਣੇ ਆਪ ਨੂੰ ਕੋਸੀ ਜਾਵਾਂ, ਰੋਈ ਜਾਵਾਂ। ਤੇ ਮੇਰੇ ਖਿਆਲ ਠੀਕ ਸਮੇਂ ਜੇ ਗੱਲ ਇੱਕ ਮਤਲਬ ਆ ਜਾਏ ਗੁਰਬਾਣੀ ਤੋਂ, ਗੁਰੂ ਸਾਹਿਬ ਆਪ ਸਹਾਈ ਹੋ ਕੇ ਹਰ ਚੀਜ਼ ਤੋਂ ਦੀ ਸੌਖੀ ਕਰ ਦਿੰਦੇ ਨੇ। ਤੇ ਛੋਟਾ ਜਿਹਾ ਬੜੇ ਵੱਡੇ ਲੈਵਲ ਤੇ ਵੀ ਹੁੰਦੀਆਂ ਗੱਲਾਂ। ਨਹੀਂ ਮੈਨੂੰ ਲੱਗਦਾ ਵੀ ਜਿਹੜਾ ਪਿਆਰ ਹੈ ਨਾ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹੀ ਹੁੰਦਾ। ਉਹ ਮੈਨੂੰ ਲੱਗਦਾ ਸਾਨੂੰ ਵੱਡੀਆਂ ਚੀਜ਼ਾਂ ਕਰਕੇ ਗੁਰੂ ਨਹੀਂ ਐਕਚੁਅਲੀ ਰੀਝਦਾ, ਜੇ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਅੰਦਰ ਅਪਣਾ ਲਈਏ। ਤੇ ਆਪ ਜੀ ਨੇ ਬਹੁਤ ਹੀ ਪਿਆਰੀ ਗੱਲ ਕਹੀ। ਨਾਲ ਮੈਂ ਵੀ ਜਦ ਛੋਟਾ ਸੀਗਾ ਤੇ ਮੈਨੂੰ ਜਿਨ੍ਹਾਂ ਕੋਲੋਂ ਮੈਂ ਸਿੱਖਦਾ ਸੀਗਾ ਤਾਂ ਉਹਨਾਂ ਨੇ ਕਿਹਾ ਵੀ ਅੰਗਦ ਕਿ ਇਹੀ ਉਮਰ ਹੈ, ਗੁਰਬਾਣੀ ਕੰਠ ਕਰ ਲਓ, ਭਾਵੇਂ ਸਮਝ ਆਵੇ ਨਾ ਆਵੇ, ਕਿਉਂਕਿ ਜਦ ਤੁਸੀਂ ਸਾਡੀ ਉਮਰ ਵਿੱਚ ਜਾਓਗੇ ਨਾ ਫਿਰ ਤੁਹਾਡਾ ਦਿਮਾਗ ਇੰਨਾ ਸਲੋ ਹੋ ਜਾਣਾ ਕਿ ਤੁਹਾਡੇ ਤੋਂ ਕੰਠ ਨਹੀਂ ਹੋਣਾ। ਤੁਹਾਨੂੰ ਜੋ ਪਹਿਲਾਂ ਦਾ ਯਾਦ ਹੋਏਗਾ ਤੁਸੀਂ ਉਸੇ ਨੂੰ ਹੀ ਰਿਪੀਟ ਕਰ ਪਾਓਗੇ। ਸੋ ਜਿਵੇਂ ਆਪ ਜੀ ਨੇ ਕਿਹਾ ਵੀ ਕਿਤੇ ਨਾ ਕਿਤੇ ਜਿਹੜੇ ਉਦਮ ਹੁੰਦੇ ਨੇ ਸਾਡੇ ਕਿ ਆਪਾਂ ਆਪ ਜੀ ਹੁਕਮਨਾਮਾ ਲੈਂਦੇ ਹੋ, ਮੈਂ ਬੱਚਿਆਂ ਨੂੰ ਵੀ ਕਹਿਣਾ ਚਾਹਾਂਗਾ ਕਿ ਅਸੀਂ ਇਹਦੀ ਤਾਂ ਇੱਕ ਪ੍ਰੈਕਟਿਸ ਬਣਾ ਹੀ ਲਈਏ ਕਿ ਇੱਕ ਤਾਂ ਅਰਦਾਸ ਅਸੀਂ ਜ਼ਰੂਰ ਕਰੀਏ ਤੇ ਨਾਲ ਆਪਣਾ ਹੁਕਮਨਾਮਾ ਗੁਰੂ ਨੂੰ ਕਹਿ ਕੇ ਗੁਰੂ ਜੀ ਆਪ ਜੀ ਦੱਸੋ ਹੁਣ ਮੈਂ ਕੀ ਕਰਾਂ, ਤੇ ਸਹਾਈ ਹੋ ਕੇ। ਤੇ ਮੈਨੂੰ ਲੱਗਦਾ ਵੀ ਆਪ ਜੀ ਨਾਲ ਵੀ ਹੋਇਆ ਹੋਏਗਾ, ਮੇਰੇ ਨਾਲ ਵੀ ਹੁੰਦਾ ਕਿ ਜਦ ਕੋਈ ਟਫ ਸਿਚੁਏਸ਼ਨ ਹੁੰਦੀ ਹੈ ਨਾ ਤੇ ਉਹ ਹੁਕਮਨਾਮਾ ਏਦਾਂ ਦਾ ਆ ਜਾਂਦਾ ਜਿਵੇਂ ਗੁਰੂ ਸਾਹਿਬ ਸਾਡੇ ਨਾਲ ਗੱਲਾਂ ਹੀ ਕਰਦੇ ਪਏ ਨੇ, ਭਾਵੇਂ ਉਹ ਰੈਂਡਮ ਹੀ ਹੋਵੇ ਪਰ ਉਹ ਬਿਲਕੁਲ ਏਦਾਂ ਰਿਲੇਟ ਕਰ ਜਾਂਦਾ ਸਾਡੀ ਪ੍ਰੋਫੈਸ਼ਨਲ ਤੇ ਸੋਸ਼ਲ ਲਾਈਫ ਦੇ ਨਾਲ ਵੀ। ਕਨੈਕਸ਼ਨ ਕਰਨਾ ਚਾਹਾਂਗੀ, ਗੁਰੂ ਸਾਹਿਬ ਜੀ ਹਰ ਵੇਲੇ ਠੀਕ ਸਾਡੇ ਨਾਲ ਗੱਲਾਂ ਕਰਦੇ ਨੇ, ਕਈ ਵਾਰੀ ਹੋ ਜਾਂਦਾ ਅਸੀਂ ਉਹਨੂੰ ਸਮਝ ਨਹੀਂ ਪਾਉਂਦੇ ਹਾਂ। ਬਹੁਤ ਖੂਬ ਜੀ, ਬਹੁਤ ਖੂਬ। ਤੇ ਇਹਦੇ ਨਾਲ ਹੀ ਇੱਕ ਜੁੜਦਾ ਸਵਾਲ ਮੇਰੇ ਕੋਲ ਇਹ ਹੈਗਾ ਕਿ ਪ੍ਰੋਫੈਸ਼ਨਲੀ ਵੀ ਤੇ ਸੋਸ਼ਲੀ, ਇੱਕ ਤਾਂ ਨਿੱਜੀ ਜ਼ਿੰਦਗੀ ਦੇ ਅੰਦਰ ਗੁਰਬਾਣੀ ਸਾਡੀ ਬਹੁਤ ਸਹਾਈ ਹੁੰਦੀ ਹੈ। ਤੇ ਆਪ ਜੀ ਨੂੰ ਕੀ ਲੱਗਦਾ ਵੀ ਤੁਹਾਡੇ ਜਿਹੜਾ ਪ੍ਰੋਫੈਸ਼ਨਲ ਲਾਈਫ ਹੁੰਦੀ ਹੈ ਜਾਂ ਜਦ ਆਪਾਂ ਬਾਹਰ ਵਿਚਰਦੇ ਹਾਂ ਉੱਥੇ ਗੁਰਬਾਣੀ ਸਾਨੂੰ ਕਿਵੇਂ ਸਪੋਰਟ ਦਿੰਦੀ ਹੈ, ਕਿਵੇਂ ਸਹਾਈ ਹੁੰਦੀ ਹੈ ਸਾਡੇ ਵਾਸਤੇ? ਹਰ ਵਕਤ ਹੀ ਜਿਸ ਤਰ੍ਹਾਂ ਪ੍ਰੋਫੈਸ਼ਨਲ ਲਾਈਫ ਵਿੱਚ ਤੁਸੀਂ ਈਵਨ ਐਕੈਡੈਮਿਕ ਲਾਈਫ ਵਿੱਚ ਵੀ ਇੱਕ ਤਾਂ ਫੋਕਸ ਤਾਂ ਤੁਹਾਡਾ ਬਣ ਹੀ ਗਿਆ ਜੇ ਤੁਸੀਂ ਪਾਠ ਕਰਨਾ ਸ਼ੁਰੂ ਕਰਤਾ, ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰਤਾ, ਨਿਤਨੇਮ ਕਰਨਾ ਸ਼ੁਰੂ ਕਰ, ਫੋਕਸ ਤੇ ਕਨਸੈਂਟਰੇਸ਼ਨ ਦਾ ਮਤਲਬ ਉਹ ਬੜੀ ਸੌਖੀ ਰੈਸਿਪੀ ਉਹਨੂੰ ਕਹਿ ਸਕਦੇ ਹੋ ਤੁਸੀਂ। ਤੇ ਉਹ ਗੱਲ ਤਾਂ ਐਕੈਡੈਮਿਕਲੀ ਹਰ ਕੰਮ ਵਿੱਚ ਸਹਾਈ ਹੁੰਦੀ ਹੈ। ਪ੍ਰੋਫੈਸ਼ਨਲੀ ਵੀ ਬੜੀ ਸਾਰੀ ਸਿਚੁਏਸ਼ਨਸ ਹੁੰਦੀਆਂ ਨੇ ਜ਼ਿੰਦਗੀ ਵਿੱਚ ਜਿੱਥੇ ਤੁਹਾਨੂੰ ਲੋਕ ਮਿਲਦੇ ਨੇ ਜਿਹੜੇ ਮਤਲਬ ਸਾਡੇ ਮਨ ਵਿੱਚ ਕ੍ਰੋਧ ਪੈਦਾ ਕਰਨ ਜਾਂ ਸਾਨੂੰ ਕੋਈ ਗੱਲ ਅੱਛੀ ਨਾ ਲੱਗੇ
ਜਾਂ ਉਦਾਸ ਹੋ ਜਾਏ ਮਤਲਬ ਦੁਨੀਆ ਦੇ ਘਟਨਾਵਾਂ ਤੇ ਕਿ ਨਿਊਜ਼ ਔਨ ਕਰਦੇ ਆ ਤਾਂ ਕਈ ਵਾਰੀ ਮਤਲਬ ਦੁੱਖ ਲੱਗਦਾ ਹੈ ਕਿਸੇ ਗੱਲ ਤੋਂ ਜਾਂ ਸਾਨੂੰ ਇਸ ਤਰ੍ਹਾਂ ਕੋਈ ਦੁੱਖ ਪਹੁੰਚਾਉਂਦਾ ਹੈ। ਗੁਰਬਾਣੀ ਉਸ ਵਕਤ ਇਸ ਤਰ੍ਹਾਂ ਮੇਰੇ ਨਾਲ ਕਾਫੀ ਵਾਰੀ ਹੋਇਆ ਹੈ ਕਿ ਮਤਲਬ ਸੋਚ ਕੇ ਕਿ ਸਭ ਕੁਝ ਹੁਕਮ ਹੋ ਰਿਹਾ ਹੈ ਜਾਂ ਉਸ ਤਰ੍ਹਾਂ ਜੀ ਤੁੱਕਾ ਮਾਰ ਜਾਂਦੇ ਕਿ ਗੁੱਸਾ ਮਨ ਨਾ ਹੰਡਾਏ ਜਾਂ ਕਿ ਅਸੀਂ ਹਾਂਜੀ ਬਿਲਕੁਲ ਬਿਲਕੁਲ ਤੇ ਉਹ ਉਸ ਸਮੇਂ ਗੁਰਬਾਣੀ ਆਬਵੀਅਸਲੀ ਸਹਾਈ ਹੁੰਦੀ ਹੈ ਤੇ what it makes us do ਜੋ ਮੈਂ ਨੋਟਿਸ that makes you think clearly ਤੇ ਕਿਸੇ ਵੀ ਚੀਜ਼ ਵਾਸਤੇ ਕਿਸੇ ਵੀ ਸਿਚੁਏਸ਼ਨ ਨੂੰ ਠੀਕ ਤਰ੍ਹਾਂ ਡੀਲ ਕਰਨ ਦੇ ਇੱਕ ਸਾਨੂੰ ਇੱਕ ਸ਼ਾਂਤ ਇੱਕ ਕਾਮ ਕੂਲ ਮਾਈਂਡ ਹੋਣਾ ਬਹੁਤ ਜ਼ਰੂਰੀ ਹੈ। ਇਹ ਸਾਡੇ ਰਿਲੇਸ਼ਨਸ਼ਿਪਸ ਵਿੱਚ ਵੀ ਪੇਰੈਂਟਸ ਨਾਲ ਜਾਂ ਸੋਸ਼ਲੀ ਹਰ ਪਾਸੇ ਇਹ ਸਾਡਾ ਮਤਲਬ ਸਕਸੈਸ ਨੂੰ ਮੈਨੂੰ ਲੱਗਦਾ ਕੈਟਲਿਸਟ ਐਕਟ ਕਰਦੀ ਹੈ। ਨਹੀਂ ਬਹੁਤ ਖੂਬ ਜੀ 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 ਮੈਨੂੰ ਲੱਗਦਾ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ ਕਿ ਆਪਾਂ ਜਿਵੇਂ ਆਪ ਜੀ ਨੇ ਫਿਰ ਕਿਹਾ ਮਤਲਬ ਮੈਂ ਸਾਰੀ ਲੜੀ ਜੋੜਨਾ ਚਾਹਾਂਗਾ ਕਿ ਆਪਾਂ ਜੇ ਕਮਿਟਮੈਂਟ ਸਾਡੀ ਤਾਂ ਹੀ ਆਪਾਂ ਆਪਣਾ 100% ਦੇ ਪਾਵਾਂਗੇ ਜੀ ਸਾਡੇ ਕੋਲ ਜਾਂ ਫੋਕਸ ਕਰ ਪਾਵਾਂਗੇ ਜੇ ਇਫ ਯੂ ਆਰ ਕਲੀਅਰ ਅਬਾਊਟ ਸਰਟਨ ਥਿੰਗਸ। ਹੁਣ ਜੇ ਮੈਨੂੰ ਪਤਾ ਹੈ ਕਿ ਮੇਰਾ ਕੋਈ ਵੀ ਉਦਮ ਮੈਂ ਇੱਦਾਂ ਦਾ ਨਾ ਕਰਾਂ ਜਿਹਦੇ ਨਾਲ ਮੇਰੇ ਪੇਰੈਂਟਸ ਨੂੰ ਦੁੱਖ ਹੋਵੇ ਜਾਂ ਮੇਰੇ ਪੇਰੈਂਟਸ ਦੇ ਪਿਆਰ ਦੇ ਵਿੱਚ ਥੋੜ੍ਹੀ ਜਿਹੀ ਵਿੱਥ ਪੈ ਜਾਵੇ, ਮੈਨੂੰ ਲੱਗਦਾ ਨਹੀਂ ਮੈਂ ਉਹ ਲੈ ਕਰਮ ਕਰਾਂਗਾ ਵੀ ਜਾਂ ਮੈਂ ਇੱਕ ਮਾਈਂਡ ਤੇ ਚੈੱਕ ਜ਼ਰੂਰ ਰੱਖਾਂਗਾ ਕਿ ਮੈਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਸੋ ਇਹਦੇ ਨਾਲ ਹੀ ਬਿਫੋਰ ਵੀ ਓਪਨ ਅਪ ਸੰਗਤ ਦੇ ਵਾਸਤੇ ਕੁਐਸਚਨਸ ਮੈਂ ਸੰਗਤ ਨੂੰ ਕਹਾਂਗਾ ਜੇ ਆਪ ਜੀ ਕੋਲ ਕੋਈ ਕੁਐਸਚਨਸ ਹੋਣ ਉਹ ਤਿਆਰ ਰੱਖ ਲੈਣ। ਇਸ ਤੋਂ ਪਹਿਲਾਂ ਇੱਕ ਜਿਹੜਾ ਕੁਐਸਚਨ ਆਪ ਜੀ ਵਾਸਤੇ ਹੈਗਾ ਕਿ ਇਫ ਯੂ ਕੁਡ ਸੀ ਦ ਸਕਰੀਨ ਐਜ਼ ਵੈਲ ਕਿ ਹਾਊ ਡੂ ਯੂ ਡੀਲ ਵਿਦ ਚੈਲੰਜਸ ਐਂਡ ਪ੍ਰੈਸ਼ਰਸ ਇਨ ਲਾਈਫ। ਕੀ ਆਉਂਦਾ ਤੁਹਾਡੇ ਮਨ ਦੇ ਅੰਦਰ ਚੈਲੰਜਸ ਜਾਂ ਪ੍ਰੈਸ਼ਰਸ ਜਿਹੜੇ ਕਿ ਇੱਕ ਦੁਨਿਆਵੀ ਇੱਕ ਜਿਹੜਾ ਤੁਹਾਡਾ ਦੋਸਤ ਹੋਵੇ ਉਹ ਕਹਿੰਦਾ ਯਾਰ ਮੇਰੇ ਕੋਲ ਚੈਲੰਜਸ ਆ ਗਏ ਆ ਤੁਹਾਡੇ ਕੋਲ ਆ ਰਹੇ ਨੇ, ਤੁਸੀਂ ਕਿਵੇਂ ਵੇਖਦੇ ਹੋ ਇਹਨਾਂ ਚੀਜ਼ਾਂ ਨੂੰ? ਚੈਲੰਜਸ ਤੇ ਪ੍ਰੈਸ਼ਰਸ ਇਹ ਸਵਾਲ ਫਿਰ ਉਹੀ ਗੱਲ ਹੈ ਜੀ ਸਾਡਾ ਏਮ ਸਾਡੇ ਕੋਲ ਕਲੀਅਰ ਹੈਗਾ ਜੇ ਸਾਡਾ ਫਾਈਨਲ ਡੈਸਟੀਨੇਸ਼ਨ ਜਾਂ ਏਮ ਹੈ ਸਾਨੂੰ ਪਤਾ ਕਿ ਸਾਨੂੰ ਅਸਲੀਅਤ ਵਿੱਚ ਖੁਸ਼ੀ ਕਿਸ ਤਰ੍ਹਾਂ ਮਿਲਣੀ ਹੈ। ਜਿਸ ਤਰ੍ਹਾਂ ਤੁਸੀਂ ਹੁਣ ਮੇਰੀ ਅੱਜ 3 ਫੋਟੋਜ਼ ਵੀ ਦਿਖਾਈਆਂ ਸੀਗੀਆਂ ਪਿੱਛੇ ਤੇ ਉਹਨਾਂ ਮਤਲਬ ਇਨਸੀਡੈਂਟਸ ਤੋਂ ਜਾਣ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਅਲਟੀਮੇਟ ਖੁਸ਼ੀ ਉਹ ਚੀਜ਼ਾਂ ਤੁਹਾਨੂੰ ਖੁਸ਼ੀ ਦਿੰਦੀਆਂ ਨੇ ਜ਼ਰੂਰ ਲੇਕਿਨ ਬਹੁਤ ਥੋੜੀ ਦੇਰ ਲਈ ਹੈ ਜਾਂ ਉਹਨੂੰ ਅਸੀਂ ਪਲੇਜ਼ਰਸ ਕਹਿ ਸਕਦੇ ਹਾਂ ਲੇਕਿਨ ਅਲਟੀਮੇਟ ਜਿਹੜਾ ਸਾਨੂੰ ਜਿਹਨੂੰ ਅਸੀਂ ਆਨੰਦ ਕਹਿੰਦੇ ਹਾਂ ਜਾਂ ਮਤਲਬ ਇਟਰਨਲ ਹੈਪੀਨੈਸ ਉਹ ਕਿਤੇ ਹੋਰ ਹੀ ਪਈ ਹੈ। ਤੇ ਜੇ ਸਾਨੂੰ ਉਹ ਬ੍ਰੌਡਰ ਪਿਕਚਰ ਅਗਰ ਅਸੀਂ ਹਮੇਸ਼ਾ ਆਪਣੇ ਮਾਈਂਡ ਵਿੱਚ ਰੱਖੀਏ ਤਾਂ ਕੋਈ ਵੀ ਚੈਲੰਜ ਜਾਂ ਕੋਈ ਵੀ ਪ੍ਰੈਸ਼ਰ ਇੰਨਾ ਜ਼ਿਆਦਾ ਵੱਡਾ ਨਹੀਂ ਲੱਗਦਾ। ਤੇ ਇਹ ਮੈਂ ਆਪਣੇ ਆਪ ਨੂੰ ਵੀ ਕਹਿ ਰਹੀ ਹਾਂ ਕਿਉਂਕਿ ਮੇਰੇ ਐਗਜ਼ਾਮ ਸ਼ੁਰੂ ਨੇ ਥਰਸਡੇ ਤੋਂ ਤੇ ਮੈਂ ਆਪਣੇ ਆਪ ਨੂੰ ਵੀ ਇਹ ਗੱਲ ਕਹਿ ਰਹੀ ਹਾਂ ਕਿ ਮਤਲਬ ਜੇ ਅਸੀਂ ਉਹ ਸੋਚੀ ਨਾ ਪਰਵਾਹ ਨਾ ਹੀ ਕਿਸੇ ਕੇਰੀ ਬਾੜ ਸੱਚੇ ਨਾ ਉਹ ਉਸ ਤਰ੍ਹਾਂ ਜੀ ਮਤਲਬ ਅਗਰ ਮਾਈਂਡ ਵਿੱਚ ਪਰਸਪੈਕਟਿਵ ਰੱਖੀਏ ਤੇ ਮੈਨੂੰ ਲੱਗਦਾ ਫਿਰ ਕੋਈ ਵੀ ਚੈਲੰਜ ਇੰਨਾ ਵੱਡਾ ਨਹੀਂ ਲੱਗਦਾ ਤੇ ਸਾਡੇ ਕੋਲ ਹਿੰਮਤ ਵੀ ਆ ਜਾਂਦੀ ਉਸ ਨਾਲ ਉਸਨੂੰ ਫੇਸ ਕਰਨ ਦੀ। ਬਹੁਤ ਖੂਬ ਅਵਨੀਤ ਜੀ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਹੁਣ ਵੀ ਜੇ ਆਪਾਂ ਗੱਲ ਕਰੀਏ ਤਾਂ ਇੱਕ ਗੁਰਸਿੱਖ ਦਾ ਜਿਹੜਾ ਲਾਈਫ ਸਟਾਈਲ ਹੁੰਦਾ ਹੈ ਜਿਹੜੀ ਜ਼ਿੰਦਗੀ ਹੁੰਦੀ ਹੈ ਤੇ ਇੱਕ ਜੇ ਆਪਾਂ ਕਹਿ ਲਈਏ ਜਿਹੜੇ ਨਹੀਂ ਗੁਰੂ ਦੀ ਕਿਰਪਾ ਹਜੇ ਨਹੀਂ ਹੋਈ ਉਹਨਾਂ ਵਿੱਚ ਮੈਨੂੰ ਲੱਗਦਾ ਵੀ ਨੇਤਰ ਤਾਂ ਉਹੀ ਰਹਿੰਦੇ ਨੇ, ਉਹ ਕੰਨ ਵੀ ਉਹੀ ਰਹਿੰਦੇ ਨੇ, ਸਭ ਕੁਝ ਸਾਡੇ ਚੀਜ਼ਾਂ ਉਹੀ ਰਹਿੰਦੀਆਂ ਨੇ, ਬਸ ਪਰਸਪੈਕਟਿਵ ਜਿਵੇਂ ਆਪ ਜੀ ਨੇ ਦੱਸਿਆ ਪਹਿਲਾਂ ਕਿ ਉਹ ਦੇਖਣ ਦਾ ਨਜ਼ਰੀਆ ਹੀ ਬਦਲ ਜਾਂਦਾ ਹਰ ਇੱਕ ਚੀਜ਼ਾਂ ਨੂੰ। ਚੈਲੰਜਸ ਨਹੀਂ ਰਹਿੰਦੇ। ਮੈਂ ਕਿੱਥੇ ਸੁਣ ਰਿਹਾ ਸੀ ਆਪ ਜੀ ਦੇ ਇੰਟਰਵਿਊ ਦੇ ਅੰਦਰ ਆਪ ਜੀ ਨੇ ਦੱਸਿਆ ਸੀਗਾ ਕਿ ਮੇਰੇ ਕੋਲ ਹੁਣ ਕੋਈ ਚੈਲੰਜ ਨਹੀਂ ਹੈ ਤੇ ਮੈਨੂੰ ਏਦਾਂ ਲੱਗਦਾ ਵੀ ਮੈਂ ਬੁੱਢੀ ਹੋ ਗਈ ਹਾਂ। ਤੇ ਉਹਦੇ ਵਿੱਚ ਮੈਨੂੰ ਬੜਾ ਵਧੀਆ ਲੱਗਿਆ ਜਦ ਮੈਂ ਸੁਣਿਆ ਕਿ ਚੈਲੰਜਸ ਹੀ ਇੱਕ ਪ੍ਰੋਗਰੈਸ ਹੈ ਤੇ ਉਹੀ ਅਲਾਈਵ ਰੱਖਦੀ ਹੈ ਸਾਨੂੰ। ਤੇ ਇਹਦੇ ਨਾਲ ਹੀ ਮੈਂ ਬਿਫੋਰ ਆਈ ਕਮ ਟੂ ਦ ਕੰਪਲੀਟ ਲਾਸਟ ਕੁਐਸਚਨ ਆਫ ਦੀ ਸੈਸ਼ਨ ਮੈਂ ਬੱਚਿਆਂ ਤੋਂ ਪੁੱਛਣਾ ਚਾਹਾਂਗਾ ਕੋਈ ਜੇ ਉਹਨਾਂ ਦੇ ਸਵਾਲ ਹੋਣ। ਅਵਨੀਤ ਜੀ ਤੁਹਾਡੇ ਨਾਲ ਰੂਬਰੂ ਹੋਣਾ ਚਾਹੁੰਦੇ ਨੇ, ਤੁਸੀਂ ਚੈਟ ਤੇ ਕੁਐਸਚਨਸ ਲਿਖ ਸਕਦੇ ਹੋ, ਆਪਾਂ ਉਹਨਾਂ ਦੇ ਨਾਲ ਡਿਸਕਸ਼ਨਸ ਕਰ ਲਵਾਂਗੇ। ਐਂਡ ਜਦ ਤੱਕ ਬੱਚੇ ਲਿਖਦੇ ਨੇ ਮੈਂ ਆਪ ਜੀ ਨਾਲ ਇੱਕ ਵੈਸੇ ਆਪਣੀ ਪਰਸਨਲ ਗੱਲ ਸ਼ੇਅਰ ਕਰਦਾ ਕਿ ਮੈਨੂੰ ਨਹੀਂ ਪਤਾ ਸੀਗਾ ਕਿ ਪਰਮਿੰਦਰ ਵੀਰ ਜੀ ਉਹ ਨੇ ਜਿਨ੍ਹਾਂ ਦਾ ਸੈਸ਼ਨ ਪਹਿਲਾਂ ਹੋਇਆ ਬਿਕੋਜ਼ ਉਹ ਮੇਰੇ ਵੀ ਫੇਵਰੇਟ ਨੇ। ਤੇ ਮੈਂ ਐਕਚੁਅਲੀ ਗੱਲ ਕਰ ਰਹੀ ਸੀ ਆਪਣੇ ਘਰਦਿਆਂ ਨਾਲ, ਜਿਹੜੀ ਆਪ ਜੀ ਦੀ ਕੀਰਤਨ ਦੀ ਫੋਟੋਗ੍ਰਾਫ ਮੈਂ ਸ਼ੇਅਰ ਕੀਤੀ ਸੀਗੀ ਉਹਦੇ ਅੰਦਰ ਭਾਈ ਪਰਮਿੰਦਰ ਜੀ ਹੀ ਜੋੜੀ ਵਜਾ ਰਹੇ ਨੇ ਤੇ ਮੈਂ ਕਹਿ ਰਿਹਾ ਸੀ ਵੀ ਕਿਵੇਂ ਵਾਹਿਗੁਰੂ ਜੀ ਲਿੰਕ ਬਣਾਉਂਦੇ ਨੇ ਕਿਉਂਕਿ ਮੈਂ ਉਹਨਾਂ ਦਾ ਰੀਸੈਂਟਲੀ ਕੀਰਤਨ ਸੁਣ ਰਿਹਾ ਸੀਗਾ, ਫਿਰ ਤੁਹਾਡੀ ਫੋਟੋਗ੍ਰਾਫ ਉਹਨਾਂ ਦੇ ਨਾਲ ਵੇਖੀ, ਫਿਰ ਮੈਨੂੰ ਸਵੇਰੇ ਹੀ ਅੱਜ ਪਤਾ ਲੱਗਿਆ ਵੀ ਉਹਨਾਂ ਦਾ ਹੀ ਸੈਸ਼ਨ ਹੋਣਾ। ਸੋ
ਮੈਨੂੰ ਲੱਗਦਾ ਆਪ ਜੀ ਨਾਲ ਕਦੀ ਏਦਾਂ ਹੋਇਆ ਕਿ ਜੋ ਹਜੇ ਅਸੀਂ ਉਦਮ ਨਹੀਂ ਕਰ ਰਹੇ ਪਰ ਅਸੀਂ ਸੋਚਿਆ ਹੀ ਹੈ ਮਨ ਦੇ ਅੰਦਰ, ਤੇ ਵਾਹਿਗੁਰੂ ਜੀ ਸਾਨੂੰ ਹਿੰਟ ਦੇਣੇ ਸ਼ੁਰੂ ਕਰ ਦਿੰਦੇ ਕਿਤੇ ਨਾ ਕਿਤੇ, ਕੜੀ ਤੇ ਕੜੀ ਇੱਕ ਪਲਾਨ ਜਾਂ ਜੋੜੀ ਬਣਾਉਣੀ ਸ਼ੁਰੂ ਕਰ ਦਿੰਦੇ। ਕਦੀ ਹੋਇਆ ਆਪ ਜੀ ਨਾਲ ਏਦਾਂ? ਜੀ ਬੜੀ ਵਾਰੀ ਹੁੰਦਾ ਹੈ, ਕੋਈ ਨਾ ਕੋਈ ਤੁਸੀਂ ਗੱਲ ਸੋਚ ਰਹੇ ਹੁੰਦੇ ਹੋ ਤੇ ਕਈ ਸ਼ਬਦ ਤੁਸੀਂ ਉਹੀ ਰੈਂਡਮ ਸ਼ਬਦ ਆਪਣੇ ਐਪ ਤੇ ਕਲਿੱਕ ਕਰੋ ਤੇ ਉਹੀ ਗੱਲ ਆ ਜਾਂਦੀ ਹੈ, ਉਸ ਸ਼ਬਦ ਬਾਰੇ ਸੋਚ ਰਹੇ ਹੁੰਦੇ ਉਹੀ ਸ਼ਬਦ ਆ ਜਾਂਦਾ ਹੈ। ਤੇ ਬਹੁਤ ਇਸ ਤਰ੍ਹਾਂ ਦੇ ਬੜੇ ਐਗਜ਼ਾਮਪਲਸ ਹੈਗੇ ਨੇ ਕਿ ਕੁਝ ਕੋਈ ਫੁਰਨਾ ਆਇਆ ਮਨ ਵਿੱਚ ਤੇ ਉਹ ਮਤਲਬ ਮਹਾਰਾਜ ਆਪ ਸਹਾਈ ਹੋ ਕੇ ਉਹਨੂੰ ਪੂਰਾ ਵੀ ਕਰਦੇ ਨੇ, ਜਾਂ ਸਾਨੂੰ ਸੋਝੀ ਬਖਸ਼ਦੇ ਨੇ ਕਿ ਅਸੀਂ ਹੁਣ ਉਦਮ ਕਰੀਏ, ਜਾਂ ਸਾਨੂੰ ਹਿੰਮਤ ਬਖਸ਼ਦੇ ਨੇ ਉਦਮ ਕਰਨ ਦੀ, ਤੇ ਕੰਟੈਂਟਮੈਂਟ ਵੀ ਬਖਸ਼ਦੇ ਨੇ ਕਈ ਵਾਰੀ ਜਦ ਲੋੜ ਹੁੰਦੀ ਹੈ ਉਹਦੀ। ਬਿਲਕੁਲ 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 ਸਹੀ ਜੀ। ਸੋ ਸਾਡੇ ਕੋਲ ਇੱਕ ਸਵਾਲ ਆਇਆ, ਉਹ ਪੁੱਛਦੇ ਨੇ ਉਹ ਪੁੱਛਦੇ ਨੇ ਕਿ ਆਪ ਜੀ ਦਾ ਕੋਈ ਸ਼ਡਿਊਲ ਹੈਗਾ ਜੋ ਤੁਸੀਂ ਪਾਠ ਜਾਂ ਗੁਰਬਾਣੀ ਕਰਦੇ ਹੋ? ਇਜ਼ देयर एनी schedule for that? ਜੀ ਮਤਲਬ ਕੋਸ਼ਿਸ਼ ਕਰੀਦੀ ਹੈ ਕਿ ਸਵੇਰੇ ਮਤਲਬ ਗੁਰਬਾਣੀ ਨਾਲ ਸ਼ੁਰੂਆਤ ਹੋਏ ਦਿਨ ਦੀ, ਮਤਲਬ ਉਹੀ ਬੇਸਿਕ ਜਿਹੜਾ ਸਾਰਿਆਂ ਦਾ ਨਿਤਨੇਮ ਹੈਗਾ, ਉਹ ਕੋਸ਼ਿਸ਼ ਕਰ ਲੈਂਦੇ ਆ ਕਿ ਹੋਏ। ਤੇ ਸਵੇਰੇ ਹੀ ਮਤਲਬ ਵਿੱਚ ਦਿਨ ਵਿੱਚ ਜਦ ਵੀ ਸਮਾਂ ਮਿਲਦਾ ਹੈ, ਬ੍ਰੇਕ ਲੈਣ ਦਾ ਮਨ ਕਰਦਾ ਹੈ, ਕਈ ਵਾਰੀ ਪੜ੍ਹ ਕੇ ਥੱਕ ਜਾਈਦਾ ਹੈ, ਜਾਂ ਕਿੱਥੋਂ ਮਤਲਬ ਕੰਮ ਤੋਂ ਆਇਆ ਵਾਪਸ ਤੇ ਥੱਕ ਜਾਈਦਾ ਤਾਂ ਮਤਲਬ ਵਾਜਾ ਕੱਢ ਲੈਂਦੀਆਂ। ਮੈਂ ਤਬਲਾ ਵੀ ਸਿੱਖਣਾ ਸ਼ੁਰੂ ਕੀਤਾ ਹੈ ਤੇ ਜਾਂ ਤਬਲੇ ਤੇ ਥੋੜਾ ਜਿਹਾ ਕੋਸ਼ਿਸ਼ ਕਰਦੀ ਹਾਂ। ਓਕੇ, ਗ੍ਰੇਟ। ਸੋ ਆਈ ਥਿੰਕ ਇਹਦੇ ਨਾਲ ਹੀ ਇੱਕ ਕੀਰਤਨ ਦੇ ਰਿਲੇਟਡ ਸਵਾਲ ਆਇਆ ਕਿ ਆਪ ਜੀ ਹੋਰ ਕਿਹੜੇ ਇੰਸਟਰੂਮੈਂਟਸ ਜਾਣਦੇ ਹੋ ਜਾਂ ਤੁਹਾਡਾ ਦਿਲ ਹੈ ਸਿੱਖਣ ਦਾ? ਜੀ ਹਲੇ ਤੱਕ ਮੈਨੂੰ ਲੱਗਦਾ ਹਲੇ ਹਾਰਮੋਨੀਅਮ ਵੀ ਮੈਨੂੰ ਪੂਰੀ ਤਰ੍ਹਾਂ ਵਜਾਉਣਾ ਨਹੀਂ ਆਇਆ ਹੈ ਤੇ ਉਹ ਵੀ ਮੈਂ ਹਲੇ ਸਿੱਖ ਹੀ ਰਹੀ ਹਾਂ। ਤੇ ਉਹਦੇ ਨਾਲ ਤਬਲੇ ਦਾ ਮੈਨੂੰ ਬੜਾ ਸ਼ੌਂਕ ਸੀਗਾ ਬਚਪਨ ਤੋਂ ਹੀ, ਤੇ ਹੁਣ ਮੈਂ ਰੀਸੈਂਟਲੀ ਆਪਣੇ ਆਪ ਕੋਸ਼ਿਸ਼ ਕਰ ਰਹੀ ਹਾਂ, ਆਨਲਾਈਨ ਕਾਫੀ ਟਿਊਟੋਰੀਅਲਸ ਨੇ ਜਿੱਥੋਂ ਸਿੱਖ ਸਕਦੇ ਹੋ, ਤੇ ਤਬਲਾ ਆ ਗਿਆ ਤੇ ਮੈਂ ਤਬਲਾ ਸਿੱਖਣਾ ਸ਼ੁਰੂ ਕਰ ਦਿੱਤਾ ਹੈ। ਹੋਰ ਬੜੇ ਇੰਸਟਰੂਮੈਂਟਸ ਨੇ, ਮੇਰਾ ਦਿਲ ਹੈ ਕਿ ਮੈਂ ਗਿਟਾਰ ਸਿੱਖਾਂ, ਸਟ੍ਰਿੰਗ ਇੰਸਟਰੂਮੈਂਟ ਸਿੱਖਾਂ, ਪਰ ਫਿਲਹਾਲ ਉਹਨਾਂ ਦੀ ਪਹਿਲ ਨਹੀਂ ਹੋਈ ਹੈ, ਲੇਕਿਨ ਮੇਰਾ ਮਨ ਹੈ ਕਦੀ ਨਾ ਕਦੀ ਉਹ ਵੀ ਕਰਾਂ। ਆਈ ਥਿੰਕ ਜੇ ਉਹ ਫੁਰਨਾ ਆ ਗਿਆ ਤਾਂ ਵਾਹਿਗੁਰੂ ਜੀ ਆਪ ਸਹਾਈ ਵੀ ਹੋ ਜਾਣਗੇ ਉਹਦੇ ਵਾਸਤੇ। ਨਾਲ ਦੀ ਨਾਲ ਇੱਕ ਕੁਐਸਚਨ ਹੋਰ ਆਇਆ ਹੈ, ਸਾਨੂੰ ਪੁੱਛਿਆ ਹੈ ਕਿ ਉਹ ਥੋੜੇ ਰਿਲੇਟਡ ਨੇ ਸਵਾਲ, ਪਰ ਮੈਂ ਪਹਿਲਾਂ ਪੁੱਛਦਾ ਕਿ ਤੁਹਾਡੇ ਵਾਸਤੇ ਸਭ ਤੋਂ ਚੈਲੰਜਿੰਗ ਕਿਹੜਾ ਫੇਜ਼ ਰਿਹਾ ਤੁਹਾਡੇ ਲਾਈਫ ਦਾ? ਹੁਣ ਅਗਰ ਮੈਂ ਪਿੱਛੇ ਮੁੜ ਕੇ ਦੇਖਾਂ ਤਾਂ ਲੱਗਦਾ ਕੁਝ ਵੀ ਇੰਨਾ ਚੈਲੰਜਿੰਗ ਨਹੀਂ ਸੀਗਾ। ਜਦ ਅਸੀਂ ਉਸ ਸਮੇਂ 'ਚ ਹੁੰਦੇ ਸਾਨੂੰ ਲੱਗਦਾ ਮੇਰੇ ਇਸ ਸਮੇਂ ਤੋਂ ਚੈਲੰਜਿੰਗ ਤਾਂ ਕੁਝ ਹੈਗਾ ਹੀ ਨਹੀਂ। ਇਸ ਤਰ੍ਹਾਂ ਕਈ ਵਾਰੀ ਫੀਲਿੰਗ ਆਉਂਦੀ ਹੈ ਜਦ ਅਸੀਂ ਚੈਲੰਜਿੰਗ ਦੌੜ ਵਿੱਚ ਹੁੰਦੇ ਹਾਂ, ਲੇਕਿਨ ਪਿੱਛੇ ਮੁੜ ਕੇ ਦੇਖਾ ਤਾਂ ਕੁਝ ਵੀ ਐਸਾ ਜਿੰਨਾ ਚੈਲੰਜਿੰਗ ਨਹੀਂ ਹੈ। ਲੇਕਿਨ ਰੋਜ਼ ਦੀ ਜ਼ਿੰਦਗੀ 'ਚ ਜੇ ਮੈਂ ਦੇਖਾਂ ਤੇ ਜਿਹੜਾ ਮਨ ਨੂੰ ਮਾਰਨਾ ਹੁੰਦਾ ਹੈ, ਈਵਨ ਸਵੇਰੇ ਜਦ ਉੱਠਣਾ ਪੈਂਦਾ ਹੈ, ਜਦ ਉੱਠਣ ਦਾ ਹੁੰਦਾ ਕਿ ਨਹੀਂ ਠੀਕ ਗੱਲ ਹੈ ਕਿ ਮੈਂ ਸਵੇਰੇ ਉੱਠਾਂ, ਤਾਂ ਵੀ ਮਨ ਨੂੰ ਮਾਰਨਾ ਹੁੰਦਾ ਰਜਾਈ ਪਾਸੇ ਕਰਨ ਦੀ ਹੈ। ਤੇ ਜਿਹੜਾ ਕਈ ਵਾਰੀ ਜਦ ਚੀਜ਼ ਸਾਨੂੰ ਪਤਾ ਕਿ ਠੀਕ ਚੀਜ਼ ਹੈਗੀ ਹੈ ਜਿਹੜੀ ਅਸੀਂ ਕਰਨੀ ਹੈ, ਲੇਕਿਨ ਸਾਡਾ ਮਨ ਨਹੀਂ ਕਰ ਰਿਹਾ ਹੁੰਦਾ ਉਸ ਚੀਜ਼ ਨੂੰ ਕਰਨ ਲਈ, ਉਸ ਸਮੇਂ ਠੀਕ ਰਸਤਾ ਚੂਜ਼ ਕਰਨਾ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਚੈਲੰਜਿੰਗ ਚੀਜ਼ ਹੈਗੀ ਹੈ ਮੇਰੀ ਜ਼ਿੰਦਗੀ 'ਚ। ਬਿਲਕੁਲ ਜੀ। ਮੈਨੂੰ ਲੱਗਦਾ ਜਿੱਥੇ ਮਨ ਨਾ ਮੰਨੇ ਤੇ ਉਹਨੂੰ ਮਨਾਉਣਾ ਹੋਵੇ, ਬਾਕੀ ਆਈ ਥਿੰਕ ਸਾਰੇ ਮੰਨ ਜਾਂਦੇ ਨੇ, ਬਟ ਮਨ ਹੀ ਨਹੀਂ ਮੰਨਦਾ, ਉਹੀ ਸਭ ਤੋਂ ਚੈਲੰਜਿੰਗ ਉਦਮ ਲੱਗਦਾ ਕਰਨਾ। ਤੇ ਇੱਕ ਕੁਐਸਚਨ ਆਇਆ ਕਿਰਨਜੀਤ ਕੌਰ ਜੀ ਦਾ, ਉਹ ਕਹਿੰਦੇ ਨੇ ਕਿ ਛੋਟੇ ਹੁੰਦੇ ਏਮ ਰੱਖਣੇ ਜ਼ਰੂਰੀ ਹਨ, ਤੁਹਾਡੇ ਕੀ ਏਮਸ ਹਨ? ਜੀ ਬਿਲਕੁਲ, ਮੇਰੇ ਖਿਆਲ ਏਮਸ ਹੋਣੇ ਬਹੁਤ ਜ਼ਰੂਰੀ ਨੇ। ਆਈ ਥਿੰਕ ਮੈਂ ਪਹਿਲੇ ਵੀ ਕਿਹਾ ਸੀ ਕਿ ਵਿਦਆਊਟ ਏਮਸ ਅਸੀਂ ਬਹੁਤ ਛੇਤੀ ਡਿਸਟਰੈਕਟ ਹੋ ਸਕਦੇ ਹਾਂ ਆਪਣੇ ਗੋਲਸ ਤੋਂ, ਜਾਂ ਟਾਈਮ ਜਿਹੜਾ ਅਸੀਂ ਨੂੰ ਠੀਕ ਤਰ੍ਹਾਂ ਸੰਭਾਲ ਨਹੀਂ ਸਕਦੇ। ਮੇਰੇ ਖਿਆਲ ਪਰਮਿੰਦਰ ਵੀਰ ਜੀ ਵੀ ਟਾਈਮ ਦੀ ਗੱਲ ਕਰ ਰਹੇ ਸੀ ਆਪਣੇ ਸੈਸ਼ਨ ਵਿੱਚ, ਮੈਂ ਥੋੜਾ ਜਿਹਾ ਜਿਹੜਾ ਸੁਣਿਆ, ਤੇ ਟਾਈਮ ਨੂੰ ਸੰਭਾਲਣ ਲਈ ਸਾਨੂੰ ਏਮਸ ਹੋਣੇ ਜ਼ਰੂਰੀ ਨੇ, ਕਿਉਂਕਿ ਜਿੰਨੇ ਤੱਕ ਏਮ ਨਹੀਂ ਹੋਏਗਾ ਅਸੀਂ ਕਿਸੇ ਚੀਜ਼ ਵੱਲ ਅਸੀਂ ਚੱਲ ਨਹੀਂ ਪਾਵਾਂਗੇ। ਤੇ ਜ਼ਿੰਦਗੀ ਵਿੱਚ ਚੱਲਣਾ, ਹਰ ਵਕਤ ਪ੍ਰੋਗਰੈਸ ਕਰਨਾ ਬਹੁਤ ਜ਼ਰੂਰੀ ਹੈ, ਭਾਵੇਂ ਗੋਲਸ ਛੋਟੇ ਹੋਣ ਭਾਵੇਂ ਵੱਡੇ ਹੋਣ, ਗੋਲਸ ਹੋਣੇ ਬਹੁਤ ਜ਼ਰੂਰੀ ਹੈ। ਵੱਡੇ ਗੋਲਸ ਹੋਣਗੇ ਸਾਨੂੰ ਵੱਡਾ ਪਿਕਚਰ ਇਨ ਮਾਈਂਡ ਰਹੇਗਾ ਤੇ ਅਸੀਂ ਛੋਟੀ ਗੱਲਾਂ ਤੇ ਸਟ੍ਰੈਸ ਆਊਟ ਨਹੀਂ ਹੋਵਾਂਗੇ। ਤੇ ਜਿੱਥੇ ਗੱਲ ਹੈ ਕਿ ਮੇਰਾ ਕੀ ਏਮ ਸੀਗਾ ਛੋਟੇ ਹੁੰਦੇ, ਮੇਰੇ ਛੋਟੇ ਹੁੰਦੇ ਹਮੇਸ਼ਾ ਏਮ ਸੀਗੇ ਕਿ ਠੀਕ ਹੈ ਮੈਂ ਹੁਣ ਇੰਨੇ ਨੰਬਰ ਲੈਣੇ ਜਿੰਨੇ ਪਿਛਲੀ ਵਾਰੀ ਆਏ ਸੀ, ਹਮੇਸ਼ਾ ਮੇਰਾ ਇਸ ਵਾਰੀ ਥੋੜੇ ਜ਼ਿਆਦਾ। ਤੇ ਇਹ ਮੇਰਾ ਹੁੰਦਾ ਸੀ, ਆਪਣੇ ਆਪ ਨੂੰ ਹੀ ਮੈਂ ਐਜ਼ ਕੰਪੀਟੀਸ਼ਨ ਮੰਨ ਕੇ ਚਲਦੀ ਸੀਗੀ। ਇਹ ਸਪੋਰਟਸ ਵਿੱਚ ਵੀ ਸੀਗਾ ਮੇਰੇ ਕੋਲ ਕਿ ਮੇਰੀ ਹੁਣ ਸਰਵਿਸ ਦੀ ਸਪੀਡ ਕਿੰਨੀ ਹੋ ਗਈ ਹੈ,
ਉਸ ਸਰਵਿਸ ਦੀ ਸਪੀਡ ਮੇਰੀ ਟੈਨਿਸ ਦੀ ਥੋੜੀ ਵੱਧ ਹੋਏ, ਜਾਂ ਮੈਂ ਆਪਣੇ ਫਾਦਰ ਨੂੰ ਹਰਾ ਸਕਾਂ। ਇਸ ਤਰ੍ਹਾਂ ਦੇ ਏਮਸ ਹਮੇਸ਼ਾ ਹਰ ਚੀਜ਼ ਵਾਸਤੇ ਥੋੜੇ ਥੋੜੇ ਸੀਗੇ। ਹੁਣ ਇੱਕ ਹੋਰ ਏਮ ਵੀ ਕਹਿ ਸਕਦੇ ਜਿਸ ਤਰ੍ਹਾਂ ਇੱਕ ਛੋਟੇ ਹੁੰਦੇ ਮੈਂ ਏਮ ਕੀਤਾ ਸੀ ਕਿ ਮੈਨੂੰ ਕਿਸੇ ਨੇ ਕਿਹਾ ਕਿ ਰੋਜ਼ ਨਿਤਨੇਮ ਕਰਨਾ ਜ਼ਰੂਰੀ ਹੈ, ਜਿਸ ਤਰ੍ਹਾਂ ਬੜੇ ਸਾਰੇ ਹੋਰ ਲੋਕਾਂ ਨੂੰ ਵੀ ਕਿਹਾ ਹੋਏਗਾ। ਤੇ ਮੈਂ ਸੋਚਿਆ ਕਿ ਕਿਉਂ ਜ਼ਰੂਰੀ ਹੈ, ਫਿਰ ਮੈਂ ਸੋਚਿਆ ਚਲੋ ਮੈਂ ਐਕਸਪੀਰੀਅੰਸ ਕਰਕੇ ਦੇਖਦੀ ਹਾਂ। ਫਿਰ ਮੈਂ ਆਪਣਾ ਏਮ ਬਣਾਇਆ ਕਿ ਅੱਛਾ 1 ਮਹੀਨੇ ਲਈ ਮੈਂ ਟਰਾਈ ਕਰਦੀ ਹਾਂ, ਜੇ ਮੇਰੀ ਜ਼ਿੰਦਗੀ ਵਿੱਚ ਕੋਈ ਫਰਕ ਆਇਆ ਮੈਂ ਕੰਟੀਨਿਊ ਕਰਾਂਗੀ, ਤੇ ਨਹੀਂ ਆਇਆ ਤਾਂ ਮੈਂ ਛੱਡ ਦਾਂਗੀ। ਤੇ ਫਿਰ ਉਹ ਵੀ ਇੱਕ ਏਮ ਸੀਗਾ ਕਿ 1 ਮਹੀਨੇ ਲਈ ਮੈਂ ਇਹ ਰੋਜ਼ ਕਰਨਾ ਹੈ। ਤੇ ਇਸ ਤਰ੍ਹਾਂ ਦੇ ਛੋਟੇ ਛੋਟੇ ਏਮਸ ਮੈਨੂੰ ਲੱਗਦਾ ਹਰ ਵਕਤ ਹੋਣੇ ਚਾਹੀਦੇ ਨੇ ਜ਼ਿੰਦਗੀ 'ਚ। ਬਹੁਤ ਖੂਬ ਜੀ, ਬਹੁਤ ਖੂਬ। ਮੈਨੂੰ ਲੱਗਦਾ ਬੱਚਿਆਂ ਨੂੰ ਬੜਾ ਪਿਆਰ ਲੱਗ ਰਿਹਾ ਆਪ ਜੀ ਨਾਲ ਗੱਲਾਂ ਕਰਦੇ, ਤੇ ਸਾਡੇ ਕੋਲ ਕੁਝ ਹੋਰ ਸਵਾਲ ਵੀ ਆਏ ਨੇ। ਸੋ ਥੋੜਾ ਮੈਂ ਜਿਹੜੇ ਬਾਕੀ ਪਹਿਲਾਂ 2 ਸਵਾਲ ਆਏ ਨੇ ਉਹਨਾਂ ਨੂੰ ਮੈਂ ਬਾਅਦ ਚ ਪੁੱਛਦਾ। ਉਹ ਇੱਕ ਰਿਲੇਟਡ ਹੀ ਸਵਾਲ ਹੈ ਡਿਸਟਰੈਕਸ਼ਨ ਤੋਂ। ਤੇ ਉਹ ਕਹਿੰਦੇ ਵੀ ਆਪ ਜੀ ਕਿਵੇਂ ਫੋਕਸ ਵਾਪਸ ਲੈ ਕੇ ਆਉਂਦੇ ਹੋ। ਸ਼ਾਇਦ ਇਹਨੂੰ ਆਪ ਜੀ ਸ਼ਾਇਦ ਕਿਤੇ ਨਾ ਕਿਤੇ ਪੂਰੇ ਸੈਸ਼ਨ ਦੇ ਅੰਦਰ ਸਮਝਾ ਵੀ ਸਕੇ ਹੋ, ਬਟ ਜੇ ਇੱਕ ਇਹਦਾ ਆਨਸਰ ਦੇਣਾ ਹੋਵੇ ਕਿ ਹਾਊ ਡੂ ਯੂ ਬ੍ਰਿੰਗ ਬੈਕ ਯੋਰ ਫੋਕਸ ਡਿਸਟਰੈਕਸ਼ਨਸ ਤੋਂ। ਜੀ, ਪਹਿਲੀ ਗੱਲ ਤਾਂ ਡਿਸਟਰੈਕਟ ਇਹ ਪਤਾ ਕਰੋ ਕਿ ਡਿਸਟਰੈਕਟ ਕਿਸ ਕਰਕੇ ਹੋ ਰਹੇ ਹੋ। ਕਈ ਵਾਰੀ ਹੁੰਦਾ ਅਸੀਂ 2 ਘੰਟੇ ਲਗਾਤਾਰ ਪੜ੍ਹ ਰਹੇ ਹਾਂ ਤੇ ਉਸ ਤੋਂ ਬਾਅਦ ਮਤਲਬ ਦਿਮਾਗ ਵੀ ਥੱਕ ਜਾਂਦਾ, ਸਰੀਰ ਵੀ ਥੱਕ ਜਾਂਦਾ ਬੈਠ ਕੇ, ਤੇ ਫਿਰ ਉਸ ਤੋਂ ਬਾਅਦ ਬ੍ਰੇਕ ਲੈਣੀ ਕਈ ਵਾਰੀ ਜ਼ਰੂਰੀ ਹੋ ਜਾਂਦੀ ਹੈ। ਤੇ ਡੂ ਸਮਥਿੰਗ ਐਲਸ। ਜੇ ਤੁਹਾਨੂੰ ਲੱਗਦਾ ਤੁਸੀਂ ਟਾਈਮ ਬਹੁਤ ਜ਼ਿਆਦਾ ਵੇਸਟ ਕਰ ਰਹੇ ਹੋ, ਗੋ ਫॉर ਅ ਵਾਕ, ਗੋ ਫॉर ਅ ਰਨ, ਪੁਸ਼ ਅਪਸ ਕਰ ਲਓ ਵੀਕ, ਆਪਣੇ ਕੁਝ ਖਾਓ, ਮੰਮਾ ਨੂੰ ਤੰਗ ਕਰਾਓ, ਪਾਪਾ ਨੂੰ ਤੰਗ ਕਰਾਓ, ਜੋ ਵੀ whatever works for you। ਉਹ ਕਰਕੇ ਫਿਰ ਵਾਪਸ ਆਪਣੇ ਕੰਮ ਤੇ ਆਓ ਤਾਂ ਯੂ ਸੀ ਤਾਂ ਦਾ ਮਾਈਂਡ ਥੋੜਾ ਕਲੀਅਰ ਹੈ। ਸੋ ਪਤਾ ਕਰਨਾ ਕਿ ਮੈਂ ਡਿਸਟਰੈਕਟ ਜਾਂ ਮੈਂ ਫੋਕਸ ਕਿਉਂ ਨਹੀਂ ਕਰ ਪਾ ਰਹੀ ਹਾਂ ਜਾਂ ਕਰ ਪਾ ਰਹੀ ਹਾਂ। ਇਜ਼ ਇਟ ਕਿਉਂਕਿ ਮੈਂ ਥੱਕੀ ਹੋਈ ਹਾਂ, ਮੈਨੂੰ ਸ਼ਾਇਦ 10 ਮਿੰਟ ਦੇ ਪਾਵਰ ਨੈਪ ਦੀ ਜ਼ਰੂਰਤ ਹੈ, ਜਾਂ ਕਿ ਮੈਨੂੰ ਸਮਝ ਨਹੀਂ ਆ ਰਹੀ। ਕਿਉਂਕਿ ਕਈ ਵਾਰੀ ਅਸੀਂ ਬਹੁਤ ਔਖਾ ਕੁਝ ਪੜ੍ਹ ਰਹੇ ਹੁੰਦੇ, ਸਾਨੂੰ ਸਮਝ ਨਹੀਂ ਆ ਰਹੀ ਹੁੰਦੀ, ਤੇ ਉਸ ਸਮੇਂ ਫਿਰ ਛੋਟੇ ਛੋਟੇ ਚੰਕਸ ਵਿੱਚ ਆਪਣੇ ਟਾਸਕ ਨੂੰ ਡਿਵਾਈਡ ਕਰਕੇ ਤੇ ਪ੍ਰਾਇੋਰਟਾਈਜ਼ ਕਰਕੇ ਵੀ ਮਦਦ ਮਿਲਦੀ ਹੈ। ਸੋ ਉਹਦੀ ਜੋ ਵੀ ਪ੍ਰੋਬਲਮ ਹੈ ਜ਼ਿੰਦਗੀ 'ਚ, ਉਹਦੇ ਜੜ ਤੇ ਜਾ ਕੇ ਸੋਚ ਕੇ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ ਤਾਂ ਮੈਨੂੰ ਲੱਗਦਾ ਅਸੀਂ ਸਕਸੈਸਫੁਲੀ ਓਵਰਕਮ ਕਰ ਸਕਦੇ ਹਾਂ ਚੈਲੰਜਸ ਨੂੰ। ਬਹੁਤ ਖੂਬ, ਬਹੁਤ ਖੂਬ ਜੀ। ਮੈਨੂੰ ਲੱਗਦਾ ਸਾਡੇ ਸੈਸ਼ਨ ਤੋਂ ਇੱਕ ਅਲੱਗ ਸੈਸ਼ਨ ਹੀ ਚੱਲ ਰਿਹਾ ਨਾਲ ਦੀ ਨਾਲ, ਜਿਹੜੇ ਬੱਚੇ ਸਵਾਲ ਪੁੱਛਦੇ ਪਏ ਨੇ, ਬਹੁਤ ਹੀ ਵਧੀਆ ਲੱਗ ਰਿਹਾ ਮੈਨੂੰ। ਤੇ ਉਹਨਾਂ ਨੇ ਇੱਕ ਹੋਰ ਸਵਾਲ ਪੁੱਛਿਆ ਵੀ ਹੁਣ ਕਿਉਂਕਿ ਲਾਕਡਾਊਨ ਚੱਲ ਰਿਹਾ, ਅੱਜ ਆਲ ਓਵਰ ਗਲੋਬਲ ਪੈਂਡੇਮਿਕ ਚੱਲ ਰਿਹਾ, ਕੀ ਇਸ ਸਮੇਂ ਦੌਰਾਨ ਕੁਝ ਆਪ ਜੀ ਕਿਵੇਂ ਟਾਈਮ ਸਪੈਂਡ ਕਰਦੇ ਹੋ? ਕੁਝ ਨਵਾਂ ਵਾਧਾ, ਤੁਸੀਂ ਕੁਝ ਨਵੇਂ ਉਦਮ ਕੀਤੇ ਹੋਣ ਜਾਂ ਕਰੰਟ ਉਦਮ ਦੇ ਅੰਦਰ ਕੁਝ ਵਾਧਾ ਕੀਤਾ ਹੋਵੇ, ਕੁਝ ਉਹਦੇ ਬਾਰੇ ਤੁਸੀਂ ਜਰਨੀ ਦੱਸਣੀ ਚਾਹੋਗੇ ਤਾਂ। लॉकडाउन विच एक्चुअली मेरे लिए लॉकडाउन इन्ना ਜ਼ਿਆਦਾ ਟਾਈਮ ਨਹੀਂ ਦੇ ਪਾਇਆ ਲੌਕਡਾਊਨ ਮੈਨੂੰ, ਕਿਉਂਕਿ ਮੇਰੀ ਪੜ੍ਹਾਈ ਵੀ ਚੱਲ ਰਹੀ ਸੀਗੀ, ਕੰਮ ਤੇ ਵੀ ਮੈਂ ਕੰਮ ਵੀ ਕਰ ਰਹੀ ਸੀ, ਵਰਕ ਫਰਮ ਹੋਮ ਸੀਗਾ, ਘਰੋਂ ਕੰਮ ਕਰ ਰਹੀ ਸੀ, ਤੇ ਇੰਨਾ ਜ਼ਿਆਦਾ ਟਾਈਮ ਮੈਨੂੰ ਨਹੀਂ ਮਿਲਿਆ। ਲੇਕਿਨ ਹਾਂਜੀ ਜ਼ਰੂਰ ਇਹ ਮੇਰੇ ਲਕਸ਼ਰੀ ਸੀਗੀ ਕਿ ਮੈਂ ਆਪਣੇ ਕਿ ਕਿੰਨੇ ਵਜੇ ਮੈਂ ਸੋਣਾ ਤੇ ਕਿੰਨੇ ਵਜੇ ਮੈਂ ਜਾਗਣਾ, ਉਹ ਸ਼ਾਇਦ ਮੇਰੇ ਹੱਥ ਵਿੱਚ ਥੋੜਾ ਜ਼ਿਆਦਾ ਕੰਟਰੋਲ ਸੀਗਾ ਉਹਦਾ। ਕਿਉਂਕਿ ਕਈ ਵਾਰੀ ਅਸੀਂ ਕੰਮ ਤੋਂ ਬਹੁਤ ਲੇਟ ਹੋ ਜਾਂਦੇ ਹਾਂ, ਜਾਂ ਸਵੇਰੇ 9 ਵਜੇ ਕਲਾਸ ਹੈ ਤਾਂ 9 ਵਜੇ ਜਾਣਾ ਹੁੰਦਾ। ਹੁਣ ਜਿਸ ਤਰ੍ਹਾਂ ਇਸ ਤਰ੍ਹਾਂ ਸਮਾਂ ਸੀ ਕਿ ਕਈ ਵਾਰੀ 12 ਵਜੇ ਸੋ ਕੇ ਵੀ ਅਸੀਂ ਇਨ ਟਾਈਮ ਫਿਰ ਅੰਮ੍ਰਿਤ ਵੇਲੇ ਉੱਠ ਕੇ, ਮਤਲਬ ਸਵੇਰੇ ਜਦ ਕੋਈ ਵੀ ਹੋਰ ਡਿਸਟਰੈਕਸ਼ਨ ਨਹੀਂ ਹੋ ਰਹੀ ਹੁੰਦੀ, ਉੱਠ ਕੇ ਫਿਰ ਅਸੀਂ ਦੁਬਾਰਾ ਸੋ ਸਕਦੇ ਸੀਗੇ, ਤੇ ਉਹ ਥੋੜਾ ਸੌਖਾ ਸੀ। ਉਸ ਪ੍ਰਤੀ ਉਦਮ ਮੈਨੂੰ ਲੱਗਦਾ ਹੋ ਪਾਇਆ, ਪਰ ਐਸਾ ਬਹੁਤਾ ਟਾਈਮ ਨਹੀਂ ਮਿਲ ਪਾਇਆ ਹੋਇਆ। ਓਕੇ ਕੀ ਫੈਮਿਲੀ ਦੇ ਨਾਲ ਵੀ ਆਪ ਜੀ ਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਸਮਝਣਾ ਜਾਂ ਉਹਨਾਂ ਦੇ ਨਾਲ ਜਿਹੜਾ ਇੱਕ ਰਿਸ਼ਤਾ ਹੈ ਉਹ ਵੀ ਸ਼ਾਇਦ ਸਟਰੋਂਗ ਹੋਇਆ ਇਹਦੇ ਅੰਦਰ? ਹਾਂਜੀ ਬਿਲਕੁਲ, ਬਿਲਕੁਲ ਤੁਸੀਂ ਹੁਣੇ ਕਿਹਾ ਤਾਂ ਮੈਨੂੰ ਧਿਆਨ ਆ ਰਿਹਾ। ਬਿਲਕੁਲ ਨਹੀਂ, ਅਸੀਂ ਜਿਸ ਤਰ੍ਹਾਂ ਹੁਣ ਲਾਕਡਾਊਨ ਵਿੱਚ ਕਿਉਂਕਿ ਸਾਰੇ ਘਰ ਹੀ ਸੀਗੇ ਕਾਫੀ ਦੇਰ, ਤੇ ਅਸੀਂ ਡਿਨਰ ਤਾਂ ਹਮੇਸ਼ਾ ਇਕੱਠੇ ਕਰਦੇ ਸੀਗੇ, ਲੇਕਿਨ ਡਿਨਰ ਤੋਂ ਬਾਅਦ ਹੀ ਮਤਲਬ ਥੋੜਾ ਬੈਠ ਕੇ ਇਕੱਠੇ ਅਸੀਂ ਗੱਲਾਂ ਕਰਨੀਆਂ ਤੇ ਵਿਚਾਰ ਸਾਂਝੇ ਕਰਨੇ, ਤੇ ਡੈਫੀਨਿਟਲੀ ਉਹ ਬੌਂਡ ਸਟਰੋਂਗਰ ਹੋਇਆ ਸੀ ਜੀ। ਓਕੇ, ਤੇ ਕਿਉਂਕਿ ਹੁਣ ਆਪਾਂ ਲਾਕਡਾਊਨ ਵਿੱਚ ਬਾਹਰ ਤਾਂ ਜਾ ਨਹੀਂ ਸਕਦੇ, ਸੋ ਇੱਕ ਸਵਾਲ ਐਕਚੁਅਲੀ ਇਦਾਂ ਦਾ ਆਇਆ ਕਿ ਤੁਸੀਂ ਕਿਹੜੇ ਸਪੋਰਟਸ ਪਲੇ ਕਰਦੇ ਹੋ, ਤੇ ਤੁਸੀਂ ਉਹ ਵੀ ਦੱਸੋ ਵੀ ਪਹਿਲਾਂ ਲਾਕਡਾਊਨ ਤੋਂ ਪਹਿਲਾਂ ਕਿਹੜਾ ਕਰਦੇ ਸੀ, ਤੇ ਕੋਈ ਇੱਕ ਨਵਾਂ ਇਨਡੋਰ ਸਪੋਰਟ ਵੀ ਤੁਸੀਂ ਕੋਈ ਸ਼ੁਰੂ ਕੀਤਾ? ਜੀ ਕਾਫੀ ਦੇਰ ਤੋਂ ਮੈਂ ਛੋਟੇ ਹੁੰਦੇ ਮੈਂ ਪ੍ਰੋਫੈਸ਼ਨਲ ਟੈਨਿਸ ਖੇਲਦੀ ਸੀ, ਕੰਪੀਟੀਸ਼ਨਸ ਵਿੱਚ ਜਾਂਦੀ ਸੀ। ਕਾਫੀ ਦੇਰ ਤੋਂ ਮੈਂ ਛੋੜਿਆ ਹੋਇਆ, ਇਨਫੈਕਟ ਈਅਰ 10 ਤੋਂ ਬਾਅਦ ਹੀ ਮੈਂ ਛੋੜਤਾ ਸੀਗਾ, ਕਿਉਂਕਿ 11 12 ਵਿੱਚ ਪੜ੍ਹਾਈ ਇੰਨੀ ਹੋ ਜਾਂਦੀ ਹੈ ਕਿ ਟਾਈਮ ਨਹੀਂ ਹੁੰਦਾ ਹੋਰ ਕੁਝ ਕਰਨ ਦਾ, ਤੇ ਉਹ ਮੈਂ ਫਿਰ ਪ੍ਰੋਫੈਸ਼ਨਲੀ ਕਦੀ ਵੀ ਨਹੀਂ ਵਾਪਸ ਚੱਕਿਆ। ਉਹ ਬਹੁਤ ਰੇਅਰਲੀ ਮੈਂ ਜਾਂਦੀ ਹਾਂ ਖੇਲਣ, ਲੇਕਿਨ ਲਾਕਡਾਊਨ ਵਿੱਚ ਅਸੀਂ ਇਸ ਤਰ੍ਹਾਂ ਸੈਰ ਕਰਨ ਜਾ ਸਕਦੇ ਹਾਂ। ਸੋ ਫੈਮਿਲੀ ਨਾਲ ਰਾਤੀ ਡਿਨਰ ਤੋਂ ਬਾਅਦ ਅਸੀਂ ਕਈ ਵਾਰੀ ਜਾਈਦਾ ਸੀਗਾ, ਮਤਲਬ ਤਕਰੀਬਨ ਰੋਜ਼ ਹੀ ਜਾਈਦਾ ਸੀ। ਹੁਣ ਕਾਫੀ ਠੰਡ ਹੋ ਗਈ ਇੱਥੇ ਕੈਨਬਰਾ 'ਚ,
ਤੇ ਹੁਣ ਮੈਂ ਜਿਸ ਤਰ੍ਹਾਂ ਸਨਸੈਟ ਵਾਲੇ ਜਾਂਦੀ ਹਾਂ ਤੇ ਉੱਥੇ ਕਈ ਵਾਰੀ ਜਾਂਦੀ ਹਾਂ, ਰੋਜ਼ ਤਾਂ ਨਹੀਂ ਜਾਂਦੀ, ਕਈ ਵਾਰੀ ਜਾਂਦੀ ਹਾਂ ਤੇ ਘਰ ਅਗਰ ਮਤਲਬ ਸਟ੍ਰੈਚਸ ਕਰ ਲਿਆ, ਪੁਸ਼ਅਪਸ ਕਰ ਲਿਆ ਥੋੜੀ। ਬਹੁਤ ਵਧੀਆ। ਇਹਦੇ ਨਾਲ ਇੱਕ ਮੇਰੇ ਮਨ ਵਿੱਚ ਸਵਾਲ ਆਇਆ ਆਪ ਜੀ ਨੂੰ ਪੁੱਛਣ ਦਾ, ਕਿਉਂਕਿ ਆਪਾਂ ਸਨਸੈਟ ਦੀ ਗੱਲ ਕੀਤੀ ਤੇ ਸਾਡਾ ਪਿੱਛੇ ਜਿਹਾ ਸੈਸ਼ਨ ਹੋਇਆ ਸੀ ਜਿਹੜਾ ਈਕੋ ਸਿੱਖ ਵੀਰ ਨਾਲ ਹੋਇਆ ਸੀ, ਮੈਂ ਰეკਮੈਂਡ ਕਰਾਂਗਾ ਕਿ ਉਹ ਸਾਰੇ ਜ਼ਰੂਰ ਵੇਖਣ। ਕਿ ਨੇਚਰ ਦੇ ਨਾਲ ਆਪ ਜੀ ਦਾ ਕੀ ਕਨੈਕਸ਼ਨ ਹੈ, ਕੁਝ ਉਹਦੇ ਬਾਰੇ ਸਾਂਝ ਪਾਓਗੇ ਤਾਂ। ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ। ਨੇਚਰ ਮਤਲਬ ਇੱਕ ਤਾਂ ਪ੍ਰੈਕਟੀਕਲ, ਸਾਨੂੰ ਸਾਰਿਆਂ ਨੂੰ ਪਤਾ ਸਾਇੰਟੀਫਿਕਲੀ ਸਾਨੂੰ ਮਤਲਬ ਤੰਦਰੁਸਤ ਬਣਾਉਂਦਾ ਹੈ ਤੇ ਮੈਨੂੰ ਲੱਗਦਾ ਨੇਚਰ ਵਿੱਚ ਅਸੀਂ ਜਾਂਦੇ ਹਾਂ, ਅਗਰ ਮੈਂ ਸੋਚਾਂ ਜਦ ਸੈਰ ਕਰਨ ਵੀ ਜਾਂਦੇ, ਇੱਥੇ ਕਾਫੀ ਗ੍ਰੀਨਰੀ ਹੈਗੀ ਹੈ ਜਿੱਥੇ ਮੈਂ ਰਹਿੰਦੀ ਹਾਂ, ਪੇੜ ਕਾਫੀ ਨੇ ਇੱਥੇ ਆਸੇ ਪਾਸੇ ਤੇ ਬਹੁਤ ਹੀ ਜਿਸ ਤਰ੍ਹਾਂ ਇੱਕ ਅਗਰ ਅਸੀਂ ਧਿਆਨ ਨਾਲ ਸੁਣੀਏ ਕਿ ਸਾਡੇ ਆਸੇ ਪਾਸੇ ਕੀ ਹੋ ਰਿਹਾ ਉਸ ਵਕਤ, ਤੇ ਸਭ ਕੁਝ ਲੱਗਦਾ ਹੈ ਕਿ ਮਤਲਬ ਯੂ ਫੀਲ ਅ ਪਾਰਟ ਆਫ ਦੈਟ ਨੇਚਰ ਐਂਡ ਯੂ ਫੀਲ, ਕਿਉਂਕਿ ਅਸੀਂ ਸਕਰੀਨ ਦੇ ਸਾਹਮਣੇ ਹਰ ਵਕਤ ਬੈਠੇ ਰਹਿੰਦੇ ਹਾਂ, ਸਾਡੀ ਜ਼ਿੰਦਗੀ ਥੋੜੀ ਆਰਟੀਫਿਸ਼ੀਅਲ ਹੋ ਜਾਂਦੀ ਹੈ ਕਹਿ ਸਕਦੇ ਹੋ। ਜੇ ਨੇਚਰ ਦੇ ਵਿੱਚ ਹੁੰਦੇ ਆ ਤਾਂ ਮਤਲਬ ਉਹ ਥੋੜਾ ਵਾਈਡਰ ਪਰਸਪੈਕਟਿਵ ਮਿਲਦਾ ਹੈ, ਜਾਂ ਮਤਲਬ ਅਸੀਂ ਜੇ ਸਿੱਧੇ ਤਰੀਕੇ ਨਾਲ ਕਹਿ ਸਕੀਏ ਮਤਲਬ ਅਸੀਂ ਰੱਬ ਦੇ ਜ਼ਿਆਦਾ ਕੋਲ ਮਹਿਸੂਸ ਕਰ ਸਕਦੇ ਹਾਂ। ਤੇ ਡੈਫੀਨਿਟਲੀ ਸ਼ਾਂਤੀ ਮਿਲਦੀ ਹੈ, ਮਤਲਬ ਅੱਛਾ ਲੱਗਦਾ ਹੈ ਕਹਿ ਸਕਦੇ ਹੋ। ਬਹੁਤ 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 ਖੂਬ। ਕਿਉਂਕਿ ਅੱਜ ਕੱਲ ਮੈਨੂੰ ਲੱਗਦਾ ਜਿੱਦਾਂ ਸਾਡਾ ਲਾਕਡਾਊਨ ਚੱਲ ਰਿਹਾ, ਸਾਡਾ ਸਕਰੀਨ ਟਾਈਮ ਜ਼ਿਆਦਾ ਹੋ ਗਿਆ, ਸਾਡਾ ਸਲੀਪ ਟਾਈਮ ਘੱਟ ਹੋ ਗਿਆ। ਪਰ ਜਿਵੇਂ ਆਪ ਜੀ ਨੇ ਕਿਹਾ ਵੀ ਮੈਂ ਬੱਚਿਆਂ ਨੂੰ ਵੀ ਕਹਾਂਗਾ ਕਿ ਹਾਲਾਂਕਿ ਅਸੀਂ ਭਾਵੇਂ ਘਰੇ ਬੈਠੇ ਹਾਂ, ਅਸੀਂ ਜੇ ਪੜ੍ਹਦੇ ਵੀ ਪਏ ਹਾਂ ਤਾਂ ਚੰਗੀ ਗੱਲ ਹੈ, ਬਟ ਸਾਡਾ ਜਿਹੜਾ ਰੂਟੀਨ ਹੈ ਉਹ ਸੌਣ ਦਾ ਤੇ ਉੱਠਣ ਦਾ, ਉਹ ਜੇ ਆਪਾਂ ਬਣਾ ਕੇ ਰੱਖੀਏ ਤਾਂ ਸਾਡੇ ਕੋਲ ਬਹੁਤ ਸਮਾਂ ਬਚ ਜਾਂਦਾ ਚੰਗੀਆਂ ਚੀਜ਼ਾਂ ਕਰਨ ਦਾ ਵੀ। ਸੋ ਇਹਦੇ ਨਾਲ ਇੱਕ ਕੁਐਸਚਨ ਸਾਡੇ ਕੋਲ ਹੋਰ ਇੱਕ ਬਹੁਤ ਹੀ ਆਈ ਥਿੰਕ ਹੱਡ ਬੀਤੀ ਤੇ ਪਿਆਰਾ ਕੁਐਸਚਨ ਆਇਆ ਕਿ ਕਿਉਂਕਿ ਅੱਜ ਕੱਲ ਸਾਰੇ ਸਾਈਕੋਲੋਜਿਸਟ ਵੀ ਕਹਿੰਦੇ ਨੇ, ਵੱਡੇ ਤੋਂ ਵੱਡੇ ਬੁਲਾਰੇ ਵੀ ਆ ਕੇ ਕਹਿੰਦੇ ਨੇ ਵੀ ਯਾਰ ਏਮ ਜ਼ਿੰਦਗੀ 'ਚ ਹੋਣੇ ਬਹੁਤ ਜ਼ਰੂਰੀ ਨੇ, ਗੋਲਸ ਰੱਖੋ, ਏਮਸ ਰੱਖੋ। ਤੇ ਇੱਕ ਬੱਚੇ ਨੇ ਬੜਾ ਪਿਆਰਾ ਸਵਾਲ ਪੁੱਛਿਆ ਵੀ ਮਤਲਬ ਅਸੀਂ ਮਤਲਬ ਸੋਚ ਕੇ ਥੱਕ ਗਏ ਆ ਵੀ ਕਿਹੜਾ ਏਮ ਬਣਾਈਏ, ਪਰ ਸੈੱਟ ਹੀ ਨਹੀਂ ਹੋ ਪਾ ਰਿਹਾ। ਹੁਣ ਉਹ ਕਲੈਰਿਟੀ ਕਿਵੇਂ ਆਪ ਜੀ ਉਹਨਾਂ ਬੱਚਿਆਂ ਨੂੰ ਕਿਵੇਂ ਸਵਾਲ ਦਾ ਜਵਾਬ ਦੋਗੇ ਕਿ ਉਹ ਕੋਸ਼ਿਸ਼ ਕਰ ਰਹੇ ਨੇ, ਐਦਾਂ ਨਹੀਂ ਕਿ ਉਦਮ ਨਹੀਂ ਕਰ ਰਹੇ, ਦੇ ਆਰ ਸਿਟਿੰਗ ਬੈਕ, ਉਹ ਸੋਚ ਰਹੇ ਨੇ ਪਰ ਫਿਰ ਵੀ ਕਲੀਅਰ ਨਹੀਂ ਹੋ ਪਾ ਰਹੇ, ਉਹਦੇ ਬਾਰੇ ਕੀ ਉਹਨਾਂ ਨਾਲ ਤੁਸੀਂ ਸਾਂਝ ਪਾਓਗੇ? ਜੀ ਇੱਕ ਤਾਂ ਬਹੁਤ ਇੰਟੈਲੀਜੈਂਟ ਸਵਾਲ ਹੈ, ਕਿਉਂਕਿ ਅਸੀਂ ਸਾਰੇ ਕਹਿੰਦੇ ਏਮਸ ਹੋਣੇ ਚਾਹੀਦੇ, ਪਰ ਕਿਸ ਤਰ੍ਹਾਂ, ਹਾਊ ਬੜਾ ਇੰਪੋਰਟੈਂਟ ਸਵਾਲ ਹੁੰਦਾ ਹੈ। ਤੇ ਪਹਿਲੀ ਗੱਲ ਤਾਂ ਹੁਣ ਇੱਕ ਤਾਂ ਪ੍ਰੈਕਟੀਕਲ ਅਸੀਂ ਸੋਚਣਾ ਹੈ। ਪ੍ਰੈਕਟੀਕਲੀ ਹੁਣ ਅਗਰ ਅਸੀਂ ਪੜ੍ਹ ਰਹੇ ਹੈਗੇ ਹਾਂ, ਸਾਨੂੰ ਪਤਾ ਕਿ ਸਾਡਾ ਹੁਣ ਫੋਰ ਐਗਜ਼ਾਮਪਲ ਜਿਹੜੀ ਵੀ ਗ੍ਰੇਡ ਤੁਸੀਂ ਹੈਗੇ ਹੋ, ਤੁਹਾਡੇ ਕੋਲ ਇੱਕ ਸਿਲੇਬਸ ਹੈ, ਐਗਜ਼ਾਮਸ ਹੈ, ਤੁਹਾਨੂੰ ਪਤਾ ਤੁਸੀਂ ਉਹਨਾਂ ਨੂੰ ਸਮਝ ਕੇ ਤੁਸੀਂ ਐਗਜ਼ਾਮਸ ਦੇਣੇ ਨੇ। ਇੱਕ ਤਾਂ ਉਹ ਪ੍ਰੈਕਟੀਕਲ ਤਰੀਕੇ ਦਾ ਹੋ ਗਿਆ, ਉਹਦੇ ਏਮਸ ਕਰਨੇ ਸੌਖੇ ਨੇ ਮੇਰੇ ਖਿਆਲ। ਤੇ ਇੱਕ ਜਿਹੜਾ ਹੋਰ ਵਾਈਡਰ ਜ਼ਿੰਦਗੀ ਦਾ ਏਮ ਹੋ ਗਿਆ, ਮੈਨੂੰ ਲੱਗਦਾ ਸਾਡੀ ਜ਼ਿੰਦਗੀ ਵਿੱਚ ਜੇ ਇੱਕ ਚੀਜ਼ ਪਰਫੈਕਸ਼ਨ ਹੈਗੀ ਹੈ, ਜਾਂ ਇੱਕ ਚੀਜ਼ ਅਸੀਂ ਕਹਿ ਸਕਦੇ ਹਾਂ 100% ਸੱਚ ਹੈਗੀ ਹੈ, ਉਹ ਗੁਰਬਾਣੀ ਹੈ। ਤੇ ਅਸੀਂ ਉਸ ਤੋਂ ਸੇਧ ਲੈ ਸਕਦੇ ਹਾਂ, ਕਿਉਂਕਿ ਅਸੀਂ ਐਟ ਦੀ ਐਂਡ ਆਫ ਦ ਡੇ ਏਮਸ ਕਿਉਂ ਬਣਾਉਂਦੇ ਹਾਂ, ਕਿਉਂ ਅਸੀਂ ਉਹਨੂੰ ਪਾਉਣਾ ਚਾਹੁੰਦੇ ਹਾਂ? ਕਿਉਂਕਿ ਸਾਡੀ ਜ਼ਿੰਦਗੀ ਵਿੱਚ ਸਾਨੂੰ ਖੁਸ਼ੀ ਮਿਲੇ, ਸਾਨੂੰ ਅੱਛਾ ਲੱਗੇ, ਸਾਨੂੰ ਗੁੱਡ ਫੀਲ ਹੋਏ, ਸਾਨੂੰ ਸੁੱਖ ਮਿਲੇ। ਤੇ ਗੁਰਬਾਣੀ ਸਾਨੂੰ ਦੱਸਦੀ ਹੈ ਅਲਟੀਮੇਟ ਤਰੀਕਾ ਸੁੱਖ ਲੈਣ ਦਾ ਕੀ ਹੈ। ਓਬਵੀਅਸਲੀ ਮੈਂ ਵੀ ਤੁਹਾਡੀ ਪੋਜੀਸ਼ਨ 'ਚ ਹੀ ਹਾਂ, ਮੈਂ ਵੀ ਕੋਸ਼ਿਸ਼ ਕਰ ਰਹੀ ਹਾਂ ਕਿ ਏਮਸ ਉਸ ਤਰ੍ਹਾਂ ਬਣਾਵਾਂ, ਤੇ ਲੇਕਿਨ ਐਟ ਦੀ ਐਂਡ ਆਫ ਦ ਡੇ ਮੈਨੂੰ ਲੱਗਦਾ ਗੁਰਬਾਣੀ ਨਾਲ ਜੇ ਅਸੀਂ ਵਿਸ਼ਵਾਸ ਰੱਖ ਕੇ ਕਰੀਏ ਕਿ ਹਾਂਜੀ ਜੋ ਵੀ ਗੁਰਬਾਣੀ ਕਹਿ ਰਹੀ ਹੈ ਠੀਕ ਕਹਿ ਰਹੀ ਹੈ, ਤੇ ਅਸੀਂ ਉਹਦੇ ਮੁਤਾਬਿਕ ਆਪਣੀ ਏਮਸ ਬਣਾਈਏ, ਹੁਕਮਨਾਮਾ ਲੈ ਲਿਆ ਕਰੀਏ ਰੋਜ਼, ਤੇ ਇੱਕ ਚੀਜ਼ ਹੁਕਮਨਾਮੇ ਤੋਂ ਚੱਕ ਕੇ ਆਪਣੀ ਜ਼ਿੰਦਗੀ ਵਿੱਚ ਬਿਹੇਵੀਅਰ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੀਏ, ਪਰਸੈਪਸ਼ਨ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੀਏ ਆਪਣੇ ਆਪ। ਤੇ ਇੱਕ ਹੋਰ ਗੱਲ ਮੈਂ ਕਹਿਣਾ ਚਾਹਾਂਗੀ ਕਿ ਕਿਸੇ ਚੀਜ਼ ਤੇ ਕਾਲ ਨਹੀਂ ਕਰਨੀ ਚਾਹੀਦੀ ਬਹੁਤੀ, ਮਤਲਬ ਹਰ ਚੀਜ਼ ਆਪਣੇ ਸਮੇਂ ਵਿੱਚ ਇਟ ਵਿਲ ਫਿਟ ਇਨਟੂ ਪਲੇਸ ਡੈਫੀਨਿਟਲੀ। ਜੇ ਤੁਸੀਂ ਆਪਣੇ ਵੱਲੋਂ ਰੋਜ਼ ਕੁਛ ਨਾ ਕੁਛ ਕਰ ਰਹੇ ਹੈਗੇ ਹੋ ਆਪਣੇ ਪਰਸਨਲ ਡਿਵੈਲਪਮੈਂਟ ਲਈ, ਸਪਿਰਿਚੁਅਲੀ ਹੋਏ, ਪ੍ਰੋਫੈਸ਼ਨਲੀ ਹੋਏ, ਐਕੈਡੈਮਿਕਲੀ ਹੋਏ, ਉਹਦਾ ਰਿਜ਼ਲਟ 100% ਤੁਹਾਨੂੰ ਮਿਲਣਾ ਹੈ ਕਿਸੇ ਨਾ ਕਿਸੇ ਤਰ੍ਹਾਂ, ਸ਼ਾਇਦ ਅੱਜ ਜਾਂ ਕੱਲ੍ਹ ਜਾਂ ਪਰਸੋਂ ਨਹੀਂ, ਲੇਕਿਨ ਇਵੈਂਚੁਅਲੀ ਦ ਰਿਜ਼ਲਟ ਵਿਲ ਬੀ। ਲੇਕਿਨ ਕੁਦਰਤ ਦਾ ਨਿਯਮ ਹੈ ਕਿ ਐਫਰਟ ਪਾਵਾਂਗੇ ਤਾਂ ਉਹਦਾ ਰਿਜ਼ਲਟ ਮਿਲੇਗਾ। ਬਹੁਤ ਖੂਬ, ਬਹੁਤ ਖੂਬ। ਆਈ ਥਿੰਕ ਇਹੀ ਵਾਈਡਰ ਪਰਸਪੈਕਟਿਵ ਆਪਾਂ ਕਹਿ ਰਹੇ ਹਾਂ ਵੀ ਹੋ ਸਕਦਾ ਜ਼ਿੰਦਗੀ ਦੇ ਅੰਦਰ ਕਿ ਜੋ ਅਸੀਂ ਉਦਮ ਕਰ ਰਹੇ ਹਾਂ ਉਹ ਕਦੇ ਵੀ ਨਿਫਲ ਨਹੀਂ ਹੁੰਦਾ। ਤੇ ਨਾਲ ਦੀ ਨਾਲ ਆਈ ਥਿੰਕ ਨਾਮ ਜਪਣਾ ਵੀ ਬਹੁਤ ਜ਼ਰੂਰੀ, ਕਿਉਂਕਿ ਉਹਦਾ ਤਾਂ ਫਲ ਮਿਲਣਾ ਹੀ ਮਿਲਣਾ। ਆਪਾਂ ਪ੍ਰੋਫੈਸ਼ਨਲ ਲਾਈਫ ਦਾ ਆਪਾਂ ਕਹਿ ਸਕਦੇ ਹਾਂ ਵੀ ਚਲੋ ਸਾਨੂੰ ਉੱਦਾਂ ਦਾ ਰਿਜ਼ਲਟ ਨਹੀਂ ਮਿਲਿਆ, ਬਿਕੋਜ਼ ਫॉर दैट ਕਰੰਟ ਮੂਵਮੈਂਟ ਅਸੀਂ ਉਹ ਵੇਖ ਨਹੀਂ ਪਾਉਂਦੇ ਕਿ ਉਹਦੇ ਬਿਹਾਈਂਡ ਦ ਸੀਨਸ ਕੀ ਨੇ। ਪਰ ਗੁਰੂ ਸਾਹਿਬ ਤਾਂ ਜ਼ਰੂਰ ਸਾਡੇ ਨਾਲ ਅੰਗ ਸੰਗ ਸਹਾਈ ਹੁੰਦੇ ਹੀ ਹੁੰਦੇ ਨੇ। ਸੋ ਆਈ ਥਿੰਕ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਿਆ ਆਪ ਜੀ ਦਾ ਜਵਾਬ, ਤੇ ਸਾਰਿਆਂ ਨੂੰ ਇਹ ਲੱਗਿਆ। ਤੇ ਇਹਦੇ ਨਾਲ ਹੀ ਇੱਕ ਸਵਾਲ ਹੋਰ ਲੈ ਕੇ ਮੈਂ ਫਿਰ ਆਪਣੇ ਆਖਰੀ ਸਵਾਲ, ਸਾਡੇ ਕੋਲ ਸਮਾਂ ਸਾਡਾ ਹੋ ਗਿਆ, ਇੱਕ ਸਵਾਲ ਮੈਂ ਪੁੱਛਾਂਗਾ। ਉਹਨਾਂ ਨੇ ਇਹ ਪੁੱਛਿਆ ਕਿ
ਤੁਸੀਂ ਗੁਰਬਾਣੀ ਨਾਲ ਕਦ ਜੁੜੇ? ਮਤਲਬ ਜਿਵੇਂ ਹੁੰਦਾ ਨਾ, ਇੱਕ ਤਾਂ ਹੁੰਦਾ ਅਸੀਂ ਪੜ੍ਹ ਰਹੇ ਹਾਂ, ਸਾਨੂੰ ਕਿਹਾ ਗਿਆ ਪੜ੍ਹਨ ਨੂੰ, ਇੱਕ ਹੁੰਦਾ ਅਸੀਂ ਐਕਸਪੀਰੀਐਂਸ਼ੀਅਲ ਉਹਨੂੰ ਵੀ ਹੁਣ ਦਿਸ ਇਜ਼ ਇੰਪੋਰਟੈਂਟ ਫॉर ਮੀ ਨਾਓ, ਵੀ ਇਹ ਹੁਣ ਮੇਰੇ ਵਾਸਤੇ ਬਹੁਤ ਹੀ ਜ਼ਰੂਰੀ ਹੈ, ਤੇ ਇਹਦੇ ਬਿਨਾ ਹੁਣ ਮੈਂ ਮਤਲਬ ਉਹ ਤੁਹਾਡੀ ਜ਼ਿੰਦਗੀ ਦਾ ਪਾਰਟ ਕਦ ਬਣਿਆ? ਉਹਦੇ ਬਾਰੇ ਜੇ ਤੁਸੀਂ ਕੁਝ ਸਾਂਝ ਪਾਣਾ ਚਾਹੋ। ਜੀ ਜ਼ਰੂਰ। ਤੁਸੀਂ ਬਿਲਕੁਲ ਠੀਕ ਕਿਹਾ, ਮਤਲਬ ਬਚਪਨ ਅਸੀਂ ਛੋਟੇ ਹੁੰਦੇ ਹਮੇਸ਼ਾ ਪੜ੍ਹਦੇ ਤਾਂ ਸੀਗੇ ਜਾਂ ਸਾਨੂੰ ਪੜ੍ਹਾਉਂਦੇ ਸੀਗੇ, ਲੇਕਿਨ ਆਪਣੇ ਵੱਲੋਂ ਕੁਝ ਮਤਲਬ ਕਈ ਵਾਰੀ ਧਿਆਨ ਦੇਣਾ, ਕਈ ਵਾਰੀ ਧਿਆਨ ਨਹੀਂ ਵੀ ਦੇਣਾ। ਤੇ ਗੁਰਬਾਣੀ ਨਾਲ ਮੈਨੂੰ ਲੱਗਦਾ ਸ਼ਾਇਦ ਮੈਂ ਆਪਣੇ ਵੱਲੋਂ ਜੁੜੀ ਜਦ ਮੈਂ ਕੀਰਤਨ ਜਾਂ ਕੋਈ ਨਵਾਂ ਸ਼ਬਦ ਕਰਦੀ ਸੀਗੀ, ਕਿਉਂਕਿ ਜੇ ਤੁਸੀਂ ਸ਼ਬਦ ਹਾਰਮੋਨੀ ਵਾਹਿਗੁਰੂ, ਮਿੰਟ ਆਪ ਜੀ ਸ਼ਾਇਦ ਮਿਊਟ ਹੋ ਗਏ ਹੋ। ਅੱਛਾ ਜੀ, ਹੁਣ ਹਾਂਜੀ ਠੀਕ ਹੈ? ਹਾਂਜੀ ਹਾਂਜੀ ਹਾਂਜੀ। ਆਈ ਡੋਨਟ ਨੋ ਮੈਂ ਕਿੱਥੇ ਲੈਫਟ ਆਫ ਕੀਤਾ, ਪਰ ਜਦ ਮੈਂ ਕਹਿ ਰਹੀ ਸੀ ਕਿ ਜਦ ਮੈਂ ਕੀਰਤਨ ਕਰਨਾ ਸ਼ੁਰੂ ਕੀਤਾ ਵਾਜੇ ਤੇ ਜਾਂ ਹਾਰਮੋਨੀਅਮ ਤੇ ਜਦ ਤੁਸੀਂ ਵਾਜੇ ਤੇ ਕਰਦੇ ਹੋ ਤਾਂ ਉਹਦੇ ਨਾਲ ਟਾਈਮ ਜ਼ਿਆਦਾ ਸਪੈਂਡ ਕਰਦੇ ਹੋ, ਤੇ ਜਿਹੜਾ ਵੀ ਸ਼ਬਦ ਮੈਂ ਪੜ੍ਹਨਾ ਮੈਂ ਕੋਸ਼ਿਸ਼ ਕਰਨੀ ਕਿ ਉਹਦੇ ਮੈਂ ਅਰਥ ਸਮਝਾਂ ਤੇ ਸਮਝ ਕੇ ਉਹਨੂੰ ਫਿਰ ਗਾਉਣ ਦੀ ਕੋਸ਼ਿਸ਼ ਕਰਨੀ। ਉਹ ਆਈ ਥਿੰਕ ਉਹ ਪਹਿਲਾ ਸਟੈਪ ਸੀਗਾ ਜਦ ਮੈਂ ਮਤਲਬ ਆਪਣੇ ਵੱਲੋਂ ਕੁਝ ਕੋਸ਼ਿਸ਼ ਕੀਤੀ ਹੋਏ ਜਾਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੋਏ। ਤੇ ਜਿਸ ਤਰ੍ਹਾਂ ਤੁਸੀਂ ਕਿਹਾ ਨਾਮ ਜਪਣਾ ਜਾਂ ਗੁਰਮੰਤਰ ਦਾ ਜਾਪ ਕਰਨਾ, ਉਹ ਵੀ ਐਕਚੁਅਲੀ ਇੱਕ ਸਟੋਰੀ ਹੈ, ਛੋਟੀ ਜੀ ਹੈਗੀ ਹੈ। ਮੇਰੇ ਨਾਨਾ ਜੀ ਨੇ ਮੈਨੂੰ ਕਿਹਾ ਸੀਗਾ ਇੱਕ ਸਮੇਂ ਕਿ ਕਿਉਂਕਿ ਮੈਂ ਬੱਸ ਤੇ ਸਕੂਲ ਜਾਣਾ ਸ਼ੁਰੂ ਕੀਤਾ ਸੀ, ਤੇ ਉਹ ਕਹਿੰਦੇ ਅੱਛਾ ਬੱਸ ਤੇ ਕੀ ਕਰਦੀ ਹੈ? ਮੈਂ ਕਿਹਾ ਬੈਠਦੀ ਹਾਂ ਤੇ ਸਕੂਲ ਜਾਂਦੀ ਹਾਂ। ਵਾਹਿਗੁਰੂ। ਫਿਰ ਉਹ ਕਹਿੰਦੇ ਅੱਛਾ ਹੁਣ ਮੈਂ ਮਹੀਨੇ ਬਾਅਦ ਤੈਨੂੰ ਪੁੱਛਣਾ ਹੈ, ਤੁਸੀਂ ਰੋਜ਼ ਗੁਰਮੰਤਰ ਦਾ ਜਾਪ ਕਰਕੇ ਜਾਣਾ ਹੈ, ਜਿਹੜੇ ਅੱਧਾ ਘੰਟਾ ਜਾਣ ਨੂੰ ਜਾਂ 20-25 ਮਿੰਟ ਜਾਣ ਨੂੰ, 20-25 ਮਿੰਟ ਆਉਣ ਨੂੰ। ਤੇ ਫਿਰ ਮੇਰੇ ਮਨ ਸੀਗਾ ਉਹਨਾਂ ਨੇ ਪੁੱਛਣਾ ਹੁਣ ਮੈਨੂੰ ਮਹੀਨੇ ਬਾਅਦ, ਤੇ ਮੈਂ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤਾ। ਤੇ ਖੈਰ ਉਹਨਾਂ ਨੇ ਮੈਨੂੰ ਮਹੀਨੇ ਬਾਅਦ ਨਹੀਂ ਪੁੱਛਿਆ, ਤੇ ਮੈਂ ਕਿਹਾ ਲੈ ਮੈਂ ਕੀਤਾ, ਤੁਸੀਂ ਪੁੱਛਿਆ ਵੀ ਨਹੀਂ। ਤੇ ਲੇਕਿਨ ਮੈਨੂੰ ਲੱਗਦਾ ਉਹ ਪਹਿਲਾ ਸਮਾਂ ਸੀ ਜਿਹੜਾ ਮੈਂ ਐਕਚੁਅਲੀ ਆਪਣੇ ਵੱਲੋਂ ਕਿਸੇ ਦੇ ਕਹਿਣ ਤੇ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਹ ਮੇਰੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਅਹਿਮ ਮੋੜ ਸੀਗਾ, ਜਿੱਥੇ ਉਸ ਤੋਂ ਬਾਅਦ ਮੇਰੇ ਅਗਰ ਤੁਸੀਂ ਉਸ ਤੋਂ ਬਾਅਦ ਦੇਖੋ ਮੇਰੇ ਐਕੈਡੈਮਿਕ ਗ੍ਰੇਡਸ ਮਤਲਬ ਬਹੁਤ देयर वाज अ मैसिव स्पाइक अप। ਤੇ ਮੈਨੂੰ ਲੱਗਦਾ ਸ਼ਾਇਦ ਇਹੀ ਕਾਰਨ ਹੋ ਸਕਦਾ ਕਿ ਮੇਰੀ ਕਨਸੈਂਟਰੇਸ਼ਨ ਤੇ ਮੇਰੀ ਫੋਕਸ ਨੂੰ ਇੰਪਰੂਵ ਕਰ ਦਿੱਤੀ ਸੀ ਉਸ ਚੀਜ਼ ਨੇ। ਬਹੁਤ ਖੂਬ। ਮੇਰੇ ਦੇ ਇੱਕ ਚੀਜ਼ ਹੋਰ ਨਜ਼ਰ ਆ ਰਹੀ ਹੈ ਕਿ ਆਪਾਂ ਜਦ ਕ੍ਰੈਡਿਟ ਪਰਮਾਤਮਾ ਨੂੰ ਦੇਣ ਲੱਗ ਜਾਈਏ ਨਾ, ਤਾਂ ਵਾਹਿਗੁਰੂ ਫਿਰ ਸਾਡੇ ਨਾਲ ਏਦਾਂ ਸਾਨੂੰ ਗੋਦੀ 'ਚ ਚੱਕ ਲੈਂਦਾ ਕਿ ਅਸੀਂ ਰਿਅਲਾਈਜ਼ ਹੀ ਨਹੀਂ ਕਰ ਸਕਦੇ। ਜਦ ਤੱਕ ਅਸੀਂ ਕਹਿੰਦੇ ਹਾਂ ਮੈਂ ਕੀਤਾ, ਤੇ ਉਹ ਥੋੜਾ ਜਿਹਾ ਫਿਰ ਜਿੰਨੀ ਮੇਰੀ ਹੋਂਦ ਹੋਏਗੀ ਮੈਨੂੰ ਉਨਾ ਕੋਈ ਫਲ ਮਿਲਣਾ। ਜੇ ਅਸੀਂ ਕਹਾਂਗੇ ਗੁਰੂ ਪਾਤਸ਼ਾਹ ਜੀ ਆਪ ਕਰ ਰਹੇ ਹੋ, ਤਾਂ ਉਹਨਾਂ ਨੂੰ ਸਾਨੂੰ ਉਨਾ ਕੁ ਫਲ ਮਿਲਦਾ। ਸੋ ਇਹਦੇ ਨਾਲ ਹੀ ਮੈਂ ਆਖਰੀ ਸਵਾਲ ਵੱਲ ਆਪ ਜੀ ਕੋਲ ਆਉਂਦਾ ਪਿਆ, ਆਪਾਂ ਸੈਸ਼ਨ ਨੂੰ ਕਲੋਜ਼ ਕਰੀਏ ਕਿ ਇਨ ਦੀ ਐਂਡ ਕੀ ਮੈਸੇਜ ਜਾਂ ਲੈਸਨਸ ਆਪ ਜੀ ਬੱਚਿਆਂ ਨਾਲ, ਜਸਟ 1 ਸੈਕਿੰਡ, ਆਈ ਥਿੰਕ ਮੈਂ ਸ਼ੇਅਰ ਨਹੀਂ ਕੀਤੀ ਸਕਰੀਨ, ਆਈਲ ਜਸਟ ਸ਼ੇਅਰ ਦ ਸਕਰੀਨ। ਮੈਂ ਹਾਂਜੀ, ਸੋ ਵਾਟ ਆਰ ਦ ਕੀ ਲੈਸਨਸ, ਮਤਲਬ ਕੀ ਆਪ ਜੀ ਆਪਣੀ ਜ਼ਿੰਦਗੀ ਚੋਂ ਬੱਚਿਆਂ ਦੇ ਨਾਲ ਉਹਨਾਂ ਨੂੰ ਇਨ ਦੀ ਐਂਡ ਕਲੋਜ਼ਰ ਤੁਸੀਂ ਆਪ ਜੀ ਕੀ ਸਾਂਝ ਪਾਣਾ ਚਾਹੋਗੇ? ਇਹ ਹਮੇਸ਼ਾ ਸਭ ਤੋਂ ਔਖਾ ਸਵਾਲ ਹੁੰਦਾ ਹੈ, ਇੱਕ ਲਾਈਨ ਵਿੱਚ ਸਭ ਕੁਝ ਸਮਝਾ ਦੋ। ਮੈਨੂੰ ਲੱਗਦਾ ਹੈ ਕਿ ਗੁਰਬਾਣੀ ਨਾਲ, ਕਿਉਂਕਿ ਅਗਰ ਮੈਂ ਆਪਣੀ ਜ਼ਿੰਦਗੀ ਵਿੱਚ ਦੇਖਾਂ, ਗੁਰਬਾਣੀ ਗੁਰਮੰਤਰ ਨੇ ਤੋਂ ਹੀ ਸਭ ਕੁਝ ਮੇਰੀ ਜ਼ਿੰਦਗੀ ਵਿੱਚ ਹੋਇਆ ਹੈ, ਜਿਹਨੂੰ ਤੁਸੀਂ ਪੋਜ਼ਿਟਿਵ ਕਹਿ ਸਕਦੇ ਹੋ। ਗੁਰਬਾਣੀ ਨਾਲ ਜੁੜਨਾ 100% ਇੰਪੋਰਟੈਂਟ ਹੈ ਦੁਨੀਆਦਾਰੀ ਦੇ ਤੌਰ ਤੇ। ਮੈਨੂੰ ਲੱਗਦਾ ਮਟੀਰੀਅਲਿਸਟਿਕਲੀ ਵੀ, ਜਿੰਨੀ ਦੇਰ ਤੱਕ ਸਾਡਾ ਮਤਲਬ ਪੇਟ ਨਹੀਂ ਭਰਿਆ ਹੋਏਗਾ, ਸਿਰ ਤੇ ਛੱਤ ਨਹੀਂ ਹੋਏਗੀ, ਅਸੀਂ ਉਨੀ ਦੇਰ ਤੱਕ ਸ਼ਾਇਦ, ਮਤਲਬ ਸਾਰਿਆਂ ਲਈ ਨਹੀਂ ਲਾਗੂ ਹੁੰਦਾ, ਲੇਕਿਨ ਮੇਰੇ ਵਰਗੇ ਆਮ ਬੰਦੇ ਲਈ ਮੈਨੂੰ ਲੱਗਦਾ ਮੈਂ ਸ਼ਾਇਦ ਆਪਣੀ ਸਪਿਰਿਚੁਅਲ ਐਨਹਾਂਸਮੈਂਟ ਤੇ ਕੰਮ ਨਾ ਪ੍ਰੋਪਰਲੀ ਕਰ ਸਕਾਂ। ਤੇ ਪ੍ਰੋਫੈਸ਼ਨਲੀ ਵੀ ਸਕਸੈਸਫੁਲ ਹੋਣਾ ਜ਼ਰੂਰੀ ਹੈ ਇਸ ਦੁਨੀਆ ਵਿੱਚ, ਤੇ ਨਾਲੋਂ ਨਾਲ ਲੇਕਿਨ ਸਾਨੂੰ ਆਪਣੀ ਪ੍ਰਾਇੋਰਟੀ ਹਮੇਸ਼ਾ ਮੈਨੂੰ ਲੱਗਦਾ ਗੁਰਬਾਣੀ ਰੱਖਣੀ ਚਾਹੀਦੀ ਹੈ। ਸਾਡੀ ਸਪਿਰਿਚੁਅਲ ਹੈਲਥ ਅਸੀਂ ਕਹਿ ਸਕਦੇ ਹਾਂ, ਜਾਂ ਵੈਲਬੀਇੰਗ, ਜਾਂ ਸਾਡੀ ਸਿਹਤ, ਸਭ ਕੁਝ ਇੰਟਰਕਨੈਕਟਡ ਹੈ। ਇਨਫੈਕਟ ਜਿਹੜੀ ਸਾਡੀ ਸਪਿਰਿਚੁਅਲ ਹੈਲਥ ਹੈ ਉਹ ਸਾਡੇ ਪ੍ਰੋਫੈਸ਼ਨਲੀ ਵੀ ਸਭ ਕੁਝ ਹੈਗਾ, ਪਰ ਅਸੀਂ ਉਹਨੂੰ ਸੈਪਰੇਟਲੀ ਦੇਖੀਏ, ਸਾਨੂੰ ਪੈਰਲਲ ਚਲਾਣੇ ਨੇ। have aims, have goals, ਲੇਕਿਨ ਮੇਬੀ ਮੈਂ ਇਸ ਨਾਲ ਐਂਡ ਕਰ ਸਕਦੀ ਹਾਂ। ਇੱਕ ਕੋਟ ਹੈਗਾ, ਹੀਰ ਤੋਂ ਹੈਗਾ, ਵਾਰਿਸ ਸ਼ਾਹ ਦਾ ਕੋਟ ਹੈ। ਉਹ ਕਹਿੰਦੇ ਆ, ਸ਼ਾਇਦ ਮੈਂ ਯਾਦ ਵੀ ਨਾ ਕਰ ਸਕਾਂ ਹੁਣ,
ਅਸੀਂ ਮਾਲੀ ਹਾਂ, ਮਾਲੀ ਦਾ ਕੰਮ ਪਾਣੀ ਦੇਣਾ, ਉਹ ਭਰ ਮਸ਼ਕਾਂ ਪਾਵੇ, ਉਸ ਮਾਲਿਕ ਦਾ ਕੰਮ ਫਲ ਫੁੱਲ ਲਾਣਾ, ਭਾਵੇਂ ਲਾਵੇ ਜਾਂ ਨਾ ਲਾਵੇ, ਅਸੀਂ ਆਪਣੇ ਵੱਲੋਂ ਮਿਹਨਤ ਕਰੀ ਜਾਈਏ, ਬਾਕੀ ਛੱਡ ਤੇ ਜੋ ਵੀ ਕਰੀਏ ਸਿੰਸੀਅਰਲੀ ਕਰੀਏ, 100% ਪਾ ਕੇ ਕਰੀਏ, ਤੇ ਆਈ ਥਿੰਕ ਰਿਜ਼ਲਟਸ ਵਿਲ ਆਲਵੇਜ਼ ਬੀ देयर। ਬਹੁਤ ਖੂਬ, ਬਹੁਤ ਖੂਬ। ਤੇ ਜਿੱਦਾਂ ਦੀ ਆਪ ਜੀ ਦੀ ਨੌਲੇਜ ਹੈ, ਤੁਹਾਡੀ ਕਮਾਂਡ ਹੈ, ਜਿੱਥੇ ਆਪ ਜੀ ਗੁਰਬਾਣੀ ਦੇ ਆਪ ਜੀ ਨੇ ਤੁਕਾਂ ਸਾਡੇ ਨਾਲ ਸ਼ੇਅਰ ਕੀਤੀਆਂ, ਉੱਦਾਂ ਦੂਜੇ ਪੋਇਟ ਨੇ ਸਾਹਿਤ ਬਾਰੇ ਵੀ ਆਪ ਜੀ ਨੂੰ ਮੈਨੂੰ ਲੱਗਦਾ ਵੀ ਬੜਾ ਸ਼ੌਕ ਹੈ ਪੜ੍ਹਨ ਦਾ ਵੀ। ਤੇ ਇਹਦੇ ਨਾਲ ਹੀ ਮੈਂ ਆਈ ਥਿੰਕ ਸਾਡੇ ਸੈਸ਼ਨ ਦਾ ਹੁਣ ਅੰਤਲਾ ਸਮਾਂ ਆ ਗਿਆ। ਮੇਰਾ ਦਿਲ ਤਾਂ ਨਹੀਂ ਕਰ ਰਿਹਾ, ਮੈਨੂੰ ਲੱਗਦਾ ਵੀ ਜੇ ਆਪਾਂ ਗੱਲਾਂ ਕਰਦੇ ਰਹੀਏ ਤਾਂ ਸਾਡੇ ਕੋਲ ਹੋਰ ਬਹੁਤ ਕੁਝ ਹੋਏਗਾ ਜਿਹੜਾ ਆਪਾਂ ਆਪ ਜੀ ਤੋਂ ਸਿੱਖ ਸਕਦੇ ਹਾਂ। ਸੋ ਇਹਦੇ ਨਾਲ ਹੀ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ, ਐਂਡ ਨਾਲ ਜਿਹੜੇ ਸਾਡੇ ਬੱਚੇ ਨੇ, ਆਈ ਹੋਪ ਉਹਨਾਂ ਨੂੰ ਬਹੁਤ ਜ਼ਿਆਦਾ ਇਹਦੇ 'ਚੋਂ ਸਿੱਖਣ ਨੂੰ ਮਿਲਿਆ ਹੋਏਗਾ। ਐਂਡ ਅਵਨੀਤ ਜੀ, ਆਪ ਜੀ ਦਾ ਸਮਾਂ ਬਹੁਮੁੱਲੇ, ਥੈਂਕ ਯੂ ਸੋ ਮਚ। ਆਪ ਜੀ ਜਿੱਦਾਂ ਮੱਲਾਂ ਮਾਰਦੇ ਪਏ ਹੋ, ਆਈ ਥਿੰਕ ਹੋ ਸਕਦਾ ਮੈਂ ਕੁਝ ਸਾਲਾਂ ਬਾਅਦ ਅਸੀਂ ਫਿਰ ਤੁਹਾਡੇ ਨਾਲ ਮਿਲੀਏ ਤਾਂ ਸ਼ਾਇਦ ਇੰਟਰੋਡਕਸ਼ਨ ਟੋਟਲੀ ਚੇਂਜ ਹੋ ਜਾਏਗੀ ਤੇ ਤੁਹਾਡੇ ਕੋਲ ਹੋਰ ਜ਼ਿਆਦਾ ਅਵਾਰਡਸ ਤੇ ਹੋਰ ਜ਼ਿਆਦਾ ਚੀਜ਼ਾਂ ਨਾਲ ਐਡਿਡ ਹੋਣਗੀਆਂ। ਵਾਹਿਗੁਰੂ ਜੀ ਹਮੇਸ਼ਾ ਅੰਗ ਸੰਗ ਰਹਿਣ। ਤੇ ਇਹਦੇ ਨਾਲ ਹੀ ਥੈਂਕ ਯੂ ਸੋ ਮਚ। ਮੈਂ ਇਜਾਜ਼ਤ ਲਵਾਂਗਾ ਸਾਰਿਆਂ ਤੋਂ। ਸੋ ਕੁਝ ਕਹਿਣਾ ਚਾਹੋਗੇ ਐਂਡ ਵਿੱਚ ਤੁਸੀਂ? ਥੈਂਕ ਯੂ ਸੋ ਮਚ। ਨਹੀਂ, ਸਾਰੇ ਜਿਹੜੇ ਜਿਨ੍ਹਾਂ ਨੇ ਵੀ ਇੰਨੀ ਦੇਰ ਮੈਨੂੰ ਸੁਣਿਆ, ਤੇ ਸਾਰਿਆਂ ਦੀ ਮੈਨੂੰ ਵੀ ਅਸੀਸਾਂ ਹੀ ਚਾਹੀਦੀਆਂ ਜਿਹੜੇ ਵੀ ਸੁਣ ਰਹੇ ਨੇ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਵੀ ਉਪਰਾਲਾ ਕਰ ਰਹੇ ਹੋ, ਤੇ ਜਿਹੜਾ ਤੁਸੀਂ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਇੱਥੇ ਕੁਝ ਬੋਲ ਸਕਾਂ ਅੱਜ। ਥੈਂਕ ਯੂ ਸੋ ਮਚ ਜੀ। ਇੱਕ ਵਾਰੀ ਫਿਰ ਸ਼ੁਕਰਗੁਜ਼ਾਰ ਵਾਹਿਗੁਰੂ ਜੀ ਦਾ, ਆਪ ਜੀ ਵਾਹਿਗੁਰੂ ਜੀ ਨੇ ਸਮਾਂ ਬਖਸ਼ਿਆ। ਜੇ ਫਿਰ ਤੋਂ ਸਮਾਂ ਬਖਸ਼ਣਗੇ ਆਪਾਂ ਫਿਰ ਤੋਂ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।